हिनकेत हैवार गैवार गाजी मटके महावीरो सुबे सिराजी। हिणके हिणके हिणकदे ने घोड़े। हिनकेत हैवार गैवार गाजी। हिणके हैवार हैवार घोड़े। घोड़े हिणकदे ने जद खुशी दे मौके या चौ चढ़दा जद हिणकदे ने। ਜਦੋਂ ਗਿਆਨ ਚਰਚਾ ਦਾ ਬਿਗਲ ਵੱਜਿਆ ਜਿਨ੍ਹਾਂ ਦੇ ਅੰਦਰ ਗਿਆਨ ਚਰਚਾ ਦਾ ਚਾਅ ਸੀ ਉਹ ਬੋਲੇ ਹਿਣਕੇ ਖੁਸ਼ੀ ਨਾਲ। ਘੋੜੇ ਨਹੀਂ ਹਿਣਕੇ, ਘੋੜੇ ਤਾਂ ਇਹ ਘੋੜਾ ਤਾਂ ਮਨ ਨੂੰ ਕਿਹਾ ਹੋਇਆ। ਘੋੜਾ ਅਸਲ 'ਚ ਮਨ ਨੂੰ ਘੋੜਾ ਹੀ ਮੰਨਿਆ ਕਬੀਰ ਨੇ। ਲਗਾਮ ਪੈ ਰਹਾ ਹੂੰ ਹਿੱਚੇ ਤਾਂ ਪ੍ਰੇਮ ਕੇ ਚਾਉ ਮਾਰੂ। ਸਮਝਿਆ ਨਹੀਂ? ਇਹ ਹੁਣ ਘੋੜਿਆਂ ਦੀ ਯਾਰ ਤਲਵਾਰਾਂ ਦੀ ਆਦਮੀਆਂ ਦੀ ਲੜਾਈ ਦੀ ਚਰਚਾ ਕਰੀ ਜਾਂਦਾ। ਲਫ਼ਜ਼ ਕੁਛ ਵਰਤੇ ਹੋਏ ਨੇ ਹੋਰ, ਭਾਵ ਅਰਥ ਹੈ ਕੁਛ ਹੋਰ। ਜੰਗ ਦਾ ਮੈਦਾਨ ਨਹੀਂ ਹੈ ਉੱਥੇ ਜਿੱਥੇ ਬੈਠੇ ਨੇ ਗੱਲਾਂ ਕਰ ਰਹੇ ਨੇ। ਉਹ ਤਾਂ ਉਹਨੂੰ ਉਪਦੇਸ਼ ਕਰ ਰਿਹਾ, ਉਹ ਦੁਨੀਆ ਵੀ ਸੁਣ ਰਹੀ ਹੈ ਗੱਲ। ਉਹ ਜਿਹੜਾ ਪਾਰਸਨਾਥ ਹੈ ਉਹਨੂੰ ਵਿਵੇਕ ਔਰ ਵਿਵੇਕ ਦੀ ਕਥਾ ਸੁਣਾ ਰਿਹਾ ਵੀ ਇੱਕ ਵਿਵੇਕ ਹੁੰਦਾ, ਅਵਿਵੇਕ ਹੁੰਦਾ। ਅਵਿਵੇਕ ਜਦ ਅਵਿਵੇਕ ਦਾ ਰਾਜ ਹੁੰਦਾ ਉਹ ਇਹੋ ਜਿਹਾ ਹੁੰਦਾ, ਇਹੋ ਜਿਹੇ ਉਹਦੇ ਯੋਧੇ ਹੁੰਦੇ ਨੇ, ਇਹੋ ਜਿਹੇ ਸੂਰਮੇ ਹੁੰਦੇ ਨੇ, ਉਹ ਐਂ ਕਰਦੇ ਨੇ। ਸਮਝੇ ਨਹੀਂ? ਲੋਭ ਕ੍ਰੋਧ ਦਾ ਰਾਜ ਹੁੰਦਾ, ਮੋਹ ਦਾ ਬੋਲਬਾਲਾ ਹੁੰਦਾ। ਸਮਝੇ ਨਹੀਂ? ਤ੍ਰਿਸ਼ਨਾ ਵੀ ਹੁੰਦੀ ਹੈ। ਇਹ ਗੱਲਾਂ ਔਗਣ ਭਾਰੂ ਹੁੰਦੇ ਨੇ। ਝੂਠ ਭਾਰੂ ਹੁੰਦਾ, ਮਾਇਆ ਭਾਰੂ ਹੁੰਦੀ ਹੈ। ਜਦੋਂ ਵਿਵੇਕ ਆਉਂਦਾ ਫਿਰ ਸੱਚ ਭਾਰੂ ਹੋ ਜਾਂਦਾ। ਝੂਠ ਔਗਣ ਜਿਹੜੇ ਨੇ ਉਹ ਦਬ ਜਾਂਦੇ ਨੇ, ਦਬਦੇ ਹੀ ਚਲੇ ਜਾਂਦੇ ਨੇ। ਜਿਉਂ ਜੇ ਸੱਚ ਭਾਰੂ ਪੈਂਦਾ ਔਗਣ ਦਬਦੇ ਚਲੇ ਜਾਂਦੇ ਨੇ। ਇਹ ਤਾਂ ਤੱਕੜੀ ਹੈ, ਤਰਾਜੂ ਹੈ। ਜਿੱਧਰ ਬੋਝ ਜ਼ਿਆਦਾ ਪੈ ਗਿਆ ਪਾਸਾ ਨੀਵਾਂ ਹੋ ਗਿਆ, ਜਿੱਧਰ ਬੋਝ ਘੱਟ ਗਿਆ ਉੱਚਾ ਚੱਕਿਆ ਗਿਆ। ਜੇ ਸੱਚ ਦਾ ਬੋਝ ਵੱਧ ਗਿਆ ਝੂਠ ਹੌਲਾ ਪੈ ਜਾਂਦਾ। ਜਿਵੇਂ ਸਗੌਰਾ ਹੋਇਆ ਨਾ, ਜੇ ਨੀਵਾਂ ਹੁੰਦਾ ਤਾਂ ਉਹਦਾ ਵਜ਼ਨ ਵੱਧਦਾ। ਹੰਕਾਰ ਦੇ ਵਿੱਚ ਵਜ਼ਨ ਘਟ ਜਾਂਦਾ। ਪਾੜਾ ਜਿਹੜਾ ਉੱਚਾ ਹੋ ਗਿਆ, ਹੰਕਾਰ ਹੋ ਗਿਆ ਤਾਂ ਵਜ਼ਨ ਘੱਟ ਹੁੰਦਾ ਉਹ 'ਚ। ਹਾਂਜੀ, हिनकेत हैवार ਹਿਣਕੇ 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 हिनकेत ਹਿਣਕੇਤ हैवार गैवार गाजी। ਹੈਵਾਰ ਗੈਵਾਰ ਗਾਜੀ। ਜਿਹੜੇ ਗੈਵਾਰ ਸੀ ਹਾਥੀ ਉਹ ਗੱਜੇ, ਉਹ ਵੀ ਗੱਜੇ। ਘੋੜੇ ਹਿਣਕੇ। ਹਾਥੀ ਨੇ ਜਿਹੜੇ ਜ਼ਿਆਦਾ ਹੰਕਾਰ ਹੈ ਜਿਹਨਾਂ ਨੂੰ ਜ਼ਿਆਦਾ ਨਾ ਆਪਣੇ ਗਿਆਨ ਦਾ, ਉਹਨੂੰ ਹਾਥੀ ਕਹਿੰਦੇ ਨੇ। ਜਿਹਦੇ ਕੋਲ ਗਿਆਨ ਹੈਗਾ ਔਰ ਤੇਜ਼ ਗਿਆਨ ਹੈ, ਤੇਜ਼ ਬੁੱਧੀ ਵਾਲਾ ਗਿਆਨ ਹੈ। ਘੱਟ ਤੇਜ਼ ਬੁੱਧੀ ਵਾਲਾ ਹਾਥੀ ਹੈ, ਬਹੁਤ ਤੇਜ਼ ਬੁੱਧੀ ਵਾਲਾ ਘੋੜ ਸਵਾਰ ਹੈ। ਗਿਆਨ ਕਿਹਦੇ ਕੋਲ ਜ਼ਿਆਦਾ? ਦੋਹਾਂ ਚੋਂ ਅਲੱਗ ਗੱਲ ਹੈ। मटके महावीरो सुबे सिराजी। ਮਟੱਕੇ ਮਹਾਂਵੀਰ। ਮਹਾਂਵੀਰ ਜਿਹੜੇ ਸੀ ਜਿਨ੍ਹਾਂ ਕੋਲ ਬੜਾ ਗਿਆਨ ਸੀ ਉਹ ਵੀ ਆਪਣੇ ਸਮਝ ਲਓ ਮਟਕ ਚਾਲ ਤੁਰੇ, ਮੂਹਰੇ ਆ ਗਏ ਤੁਰ ਕੇ। ਕੋਈ ਛਾਲਾ ਮਾਰਦਾ ਹੁੰਦਾ ਅਖਾੜੇ 'ਚ, ਕੋਈ ਕਿਵੇਂ ਆਉਂਦਾ। ਉਹ ਆਪਣੇ ਸਾਵਧਾਨੀ ਨਾਲੇ ਤੁਰ ਕੇ ਆਪਣੀ ਸਧਾਰਨ ਚਾਲ ਨਾਲੇ ਤੁਰ ਕੇ ਉਹ ਵੀ ਮੈਦਾਨ ਜਾ ਕੇ। ਸੁਬੇ ਸਿਰਾਜੀ। ਸੁਬੇ ਸਿਰਾਜੀ ਸ਼ੁਭ ਭਾਵਨਾ ਵਾਲੇ ਸੀ। ਇਹਨਾਂ 'ਚ ਨਾ ਹੰਕਾਰ ਸੀ ਔਰ ਨਾ 'ਚ ਤ੍ਰਿਸ਼ਨਾ ਭਾਰੂ ਸੀ, ਔਗਣ ਭਾਰੂ ਨਹੀਂ ਸੀ। ਸ਼ੁਭ ਉਹ ਆਦਮੀ ਹੁੰਦਾ ਜਿਸ 'ਚ ਨਾ ਹੰਕਾਰ ਹੋਵੇ, ਨਾ ਉਹ 'ਚ ਔਗਣ ਜ਼ਿਆਦਾ ਹੋਣ। ਚੰਗੇ ਰਸਤੇ ਚੱਲਦਾ, ਚਾਹੇ ਤੁਰ ਪਹੁੰਚਿਆ ਨਹੀਂ ਪਹੁੰਚਿਆ, ਰਾਹ ਤਾਂ ਠੀਕ ਤੇ ਤੁਰ ਰਿਹਾ ਨਾ। ਉਹ ਸ਼ੁਭ ਭਾਵਨਾ ਸ਼ੁਭ ਹੁੰਦੀ ਹੈ ਉਹਦੀ। ਭਾਵਨਾ ਨਹੀਂ ਮਾੜੀ ਹੁੰਦੀ। ਗਿਆਨ ਚਾਹੇ ਪੂਰਾ ਨਹੀਂ ਹੈਗਾ, ਭਾਵਨਾ ਤਾਂ ਮਾੜੀ ਨਹੀਂ ਹੈ। ਹਾਂ, ਉਹਨੂੰ ਸ਼ੁਭ ਕਹਿੰਦੇ ਨੇ। ਸੁਬੇ ਸਿਰਾਜੀ। ਸਿਰਾਜੀ ਹੈ ਕੁਛ ਉੱਤੇ ਵੀ ਨੇ ਉਹ, ਬਾਕੀ ਹੋਰ ਬੰਦਿਆਂ ਤੋਂ ਜ਼ਿਆਦਾ ਗਿਆਨ ਰੱਖਦੇ ਨੇ, ਸਿਰ ਤੇ ਰਾਜ ਕਰਦੇ ਨੇ ਸਿਰਾਜੀ। ਉਹ ਦੂਜੇ ਉਹਨਾਂ ਦੇ ਜਿਵੇਂ ਇੱਕ ਹੁੰਦੇ ਨੇ 108, ਇੱਕ ਹੁੰਦੇ ਨੇ 1008। ਜਿਹੜੇ 1008 ਨੇ 1008 ਵਾਲੇ ਉਹ ਸਿਰਾਜੀ ਹੁੰਦੇ ਨੇ।
ਜਿਹੜੇ ਰਾਜੀ ਹੁੰਦੇ ਨੇ, ਰਾਜੇ ਹੁੰਦੇ ਨੇ, ਆਮ ਪਬਲਿਕ ਵਾਸਤੇ ਉਹ 108 ਹੁੰਦੇ ਨੇ। 108 ਦੀ ਮਾਨਤਾ ਪਬਲਿਕ ਕਰਦੀ ਹੈ, 1008 ਦੀ ਪਬਲਿਕ ਵੀ ਕਰਦੀ ਹੈ। ਉਹ ਜਿਹੜੇ 108 ਵਾਲੇ ਹੁੰਦੇ ਨੇ, 1008 ਵਾਲੇ ਦੀ ਉਹ ਵੀ ਕਰਦੇ ਨੇ। ਉਹ ਰਾਜਿਆਂ ਸਰ ਰਾਜਾ ਸਰ ਸ਼ਾਹ ਪਾਤਸ਼ਾਹ ਜਿਹਨੂੰ ਆਪਾਂ ਕਹਿੰਦੇ ਉਸ ਰਾਜੀ ਨੇ। ਕੜਾ ਕੁੱਟ ਸ਼ਸਤਰ ਅਸਤਰ ਬੱਜੇ ਅਪਾਰੰ। ਬਸ ਫਿਰ ਕੜਾ ਕੁੱਟ ਜਿਹਦੇ ਮੂੰਹ 'ਚ ਜਿਹੀ ਜੀ ਗੱਲ ਸੀ ਆਪਣੀ ਆਪਣੀ ਛੜਤੀ ਲਿਆ ਕੇ, ਆਪਣੇ ਆਪਣੇ ਸਵਾਲ, ਆਪਣੇ ਆਪਣੇ ਜਵਾਬ ਲਾਗੇ ਬੋਲਣ। ਕੜਾ ਕੁੱਟ ਹੋ ਗਈ ਸ਼ੁਰੂ। ਨੱਚੇ ਸੁਧ ਸਿੱਧੰ ਉਠੀ ਸ਼ਸਤਰ ਝਾਰੰ। ਸ਼ੁੱਧ ਸਿੱਧਨ ਦੇ ਸ਼ੁੱਧ ਫੇਰ ਲਫ਼ਜ਼ ਹੈ। ਸ਼ੁੱਧ ਸੋਝੀ ਵਾਲੇ ਜਿਨ੍ਹਾਂ ਕੋ ਵਧੀਆ ਸੋਝੀ ਸੀ ਉਹੀ ਬੋਲੇ ਨੇ। ਰਾਜੇ ਬੈਠੇ ਨੇ, ਐਵੇਂ ਥੋੜੀ ਕੋਈ ਬੋਲ ਪੂਗਾ ਉਟ ਪਟਾਂਗ ਗੱਲਾਂ ਬੋਲਦੇ ਨੇ, ਠਿਕਾਣੇ ਦੀਆਂ ਗੱਲਾਂ ਹੀ ਬੋਲਦੇ ਨੇ। ਪਰ ਫਿਰ ਵੀ ਗਿਆਨ ਤਾਂ ਆਪਣਾ ਆਪਣਾ ਹੁੰਦਾ, ਜ਼ਿਆਦਾ ਘੱਟ ਤਾਂ ਹੁੰਦਾ ਜੀ। ਨੱਚੇ ਸ਼ੁੱਧ ਸਿੱਧੰ ਸਿੱਧਨ ਸ਼ਸਤਰ ਸ਼ੁੱਧ ਝਾਰੰ। ਸੋਝੀ ਵਾਲੇ ਐਵੇਂ ਕੁਤਰਕ ਵਾਲੀ ਗੱਲ ਨਹੀਂ ਕੋਈ ਕਰ ਰਿਹਾ, ਸੋਝੀ ਵਾਲੀ ਗੱਲ ਕਰ ਰਿਹਾ ਜਿਹੜਾ। ਸ਼ੁੱਧ ਸਿੱਧਮ, ਸ਼ੁੱਧ ਬਿਰਤੀ ਵਾਲੇ ਸਿੱਧ ਜਿਹੜੇ ਸੀ, ਕੋਈ ਸ਼ੁੱਧ ਬਿਰਤੀ ਵਾਲੇ ਜਿਹੜੇ ਸੀ। ਉਠੀ ਸ਼ਸਤਰ ਝਾਰੰ। ਸ਼ਾਸਤਰਾਂ ਦੀ ਉੱਠੀ, ਸ਼ਾਸਤਰ ਝਾੜਦੇ ਨੇ ਇੱਕ ਦੂਏ ਤੇ। ਸ਼ਾਸਤਰਾਂ ਦੀ ਜਿਹੜੀ ਹੈ ਆਵਾਜ਼ ਉੱਠੀ। ਕਲੰਕੀਤ ਕਾਲੀ ਕਮਚਿਆ ਕਰਾਲੰ। ਹਾਂ, ਕਲੰਕੀ ਕਲੰਕੀਤ ਕਾਲੀ ਕਾਲੀ ਕਮਚਿਆ ਕਰਾਲੰ। ਜਿਹੜੀ ਕਾਲੀ ਹੁੰਦੀ ਹੈ ਉਹ ਹੁੰਦੀ ਹੈ ਮਨ ਬੁੱਧੀ, ਇਹਨੂੰ ਕਾਲੀ ਕਹਿੰਦੇ ਨੇ। ਕਾਲੀ ਜਿਹੜੀ ਤੋਂ ਕਲਪਨਾ ਪੈਦਾ ਹੁੰਦੀ ਹੈ ਉਹ ਕਾਲੀ ਹੈ। ਜਦ ਬੁੱਧੀ ਜੋ ਕਲਪਨਾ ਪੈਦਾ ਹੁੰਦੀ ਹੈ ਉਹ ਕਾਲੀ ਹੈ। ਕਾਲੀ ਕਾਲ ਰੂਪ ਹੈ। ਕਾਲ ਰੂਪ ਅਸਲ ਜਿਹਦਾ ਹੀ ਹੈ, ਜਿਹਦੀ ਕਲਪਨਾ ਹੋਰ ਨਹੀਂ ਕਿਸੇ ਦਾ ਹੈ। ਉਹ ਕਹਿੰਦੇ ਨੇ ਕਾਲੀ ਦੋਆਂ ਦੀ ਕਾਲ ਹੈ। ਦੋਆਂ ਦਾ ਕਾਲ ਤਾਂ ਹੈ ਜੇ ਕੋਈ ਮਾਰ ਸਕਦਾ ਹੋਵੇ। ਉਹਨਾਂ ਦੇ ਹਿਸਾਬ ਨਾਲ ਕਾਲੀ ਦੋਆਂ ਦੀ ਹੈ। ਗੁਰਮਤਿ ਦੇ ਹਿਸਾਬ ਨਾਲ ਕਾਲੀ ਆਪਣੀ ਪੈਰ ਕੁਹਾੜਾ ਮਾਰ ਸਕਦੀ ਹੈ, ਦੂਏ ਦਾ ਨਹੀਂ ਕੁਝ ਵਿਗਾੜ ਸਕਦੀ। ਕਾਲੀ ਹੈ ਕਾਲੀ, ਕਾਲ ਤੋਂ ਕਾਲੀ, ਕਾਲ ਤੂੰ ਹੀ, ਕਾਲੀ ਤੂੰ ਹੀ, ਤੂੰ ਆਪ ਹੀ ਕਾਲੀ ਆ, ਆਪੇ ਕਾਲ ਹੈ ਆਪਣਾ। ਇਹਨੂੰ ਇਹ ਕਿਹਾ ਕਲਪਨਾ ਕਰਨ ਵਾਲੀ। ਜੀਵਾਤਮਾ ਨੂੰ ਕਿਹਾ ਵੀ ਤੂੰ ਆਪਣਾ ਕਾਲ ਆਪ ਹੈ, ਚਾਹੇ ਕਾਲੀ ਕਹਿ ਲੈ ਚਾਹੇ ਕਾਲ ਕਹਿ ਲੈ, ਤੂੰ ਆਪਣਾ ਹੀ ਕਲਪਨਾ ਕਰੇਗਾ। ਕਾਲੀ ਹੈ, ਕਾਲ ਵੀ ਹੈ। ਕਾਲ ਕਲਪਨਾ, ਤੇਰੀ ਕਲਪਨਾ ਤੇਰੇ ਹੱਥ 'ਚ ਹੈ, ਤੇਰੀ ਮੌਤ ਤੇਰੇ ਹੱਥ 'ਚ ਹੈ। ਤੇ ਮਰਨਾ ਕਲਪਨਾ ਕਰੀ ਜਾ, ਤੇ ਜਿਉਣਾ ਗੁਰ ਕੇ ਬਣ ਚੱਲ। ਕਲਪਨਾ ਛੱਡ ਦੇ। ਹੱਥ 'ਚ ਕਿਹਦੇ ਹੋਇਆ? ਕਿਸੇ ਦੇ ਹੱਥ 'ਚ ਨਹੀਂ ਹੈ। ਜਿਹੜੀ ਇਹਨੂੰ ਗੱਲ ਕਹੀ ਆ ਨਾ, ਕਾਲ ਤੂੰ ਹੀ ਕਾਲੀ ਤੂੰ ਹੀ, ਪਰਮੇਸ਼ਰ ਨੂੰ ਨਹੀਂ ਕਹੀ ਗੱਲ ਇਹ। ਕਾਲ ਤੂੰ ਹੀ ਕਾਲੀ ਤੂੰ ਹੀ, ਪਰਮੇਸ਼ਰ ਤਾਂ ਕਹਿ ਰਿਹਾ ਤੂੰ ਹੀ। ਤੁਰਕੀ ਬਾਣੀ ਹੈ ਇਹ। ਤੁਰਕੀ ਜੇ ਅਸੀਂ ਤੂੰ ਹੀ ਕਹਿੰਦੇ ਫਿਰ ਤੁਰਕੀ ਬਾਣੀ ਤਾਂ ਰਹੀ ਨਹੀਂ, ਤੇ ਤੁਰਕੀ ਬਾਣੀ ਰਹੀ। ਅਸੀਂ ਕਹਿ ਰਹੇ ਹਾਂ ਇੱਥੋਂ ਉਹਨੂੰ, ਪਰਮੇਸ਼ਰ ਨੂੰ, ਫਿਰ ਬਾਣੀ ਤਾਂ ਸਾਡੀ ਹੋ ਗਈ। ਅਸੀਂ ਅਰਥ ਕਰਦੇ ਹਾਂ ਆਪਣੀ ਬਾਣੀ ਬਣਾ ਕੇ। ਬਾਣੀ ਤੁਰਕੀ ਹੈ। ਤੁਰਕੀ ਬਾਣੀ ਨੂੰ ਉਰਕੀ ਬਾਣੀ ਮੰਨ ਕੇ ਜ਼ਿਆਦਾ ਅਰਥ ਕਰਾਂਗੇ, ਪੁੱਠੇ ਅਰਥ ਹੋ ਜਾਣਗੇ। ਫਿਰ ਪੁੱਠੇ ਅਰਥ ਤਾਂ ਹੋ ਜਾਂਦੇ ਨੇ। ਅਸੀਂ ਇਹ ਲੋਕ ਦੀ ਬੋਲੀ ਦੇ ਹਿਸਾਬ ਨਾਲ ਅਰਥ ਕਰ ਲੈਂਦੇ ਹਾਂ। ਬੋਲੀ ਪਰਲੋਕ ਦੀ ਹੈ, ਗੱਲ ਪਰਲੋਕ ਦੀ ਹੈ। ਅਸੀਂ ਇਸ ਲੋਕ ਦੀ ਗੱਲ ਬਣਾ ਕੇ ਸੰਬੋਧਨ ਕਰ ਦਿੰਦੇ ਹਾਂ ਪਰਲੋਕ ਵਾਲੇ ਨੂੰ। ਪਰਲੋਕ ਵਾਲੇ ਨੇ ਸੰਬੋਧਨ ਕੀਤਾ ਸਾਨੂੰ ਸੰਬੋਧਨ ਕਰਕੇ ਗੁਰਬਾਣੀ ਬੋਲੀ ਹੋਈ ਹੈ। ਪਰਲੋਕ ਚੋਂ ਸਿੱਖਿਆ ਸਾਡੇ ਵਾਸਤੇ ਹੈ ਇਹ। ਜੇ ਕਾਲ ਤੂੰ ਹੀ ਕਾਲੀ ਤੂੰ ਹੀ ਕਹਿਤਾ, ਫਿਰ ਸਿੱਖਿਆ ਤਾਂ ਉਹਨੂੰ ਹੋਈ, ਸਾਨੂੰ ਤਾਂ ਹੋਈ ਨਾ। ਉਹਨੂੰ ਦੱਸਿਆ ਜਿਵੇਂ ਉਹਨੂੰ ਪਤਾ ਨਹੀਂ ਹੁੰਦਾ, ਯਾਨੀ ਉਹਨੂੰ ਪਤਾ ਨਹੀਂ, ਅਸੀਂ ਦੱਸਿਆ, ਫਿਰ ਤਾਂ ਇਹ ਅਰਥ ਹੋਇਆ। ਫਿਰ ਇਹਦਾ ਅੱਜ ਚੁੜੀ ਚੜ੍ਹਨ ਲੱਗੀ ਹੈ ਤੇਰੀ, ਸਮਝ ਲੱਗੀ ਗੱਲ ਦੀ। ਗੱਲ ਪੁੱਠੀ ਹੋ ਗਈ ਬਿਲਕੁਲ। ਕਾਲ ਤੂੰ ਹੀ ਕਾਲੀ ਤੂੰ ਹੀ ਤੇਗ ਔਰ ਤੀਰ ਆਤੇ ਕਿਉਂ ਉਹੀ ਵੱਜਦੀਆਂ ਨੇ? ਤੀਰ ਉਹੀ ਵੱਜਦੇ ਨੇ। ਇਹ ਤੀਰ ਨੇ, ਉਹ ਤੀਰ ਕਿੱਥੋਂ ਵੱਜਦੇ ਨੇ? ਤੂੰ ਹੀ ਨਿਸ਼ਾਨੀ ਜੀਤ ਕੇ ਅੱਜ ਤੂੰ ਹੀ ਜਗਬੀਰ। ਜੱਗ ਦੇ ਵਿੱਚ ਹੈ ਜਿਹੜਾ, ਉਹਦੀ ਗੱਲ ਹੈ। ਜਿਹੜਾ ਜੱਗ ਦੇ ਵਿੱਚ ਹੈ ਉਹੀ ਹੈ। ਜੱਗ 'ਚ ਵੀਰ ਕੌਣ ਹੈ? ਜਿਹਨੇ ਮਨ ਜਿੱਤ ਲਿਆ।
ਮਨਜੀਤ ਤੇ ਜਗਜੀਤ ਕਲੰਕੀ ਉਹਦਾ ਜੱਗ ਤੇ ਪਰੇ ਹੈ, ਉਹਦੇ ਨਾਲ ਨਹੀਂ, ਉਹਦੀ ਨਹੀਂ ਗੱਲ ਹੈਗੀ ਇਹ। ਬਸ ਇੱਥੇ ਹੀ ਹੈ ਫਰਕ, ਇੰਨਾ ਹੀ ਫਰਕ ਹੈ। ਅਸੀਂ ਇੱਥੇ ਦੀ ਭਾਸ਼ਾ, ਇੱਥੇ ਦੀ ਬਾਣੀ ਮੰਨਦੇ ਹਾਂ, ਗੁਰਬਾਣੀ ਨੂੰ ਤੁਰਕੀ ਬਾਣੀ ਨਹੀਂ ਮੰਨਦੇ। ਤਾਂ ਹੀ ਤਾਂ ਆਤੇ ਕੋ ਜਾਤਾ ਕਹੇ, ਜਾਤੇ ਕੋ ਆਇਆ, ਪੁੱਠੀ ਹੋ ਗਈ ਨਾ ਗੱਲ। ਜਿਹੜਾ ਇੱਥੋਂ ਗਿਆ ਅਸੀਂ ਕਹਿੰਦੇ ਮਰ ਗਿਆ, ਉਹ ਕਹਿੰਦੇ ਨੇ ਆ ਗਿਆ ਆਪਣੇ ਘਰ ਵਾਪਸ। ਅਮਰੀਕਾ 'ਚ ਅਸੀਂ ਐਂਬੈਸਡਰ ਭੇਜਤਾ, ਇੱਥੋਂ ਅਸੀਂ ਕਹਿੰਦੇ ਭੇਜਤਾ, ਅਸੀਂ ਗਿਆ, ਉਹ ਕਹਿੰਦੇ ਨੇ ਭਾਈ ਇੰਡੀਆ ਦਾ ਐਂਬੈਸਡਰ ਆ ਗਿਆ, ਉੱਥੇ ਆਇਆ, ਇੱਥੋਂ ਗਿਆ। ਜਦ ਉੱਥੋਂ ਵਾਪਸ ਆਊ ਅਸੀਂ ਕਹਿੰਦੇ ਆ ਗਿਆ, ਉਹ ਕਹਿੰਦੇ ਅਸੀਂ ਵਾਪਸ ਚਲਾ ਗਿਆ। ਬੋਲੀ ਪੁੱਠੀ ਹੋ ਗਈ ਨਾ। ਜਿੱਥੋਂ ਆਇਆ ਉਹ ਕਹਿਣਗੇ ਗਿਆ, ਜਿੱਥੇ ਆਇਆ ਉਹ ਕਹਿਣਗੇ ਆਇਆ। ਜਿੱਥੋਂ ਅਸੀਂ ਆਏ ਹਾਂ ਉਹ ਕਹਿੰਦੇ ਨੇ ਗਏ, ਖੋਟੇ ਸੁੱਟਿਆ ਨਾ ਬਾਹਰ, ਬਾਹਰ ਸੁੱਟਿਆ ਬਾਹਰ, ਬਾਹਰ ਆਪਣੇ ਘਰੋਂ ਬਾਹਰ ਸੁੱਟੇ, ਤੇ ਉੱਥੋਂ ਤਾਂ ਗਏ ਨਾ। ਫਿਰ ਅਸੀਂ ਕਹਿੰਦੇ ਕੋਈ ਆਇਆ ਹੈ ਬੱਚਾ ਨਵਾਂ ਜੀ ਆ ਗਿਆ, ਅਸੀਂ ਆ ਗਿਆ ਕਹਿੰਦੇ। ਜਦ ਉੱਥੋਂ ਗਿਆ ਤਾਂ ਇੱਥੇ ਆਇਆ, ਜਾਂ ਇੱਥੋਂ ਗਿਆ ਤਾਂ ਉੱਥੇ ਆਇਆ। ਐਂ ਬਾਣੀ ਦੇ ਅਰਥ ਕਰਦੇ ਨੇ। ਜਦ ਅਸੀਂ ਇਹ ਲਾਈਨ ਭੁੱਲ ਜਾਵਾਂਗੇ, ਜਦ ਗੱਡੀ ਲਾਈਨ ਤੋਂ ਥੱਲੇ ਚਲੀ ਜਾਣੀ, ਜਦ ਇਹ ਗੱਲ ਵਿਸਰ ਜਾਣੀ ਹੈ ਸਾਨੂੰ, ਜਦ ਗੱਡੀ ਲਾਈਨ ਤੋਂ ਉਤਰ ਜਾਣੀ ਹੈ, ਪੁੱਠੇ ਅਰਥ ਹੋਣ ਲੱਗ ਜਾਣੇ। ਜਦ ਇਹ ਪੁੱਠੇ ਅਰਥ ਵਿਦਵਾਨ ਤਾਂ ਕਰੀ ਜਾਂਦੇ ਨੇ। ਇਹ ਗੱਲ ਦਾ ਧਿਆਨ ਰੱਖ ਕੇ ਚੱਲਣਾ ਪਊਗਾ। ਹਾਂਜੀ। ਕਲੰਕੀਤ ਕਾਲੀ ਕਮਛਿਆ ਕਰਾਲੰ, ਕਲੰਕੀ ਉਹਨੇ ਕਲਕਾਰਾਂ ਮਾਰੀਆਂ, ਕਲਕਾਰੀ 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 ਜਿਹੜੀ ਕਾਲੀ ਹੈ, ਇਹ ਇਹਨਾਂ ਦੇ ਵਾਸਤੇ ਇਹੀ ਗੱਲ ਹੁੰਦੀ ਹੈ। ਉੱਚੀ ਬੋਲਣਾ, ਆਪਾਂ ਚੀਕ ਮਾਰ ਕੇ ਬੋਲਣਾ ਉੱਚੀ, ਆਪਣੀ ਗੱਲ ਕਰਾਲੰ। ਕਮੱਛਾ ਹੁੰਦੀ ਹੈ ਜਿਹੜੀ ਕਾਮਨਾ ਪੂਰੀ ਕਰਨ ਦੀ, ਇੱਛਾ ਪੂਰੀ ਕਰਨ ਦੀ ਗੱਲ ਕਰੇ। ਇੱਥੇ ਹਰ ਕਾਮਨਾ, ਹਰ ਇੱਛਾ ਪੂਰੀ ਹੁੰਦੀ, ਉਹਨੂੰ ਕਮੱਛਿਆ ਕਹਿੰਦੇ ਨੇ। ਕਮਛਿਆ ਕਰਾਲੰ, ਕਰਾਲੰਗ ਰੂਪ ਹੈ ਉਹਦਾ, ਭੈੜਾ ਰੂਪ ਹੈ ਉਹਦਾ, ਭਿਆਨਕ ਰੂਪ ਹੈ। ਉਹਨੇ ਫਸਾ ਦੇਣਾ ਤੁਹਾਨੂੰ। ਜਾਏ ਆਪਣੇ ਖਾਣੇ ਵਾਲੀ ਹੈ ਇਹ, ਸ਼ਿਕਾਰ ਨਾ ਫਾਹੀ ਲੱਗੀ ਜਾਤ ਫਾੜਨ ਵਾਲੀ ਹੈ। ਜਾ ਕਰਾਲੰਗ ਰੂਪ ਹੈ ਇਹਦਾ। ਕਮਛਿਆ ਦੇਵੀ, ਹਾਂ ਕਮਛਿਆ ਦੇਵੀ ਦਾ ਬਣਾਇਆ ਹੋਇਆ ਵੀ ਕਰਾਲੰਗ ਰੂਪ ਹੈ, ਫੋਟੋਆਂ 'ਚ ਵੀ। ਇਹ ਤਾਂ ਖੈਰ ਨਹੀਂ ਹੈ, ਆ ਦੇ ਦੂ ਕੁਛ ਨਹੀਂ ਸਕਦਾ ਕੋਈ ਵੀ, ਉਹਦਾ ਹੁਕਮ 'ਚ ਮਿਲਣਾ, ਤੁਹਾਨੂੰ ਬਤਾ ਦੇਣਾ, ਇਹਨੇ ਪਰਜਾ ਲੈਣਾ। ਹਾਂ। ਬਕਿਓ ਵੀਰ ਬੈਤਾਲ ਭਾਮੰਤ ਜਵਾਲੰ, ਵੀਰ ਬੈਤਾਲ ਵੀ ਬੋਲੇ ਨੇ, ਇਹ ਬੈਤਾਲ ਨੇ ਇਹ ਜਿਹੜੇ ਬੋਲਦੇ। ਜਿਹੜਾ ਬੈਤਾਲ ਹੈ, ਜਿਹੜਾ ਸਰੀਰ ਦੇ ਵਿੱਚ ਪ੍ਰੇਤ ਹੈ ਨਾ, ਪ੍ਰੇਤ ਮਾਇਆ ਮੋਹ ਵਾਲਾ, ਉਹਨੂੰ ਬੈਤਾਲ ਕਹਿੰਦੇ ਨੇ। ਬੈਤਾਲ ਕੌਣ ਹੈ? ਜਿਹੜਾ ਮਾਇਆ ਆਪਣੇ ਆਪ ਨੂੰ ਸਰੀਰ ਸਮਝਦਾ, ਬੈਤਾਲ ਹੁੰਦਾ। ਬੈਤਾਲ 25 ਕਿਤਾਬ ਹੈ, 25 ਕਹਾਣੀਆਂ ਨੇ ਕਿਸੇ ਬੈਤਾਲ ਦੀਆਂ, ਵਿਕਰਮਾਜੀਤ ਰਾਜੇ ਨਾਲ। ਉਹ ਹੈ ਤਾਂ ਉਹਦੀਆਂ ਹੱਡੀਆਂ ਹੀ ਉਹ ਲੈ ਕੇ ਜਾਂਦਾ, ਪਰ ਉਹ ਹੱਡੀਆਂ ਦੇ ਨਾਲ ਬੈਤਾਲ ਗੱਲ ਕਰਦਾ, ਜਾਂ ਹੱਡੀਆਂ ਉਹਦੀਆਂ ਚੱਕ ਕੇ ਜਾਂਦਾ। ਬੈਤਾਲ ਉਹਨੂੰ ਕਹਾਣੀ ਸੁਣਾਉਂਦਾ। ਜਿਹਦਾ ਸਰੀਰ ਹੈ ਉਹਨੂੰ ਬੈਤਾਲ ਕਿਹਾ, ਜਿਹਦੀ ਦੇਹ ਸੀ ਹੱਡੀਆਂ ਉਹਨੂੰ ਬੈਤਾਲ ਕਿਹਾ ਹੋਇਆ। ਹਾਂਜੀ। ਬਕਿਓ ਵੀਰ ਬੈਤਾਲ ਭਾਮੰਤ ਜਵਾਲੰ, ਬਾਮੰਤ ਜਵਾਲਮ ਜਦ ਬੋਲੇ ਨਾ, ਇਹ ਕਮੱਖਿਆ ਕਾਲੀ ਉਹ ਬੋਲੀ ਹੈ, ਇਹਨੂੰ ਉਹਨੂੰ ਕਿਹਾ। ਜਦ ਬੋਲੇ ਨੇ ਅੱਗ ਨਿਕਲਦੀ ਹੈ ਵਿੱਚੋਂ, ਕਰੋਚ ਬੋਲਦੇ ਨੇ। ਭਾਮੰਤ ਜਵਾਲੰ, ਜਵਾਲਾ ਬਣਦੀ ਹੈ, ਅੱਗੇ ਬਣਨੀ ਹੈ, ਹੋਰ ਕੀ ਬਣਨਾ। ਉਠੀ ਸ਼ਾਸਤਰ ਚਾਰ ਅੰਗ ਨਹੀਂ, ਪਹਿਲਾਂ ਚਾਰ ਅੰਗ ਦੇ ਵਿੱਚ ਵੀ ਅੱਗ ਨਿਕਲਦੀ ਹੈ। ਜਾਂ ਸ਼ਾਸਤਰ ਵੱਜਦੇ ਨੇ, ਲੋਹੇ ਨਾਲ ਲੋਹਾ ਵੱਜਦਾ ਹੈ। ਸਾਰ ਸੋ ਸਾਰ ਕੀ ਧਾਰ ਵਜੀ, ਚਿੰਕਾਰ ਉਠੀ ਤੇ ਚਿੰਗਾਰੀ। ਨਾਲ ਤਾਂ ਚਿੰਕਾਰ ਉੱਠਦੀ ਹੈ, ਲੋਹੇ ਨਾਲ ਲੋਹਾ ਜਾਂ ਛਣ ਦੇ ਕੇ ਵੱਜਦਾ, ਨਾਲੇ ਅੱਗ ਨਿਕਲਦੀ ਹੈ ਵਿੱਚੋਂ। ਸਾਰ ਸੋ ਸਾਰ ਕੀ ਧਾਰ ਵੱਜੀ, ਚਿੰਕਾਰ ਉਠੀ ਤੇ ਚਿੰਗਾਰੀ। ਉਹ ਉੱਥੇ ਚੰਡੀ ਦੀ ਵਾਰ 'ਚ ਲਿਖਿਆ, ਇੱਥੇ ਇਹ ਲਿਖ ਦਿੱਤਾ। 24 ਚਾਮੜੀ ਚਾਬ 64 ਬਾਲਨ, 24 ਚਾਮੜੀ, 24 ਦਾ ਮਤਲਬ ਹੁੰਦਾ ਬੋਲਣਾ, ਮੂੰਹ ਦੇ ਵਿੱਚ ਜ਼ਿਆਦਾ ਅਸੀਂ ਬੋਲਦੇ। ਚਬਰ ਕਹਿੰਦਾ ਬੋਲਦਾ। ਆਹੋ
ਚਵੈ ਬੋਲੇ ਬੋਲੇ ਚਾਵੜੀ। ਹੌਲੀ ਬੋਲਦਾ ਜਿਹੜਾ ਨਾ, ਹੌਲੀ ਸਹਿਜ ਨਾਲ, ਉੱਚੀ ਨਹੀਂ ਬੋਲਦਾ, ਬਿਲਕੁਲ ਹੌਲੀ ਹੌਲੀ ਬੋਲਦਾ, ਜਿਵੇਂ ਬਿਮਾਰ ਬੋਲਦਾ ਹੁੰਦਾ, ਉਹਨੂੰ ਚਵੀ ਕਹਿੰਦੇ ਨੇ। ਚਵੀ ਚਾਵੜੀ। ਚਾਬ 64 ਬਾਲਨ। ਅਸੀਂ ਉਹਨੂੰ ਵੀ ਕਹਿੰਦੇ ਹਾਂ ਵੀ ਬੜੀ ਚੱਬ ਕੇ ਗੱਲ ਕਰਦਾ, ਉਹ ਬਹੁਤੀ ਉੱਚੀ ਨਹੀਂ ਕਰਦਾ ਹੁੰਦਾ ਗੱਲ, ਹੌਲੀ ਕਰਦਾ ਹੁੰਦਾ। ਹਾਂ, ਚਵੀ ਚਾਵੜੀ। ਚਾਬ 64 ਬਾਲਨ। ਹਾਂ, ਚਾਅ ਨਾਲ ਬੋਲਿਆ। 64 ਬਾਲਨ। ਉਹ ਵੀ ਬੜੇ ਚਾਅ ਨਾਲ ਬੋਲਿਆ। ਚਾਅ 60 ਚਾਅ ਦੇ ਨਾਲ, ਚਾਅ ਤੋਂ ਭਰਪੂਰ। ਕਿਉਂਕਿ ਜੋਗਣੀ ਬੋਲਦੇ ਜਿਹੜੇ ਮੂਹਰੇ ਬੋਲਦਾ ਹੁੰਦਾ, ਜੇ ਉਹਦੇ ਤੇ ਆਪਾਂ ਆਪਣੀ ਗੱਲ ਉਹਦੇ ਨਾਲ ਵਜ਼ਨਦਾਰ ਹੈ ਬੋਲਣ ਵਾਲਾ, ਫਿਰ ਚਾਅ ਨਾਲ ਬੋਲਦਾ। ਇਹਦੀ ਗੱਲ ਨੂੰ ਤਾਂ ਮੈਂ ਰੱਦ ਕਰੇ ਦੇਣਾ। 64 ਬਾਲਮ ਕਰੇ ਸਰੋਣ ਹਾਰੰ। 64 ਬਾਲੰਗਾ ਖੁੱਲੇ ਵਾਲਾਂ ਨਾਲ। ਖੁੱਲੇ ਵਾਲ ਨੇ ਨਾ ਸੱਤੇ, ਇਹਨਾਂ ਦੇ ਖੁੱਲੇ ਵਾਲ ਹੁੰਦੇ ਨੇ ਜਿਹੜੇ ਹੁੰਦੇ ਨੇ ਤਾਂਤਰਿਕ। ਦੇਖਿਆ ਜਟਾਂ ਜੀਆਂ ਖਿੰਡੀਆਂ ਹੋਈਆਂ ਹੁੰਦੀਆਂ ਸਿਰ ਤੇ। ਬਾਲਮ ਦਾ ਮਤਲਬ ਵਾਲ ਖੁੱਲੇ ਨੇ, ਸਾਰੇ ਖਿੰਡੇ ਹੋਏ ਵਾਲ ਨੇ। ਹਾਂ, ਕਰੇ ਸਰੋਣ ਹਾਰੰ ਬਮੈ ਜੋਗ ਜਵਾਲਨ। ਹਾਂ, ਕਰੇ ਸੌਣ ਜੋਗ ਜੇ ਪਨ ਇਹ ਕੀ ਕਰਦੇ ਨੇ, ਖੂਨ ਪੀਣ ਵਾਲੀਆਂ ਨੇ। ਉਹ ਖੂਨ ਤਾਂ ਉਹ ਦਿਖਾਇਆ ਹੋਇਆ ਹੈ, ਅਸਲ ਦੇ ਵਿੱਚ ਲੋਭ ਰਤ ਲੋਭ ਹੈ ਨਾ, ਜੇ ਲੋਕਾਂ ਦਾ ਖੂਨ ਪੀਣਾ, ਪੈਸੇ ਲੈਣੇ ਨੇ ਤਾਂਤਰਿਕਾਂ ਨੇ, ਖੂਨ ਪੀਣਾ ਉਹਨੂੰ ਕਹਿੰਦੇ ਨੇ। ਕਰੇ ਸਰੋਣ ਹਾਰੰ। ਕਿਸੇ ਦੇ ਘਰ ਦੇ ਵਿੱਚ ਕੋਈ ਚੀਜ਼ ਦਬਿਆਉਣੀ, ਆਪੇ ਦਬਾ ਦੇਣੀ ਕਿਸੇ ਤੇ, ਜਾਂ ਕਿਸੇ ਨੂੰ ਕੋਈ ਖੜਵਾ ਦੇਣਾ, ਫਿਰ ਉਹਨਾਂ ਦੇ ਇਲਾਜ ਵੀ ਦੱਸ ਦੇਣਾ ਵੀ ਫਲਾਨਾ ਆਦਮੀ ਕਰਦਾ, ਉਹਨੂੰ ਭੇਜ ਕੇ ਵੀ ਤੁਹਾਡੇ ਤਾਂ ਕੋਈ ਕਰਾਇਆ ਹੋਇਆ, ਇਹ ਕੀਤਾ ਹੋਇਆ, ਫਿਰ ਉਹਨਾਂ ਦੇ ਪੈਸੇ ਠੱਗਣੇ। ਇਹ ਖੂਨ ਪੀਣ ਵਾਲੇ ਨੇ ਲੋਕ, ਇਸ ਤਰੀਕੇ ਨਾਲ ਕਿਹਾ ਹੋਇਆ। ਹਾਂ, ਕਰੇ ਸਰੋਣ ਹਾਰੰ ਬਮੈ ਜੋਗ ਜਵਾਲਨ। ਹਾਂ, ਸੋਣ ਖੂਨ ਪੀਂਦੀਆਂ ਨੇ ਲੋਕਾਂ ਦਾ, ਹੋਰ ਕੀ ਕਰਨਾ। ਬਮੈ ਜੋਗ ਜਵਾਲਨ। ਹਾਂ, ਬਸ ਇਹੀ ਇਹਨਾਂ ਦੀ ਜਿਹੜੀ ਅੱਗ ਬਾਲ ਕੇ ਰੱਖਦੇ ਨੇ ਨਾ, ਧੂਣਾ ਲਾ ਕੇ ਰੱਖਦੇ ਨੇ, ਅੱਗ ਜਲ। ਕਿਸੇ ਵੀ ਤਾਂਤਰਿਕ ਤੇ ਦੇਖ ਲਓ ਅੱਗ ਜਲਦੀ ਹੁੰਦੀ ਹੈ, ਉਹ ਜੋਗ ਜਵਾਲਨ ਕਹਿੰਦੇ ਨੇ ਉਹਨੂੰ। ਉਹੀ ਜੋਗ ਜਵਾਲਨ ਹੈ ਇਹਨਾਂ ਦੀ ਜਿਹੜੀ ਅੱਗ ਜਲ ਕੇ ਰੱਖਦੇ ਨੇ। ਜੋਗ ਜਵਾਲਨ ਗਿਆਨ ਨਹੀਂ ਘੱਟ, ਗੁਰ ਗਿਆਨ ਘੱਟ ਬੜਿਆ ਨਹੀਂ ਇਹਨਾਂ ਕੋਲ ਹੈ, ਇਹ ਬਾਹਰਲੀ ਅੱਗੇ ਹੈ ਇਹਨਾਂ ਕੋਲ। ਉਹ ਧੂਆਂ ਕਰਨਾ, ਹਵਨ ਕਰਕੇ ਰੱਖਣਾ। ਜਿੰਨੇ ਵੀ ਤਾਂਤਰਿਕ ਹੋਣਗੇ ਧੂਣੇ 'ਚ ਬੈਠੇ ਹੋਣਗੇ, ਦੇਖ ਲਿਓ ਜਦ ਦਿਖਾਉਂਦੇ ਨੇ ਤਾਂਤਰਿਕ ਨੂੰ ਧੂਣਾ ਲੱਗਿਆ ਹੁੰਦਾ। ਇਹ ਜੋਗੀਆਂ 'ਚ ਆਏ ਹੋਏ ਨੇ। ਹਾਂ, ਛੁਰੀ ਛਿਪਰ ਛੱਡੈ ਤਿਰਮੰਡੈ ਰਨਾਰੰ। ਰਣ ਰਣ ਦੇ ਵਿੱਚ ਆ ਕੇ ਛੁਰੀ। ਇਹ ਅਸਲ 'ਚ ਜਿਹੜੇ ਨੇ ਮੁਸਲਮਾਨ ਸੀ, ਜਦੋਂ ਸਿੱਧਾਂ ਤੇ ਮੁਸਲਮਾਨਾਂ ਦਾ ਹੋਇਆ ਨਾ ਕੰਪਰੋਮਾਈਜ਼, ਇਹ ਉਹਨਾਂ ਦੀ ਗੱਲ ਚ ਉਦੋਂ ਤਾਂ ਤਾਂਤਰਿਕ ਬਣੇ ਨੇ। ਨਾਥ ਸੀ ਜਿਹੜੇ ਨਾਥ, ਪਹਿਲਾਂ ਤਾਂਤਰਿਕ ਨਹੀਂ ਹੈਗੇ। ਜਦੋਂ ਮੁਸਲਮਾਨ ਬਣੇ ਨੇ ਨਾ, ਮੁਸਲਮਾਨਾਂ 'ਚੋਂ ਤਾਂਤਰਿਕ ਵਿਦਿਆ ਆਈ ਹੋਈ ਹੈ, ਨੌਨਾਥਾਂ ਦੀ। ਇਹ ਉਹ ਨੇ। ਹਾਂ, ਛੁਰੀ ਤਾਂ ਹੈ ਕਿਉਂਕਿ ਮੁਸਲਮਾਨ ਕੋ ਤਲਵਾਰ ਪ੍ਰਧਾਨ ਨਹੀਂ ਹੈ, ਛੁਰੀ ਪ੍ਰਧਾਨ ਹੈ। ਛੁਰੇਬਾਜ਼ੀ ਨਹੀਂ ਕਰਦੇ ਮੁਸਲਮਾਨ। ਛੁਰੀ ਬਗਾਨ ਤਿੰਨ ਗੱਲ ਤਾਗ। ਹਾਂ, ਛੁਰੀ ਬਗਾਨ ਤਿੰਨ ਗੱਲ ਤਾਗ। ਇਹਨਾਂ ਦੇ ਕੋਲ ਤਲਵਾਰ ਨਹੀਂ ਆਉਂਦੀ ਹੁੰਦੀ, ਛੁਰੀ ਆਊਗੀ। ਕਿਰਪਾਨ ਔਰ ਤਲਵਾਰ ਹਿੰਦੁਸਤਾਨ ਦੇ ਹੱਕ 'ਚ ਆਈ ਹੋਈ ਹੈ, ਚੱਡੀ ਕੋਲ ਆਈ ਹੋਈ ਹੈ। ਸਾਡੇ ਦੇਵੀ ਦੇਵਤਿਆਂ ਕੋਲ ਤਲਵਾਰਾਂ ਧਨਸ ਨੇ, ਇਹਨਾਂ ਕੋਲ ਛੁਰਾਈ ਹੈ। ਕਿ ਬਗਲ ਛੁਰੀ ਲੁਕ ਜਾਂਦੀ ਹੈ ਨਾ, ਉਹ ਤਲਵਾਰ ਤਾਂ ਲੁਕਦੀ ਨਹੀਂ ਹੈ, ਇਹ ਬਗਲ ਛੁਰੀ ਹੈ ਅੜੇ ਨੇ। ਹਾਂ, ਛੁਰੀ ਛਿਪਰ ਛੱਡੈ ਤਿਰਮੰਡੈ ਰਣ ਆਰੰ। ਹਾਂ, ਬੜੀ ਕਾਲੀ ਨਾਲ ਛੁਰੀਆਂ ਜਲਦੀ, ਛੋਟੀ ਛੋਟੀਆਂ ਗੱਲਾਂ, ਛੋਟੇ ਛੋਟੇ ਗਿਆਨ ਦੀਆਂ ਗੱਲਾਂ ਨੇ, ਛੇਤੀ ਨਾਲ ਕਹੀ ਜਾਣੀਆਂ, ਜਲਦੀ 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 ਆਪਣੀਆਂ ਛੁਰੀਆਂ ਚਲਾ ਰਹੇ ਨੇ। ਹਾਂ, ਤਮੱਕੇ ਤਤਾਜੀ ਭਪੱਕੇ ਪਠਾਣੰ। ਤਾਂ ਤਮੱਕੇ ਤਤਾਜੀ ਜਿਹੜੇ ਤਤ ਗਿਆਨੀ ਸੀ, ਤਮੱਕੇ ਤਤਾਜੀ ਤਤ ਗਿਆਨੀ ਸੀ ਜਿਹੜੇ, ਭਪੱਕੇ ਪਠਾਣੰ, ਉਹ ਗੁੱਸੇ 'ਚ ਆ ਕੇ ਵੀ ਇਹ ਕਰੀ ਕੀ ਜਾਂਦੇ ਨੇ। ਟਿੱਕੇ ਗੱਲ ਕਰੋ ਤੁਸੀਂ, ਇੱਕ ਗੱਲ ਇੱਕ ਕਰੋ, ਉਹਦਾ ਜਵਾਬ ਲਓ। ਤੁਸੀਂ 10-12 ਗੱਲਾਂ ਇਕੱਠੀਆਂ ਹੀ ਕਹਿ ਦੋਗੇ, 10-15 ਗੱਲਾਂ ਆਪਣੀਆਂ ਕਹਿ ਦੇਣੀਆਂ, ਦੂਏ ਦੀ ਸੁਣਨੀ ਹੋ ਨਹੀਂ। ਉਹ ਗੁੱਸੇ 'ਚ ਆ ਗਏ। ਤਮੱਕੇ ਤਤ ਆਜੀ ਭਪੱਕੇ ਭਟ ਆਣੰ। ਹਾਂ, ਉਹ ਗੁੱਸੇ 'ਚ ਆ ਗਏ ਭੱਟ ਸੀ ਜਿਹੜੇ। ਇਹ ਕੀ ਕਰਦੇ ਹੋ ਤੁਸੀਂ? ਗੱਲ ਕਰੋ, ਟਿੱਕੇ ਕਰੋ ਗੱਲ। ਆਪਣੀਆਂ ਹੀ ਛੱਡੀ ਜਾਂਦੇ ਹੋ, ਦੂਏ ਦੀ ਵੀ ਸੁਣ ਲਓ। ਚੱਲ ਤਾਂ 10 ਗੱਲਾਂ ਕਰ ਲਈਆਂ, ਤੂੰ ਹੁਣ ਰੁਕਦਾ ਜਾ। ਉਹ ਰੁਕਦਾ ਹੀ ਨਹੀਂ ਉਹ ਅਸਲ 'ਚ। ਜਿਹੜਾ ਆਪਣੀਆਂ ਹੀ ਕਰੀ ਆਪੇ ਰੁਕੇ ਹੀ ਨਾ, ਦੂਏ ਦੀ ਸੁਣੇ ਹੀ ਨਾ।
ਉਹਦੇ ਨਾਲ ਚਰਚਾ ਖਾਦੀ ਹੈ, ਆਪਣੀਆਂ ਛੁਰੀ ਚਲਾਈ ਜਾਵੇ, ਇਹਨੇ ਟਾਈਮ ਖਤਮ ਹੋ ਜੂ। ਹਾਂਜੀ। ਸੁਬੇ ਸੰਦਲੀ ਬੋਝ ਬਾਜੀ ਅਪਾਰੰ। ਸੁਬੇ ਸੰਦਲੀ, ਸੰਦਲੀ ਸੰਦਲ ਲਫ਼ਜ਼ ਚੰਨਣ ਨੂੰ ਇਹ ਕਿਹਾ ਹੋਇਆ। ਜਿਹੜੇ ਅਰਬ ਦੇਸ਼ ਦੇ ਲੋਕ ਨੇ ਨਾ, ਮੁਸਲਮਾਨ ਨੇ, ਇਹ ਚੰਦਨ, ਅਸੀਂ ਚੰਦਨ ਕਹਿੰਦੇ, ਉਹ ਸੰਦਲ ਕਹਿੰਦੇ ਨੇ। ਸ਼ਰਬਤ ਨਹੀਂ ਬਣਾਉਂਦੇ ਸੰਦਲ ਦਾ, ਸੰਦਲ ਦਾ ਨਹੀਂ ਕਹਿੰਦੇ ਸ਼ਰਬਤ, ਚੰਦਨ ਦਾ ਤਾਂ ਨਹੀਂ ਕਹਿੰਦੇ, ਹੁੰਦਾ ਚੰਦਨ, ਉਹ ਸੰਦਲ ਕਹਿੰਦੇ ਨੇ। ਅਸੀਂ ਚੰਦਨ ਕਹਿੰਦੇ ਹਾਂ। ਹੁਣ ਇਹਨੇ ਸੰਦਲੀ ਰੰਗ ਦੇ ਘੋੜੇ ਬਣਾਤੇ ਪਤੰਦਰ ਨੇ, ਪਤਾ ਨਹੀਂ ਲੱਗਿਆ ਨਾ ਵੀ ਸੰਦਲ ਚੰਦਨ ਨੂੰ ਕਹਿੰਦੇ ਨੇ। ਉਹ ਘੋੜੇ ਕਾਹਨੂੰ, ਉਹ ਜਿਹੜੇ ਸੰਦਲ ਜਿਨ੍ਹਾਂ ਦੇ ਅੰਦਰੋਂ ਸੁਗੰਧ ਆਉਂਦੀ ਹੈ ਨਾ, ਪਠਾਨ ਨੇ ਜਿਹੜੇ, ਤਮੱਕੇ ਤਤਾਜੀ ਭਪਕੇ, ਹਾਂ, ਜਿਹੜੇ ਤਤ ਗਿਆਨੀ ਨੇ, ਉਹਨਾਂ ਦੇ ਅੰਦਰ ਤਾਂ ਉਹ ਵੀ ਚੰਦਨ ਹੋ ਰਿਹਾ ਬਸੇ ਜੋ ਚੰਦਨ ਪਾਸ। ਉਹ ਚੰਦਨ ਤਾਂ ਨਹੀਂ ਸੀ, ਚੰਦਨ ਦੇ ਕੋਲ ਵਸਦੇ ਜ਼ਰੂਰ ਸੀ। ਆਪ ਤਾਂ ਚੰਦਨ ਚਾਹੇ ਨਹੀਂ ਸੀ, ਪਰ ਚੰਦਨ ਕੋਲ ਬਸਣ ਵਾਲਿਆਂ ਦੇ ਵਿੱਚ ਵੀ ਚੰਦਨ ਦੀ ਖੁਸ਼ਬੂ ਹੁੰਦੀ ਹੈ ਨਾ। ਇਹੋ ਜਿਹਾ ਤਾਂ ਸੀਗਾ ਹੀ ਉਹ ਗੁੱਸੇ ਚ ਆ ਕੇ ਪੱਕੇ ਪਠਾਣ। ਸੁਬੇ ਸੰਦਲੀ, ਉਹ ਸੰਦਲੀ ਫਿਰ, ਹਾਂ, ਉਹ ਫਿਰ ਸ਼ੁਭ, ਦੇਖੋ ਸ਼ੁਭ, ਸੁਬੇ ਸੰਦਲੀ ਬੋਝ ਬਾਜੀ ਅਪਾਰੰ। ਬੋਝ ਬਾਜੀ, ਬੋਝ ਕਹਿੰਦੇ ਨੇ ਅਸਲ ਦੇ ਵਿੱਚ ਇਹਨੂੰ, ਭੰਗ ਨੂੰ। ਮੁਸਲਮਾਨ ਵੀ ਭੰਗ ਖਾਂਦੇ ਸੀ, ਜਿਹਨੇ ਮੁਸਲਮਾਨ ਸੀ ਨਾ, ਚੰਗੇ ਮੁਸਲਮਾਨ ਜਿਹਨੇ ਹੋਏ ਨੇ ਵਧੀਆ, ਉਹ ਭੰਗ ਖਾਂਦੇ ਨੇ। ਬੋਝ ਬਾਜੀ ਅਪਾਰੰ, ਬੋਝ ਕਹਿੰਦੇ ਨੇ ਉਹਨੂੰ। ਬਾਅਦ ਦੇ ਵਿੱਚ ਜਿਹੜੇ ਦੂਏ ਮੁਸਲਮਾਨ ਸੀ, ਜਿਵੇਂ ਸਾਡੇ ਵੀ ਹੁਣ ਤੇ ਧਰਮ ਤੋਂ ਮਤਲਬ ਹੈ ਰਹਿਤ ਹੋ ਗਏ, ਉਹਨਾਂ ਨੇ ਲਿਖਿਆ ਵੀ ਹਰਾਮ ਹੈ, ਮਨਾ ਗੁਨਾਹ ਹੈ। ਉਹਨਾਂ ਨੇ ਲਿਖਤਾ ਵੀ ਜਿਹੜੀ ਸਰਾ ਹੈ, ਸ਼ਰਾਬ ਸਰਾ ਨੂੰ ਕਹਿੰਦੇ ਨੇ। ਸਰਾ ਵੈਸੇ ਸ਼ਰਾਬ ਕੱਢੀ ਨਹੀਂ ਜਾਂਦੀ, ਜਿਵੇਂ ਤਾੜੀ ਹੁੰਦੀ ਹੈ ਨਾ, ਉਹਨੂੰ ਕਹਿੰਦੇ ਖਜੂਰ ਚੋਂ ਨਿਕਲਦੀ ਹੈ, ਉਹਨੂੰ ਸਰਾ ਕਹਿੰਦੇ ਨੇ। ਸੱਚ ਸਰਾ, ਗੁੜ ਬਾਹਰਾ, ਨਸ਼ੇ ਵਾਲੀ ਚੀਜ਼। ਸਰਾ ਜਿਹੜੀ ਹੈ ਉਹ ਮਨਾ, ਜਿਵੇਂ ਸਾਡੀ ਰਹਿਤ ਮਰਿਆਦਾ ਨਾ, ਪਿੱਛੋਂ ਅੱਗੇ ਲਿਖਤਾ ਇਹ ਮਨਾ ਹੈ, ਤੇ ਜਿਹੜਾ ਬੋਝ ਹੈ ਇਹ ਗੁਨਾਹ ਹੈ। ਕਿਉਂਕਿ ਜਿਹੜਾ ਉਹ ਖਾਂਦਾ ਉਹ ਫਿਰ ਜਿਹੜੀਆਂ ਗੱਲਾਂ ਕਰਦਾ ਹੈ, ਉਹ ਇਹਨਾਂ ਦੇ ਗੁਨਾਹ ਚੇਤੇ ਕਰਾਉਂਦਾ। ਜਿਵੇਂ ਸਾਡੇ ਹੁਣ ਭੁੱਲੇ ਨਾ ਸ਼੍ਰੋਮਣੀ ਕਮੇਟੀ ਵਾਲੇ, ਉਹਨਾਂ ਦੇ ਗੁਨਾਹ ਚੇਤੇ ਕਰਾਏ ਨੇ, ਉਹ ਗੁਨਾਹ ਇਹਨਾਂ ਦੇ ਚੇਤੇ ਕਰਾਉਂਦੇ ਨੇ। ਉਹਨਾਂ ਨੇ ਖਾਣਾ ਹੀ ਗੁਨਾਹ ਲਿਖਤਾ ਵੀ ਇਹਨਾਂ ਨੂੰ ਖਾਣਾ ਹੀ ਗੁਨਾਹ ਕਰ ਦਿਓ, ਵੀ ਸਾਡੇ ਗੁਨਾਹਾਂ ਨੂੰ ਜ਼ਾਹਰ ਕਰਨਗੇ। ਇਹ ਤਾਂ ਸੁੱਖੇ ਦੇ ਖਿਲਾਫ ਪ੍ਰਚਾਰ, ਕਿਉਂਕਿ ਉਹਨੇ ਤਾਂ ਸੱਚ ਬੋਲਣਾ, ਫਿਰ ਅੰਦਰੋਂ ਸੱਚ ਕੱਢਦਾ ਇਹ ਬਾਹਰ। ਇਹਨਾਂ ਨੂੰ ਇਹ ਮਾਫ ਕਰਨੀ, ਉਹਨਾਂ ਨੇ ਗੁਨਾਹ ਲਿਖਿਆ ਹੋਇਆ। ਹੁਣ ਇਹ ਪਤਾ ਲੱਗਦਾ ਹੈ, ਇਹ ਮਹਾਨ ਕੋਸ਼ ਦੇ ਵਿੱਚ ਵੀ ਇਹ ਗੱਲ ਆਈ ਹੋਈ ਹੈ। ਮਹਾਨ ਕੋਸ਼ 'ਚ ਇਹ ਤੋਂ ਇਹ ਸਾਬਤ ਹੁੰਦਾ ਹੈ ਵੀ ਜਿਹੜੇ ਮਿਸ਼ਨਰੀ ਖਿਲਾਫ ਹੋਏ ਨੇ ਸੁੱਖੇ ਤੇ, ਇਹਨਾਂ ਤੇ ਮੁਸਲਮਾਨੀ ਧਰਮ ਦਾ ਪ੍ਰਭਾਵ ਹੈ। ਆ ਜਿਹੜਾ ਵਿਗੜਿਆ ਹੈ ਕੱਟੜਵਾਦੀ ਮੁਸਲਮਾਨ ਨੇ, ਉਹ ਨਹੀਂ ਤਾਂ ਗੁਰੂ ਅਮਰਦਾਸ ਵੇਲੇ ਇੱਕ ਮੁਸਲਮਾਨ, ਉਹ ਰੋਜ਼ ਸੁੱਖਾ ਛਕਦਾ, ਜਿਹਦੇ ਕੋਲ ਭਾਈ ਲੰਗਾ ਆ ਕੇ ਬਹਿੰਦਾ, ਭਾਈ ਲੰਗਾ ਉਹਦੇ ਕੋਲ ਆਉਂਦਾ ਜਾਂਦਾ, ਆ ਕੇ ਬਹਿੰਦਾ। ਉਹ ਗੁਰੂ ਘਰ ਦੀ ਰੋਜ਼ ਕੋਈ ਨਾ ਕੋਈ ਗੱਲ ਜਿਹੜੀ ਹੁੰਦੀ ਹੈ ਉਹਨੂੰ ਬਿਠਾਲਦਾ, ਅੱਧਾ ਘੰਟਾ ਵੀ ਮੈਨੂੰ ਗੁਰੂ ਘਰ ਦੀ ਗੱਲ ਸੁਣਾ ਕੇ, ਅੱਜ ਕੀ ਹੋਇਆ, ਵਾਪਸੀ ਤੇ ਜਾਂ ਭਾਈ ਲੰਗਾ ਜਾਂਦਾ। ਭਾਈ ਲੰਗਾ ਇੱਕ ਹੈਗਾ ਗੁਰੂ ਅਮਰਦਾਸ ਦੇ ਆਉਂਦਾ ਸੰਗਤ ਵਿੱਚ, ਉਹ ਪਰੇ ਰਹਿੰਦਾ ਸੀ ਆਪਣੇ, ਜਿਹੜਾ ਬੇਟ ਇਲਾਕਾ ਬਿਆਸ ਦਾ, ਇੱਕ ਛੋਟਾ ਜਿਹਾ ਨਾਲਾ ਪੈਂਦਾ ਸੀ, ਉਹ ਵੀ ਟੱਪ ਕੇ ਆਉਂਦਾ ਸੀ। ਇੱਕ ਲੱਤ ਉਹਦੀ ਉਹ ਸੀ ਪਈ ਹੋਈ, ਫਾਰਿਸ਼ ਨਾਲ ਮਤਲਬ ਸੁੱਕੀ ਹੋਈ ਸੀ, ਉਹ ਫੌੜੀ ਦੇ ਆਸਰੇ ਤੁਰ ਕੇ ਆਉਂਦਾ ਸੀ। ਉਹ 2-4 ਕਿਲੋ ਦਹੀਂ ਲੈ ਆਉਣਾ, ਕਰਦੇ ਉੱਥੇ ਗਾਇਆਂ ਮੱਝਾਂ ਉਹਨਾਂ ਦੀ ਪਸ਼ੂ ਸੀਗੇ, ਲੰਗਰ ਚ ਲਿਆ ਕੇ ਪਾ ਦੇਣਾ। ਸਾਰਾ ਦਿਨ ਉਹਨੇ ਆਪਣਾ ਸੁਣਦੇ ਰਹਿਣਾ, ਸ਼ਾਮ ਨੂੰ ਘਰ ਨੂੰ ਚਲੇ ਜਾਣਾ। ਲੰਗਰ ਵੇਲੇ ਆ ਜਾਂਦਾ ਹੁੰਦਾ ਸੀ, ਉਹਦੇ ਕੋਲ ਬਹਿ ਕੇ ਆਉਂਦਾ ਸੀ ਰਾਜ। ਉਹ ਪਿੰਡ ਤੇ ਬਾਰ-ਬਾਰ ਸੀ ਪੈਂਦਾ ਸੀ,
ਤੇ ਉਹ ਗੁਰੂ ਘਰ ਦੇ ਨਾਲ ਪ੍ਰੇਮ ਸੀ ਉਹਦਾ, ਗੱਲਾਂ ਸੁਣਦਾ ਹੁੰਦਾ ਸੀ ਗਿਆਨ ਦੀਆਂ। ਉਹ ਸੁੱਖਾ ਛਕਦਾ ਲਿਖਿਆ। ਫਿਰ ਮੁਸਲਮਾਨ ਤਾਂ ਛਕਦੇ ਸੀ। ਜਿਹੜੇ ਸੁੱਖਾ ਛਕਣ ਵਾਲੇ ਨੇ ਮੁਸਲਮਾਨ, ਉਹਨਾਂ ਨੂੰ ਮਲੰਗ ਕਹਿੰਦੇ ਨੇ। ਉਹਨਾਂ ਦਾ ਨਾਮ ਮਲੰਗ ਹੈ। ਤੇ ਧਰਮ ਦੇ ਵਿੱਚ ਤਾਂ ਸੁੱਖਾ ਪ੍ਰਮਾਣ ਹੈ, ਮੁਸਲਮਾਨਾਂ ਦੇ ਵੀ ਪ੍ਰਮਾਣ ਹੈ। ਮਲੰਗ ਉਹ ਹੈ ਜਿਹਦਾ ਕੋਈ ਰਿਸ਼ਤਾ ਨਾ ਹੋਵੇ। ਮੇਰੀ ਸ਼ਾਨ ਨਾ ਝੌਂਪੜੀ, ਮੇਰਾ ਦੇਸ਼ ਨਾ ਗਾਉਂ, ਕੁਛ ਨਹੀਂ ਹੈ ਮੇਰਾ, मेरा मुझ में कुछ नहीं, जो कुछ है सो तेरा तेरा, तुझको सौंपते क्या लग। वो मलंग ਜਿਹਦਾ ਕੁਝ ਹੈ ਹੀ ਨਹੀਂ। ਤੇ ਉਧਰ शिव जी ਨਾਲ ਜੁੜਿਆ ਹੈ ਸੁੱਖਾ। ਇਹ ਦੋਏ ਬੜੇ ਧਰਮ ਨੇ, ਦੋਹਾਂ ਦੇ ਧਾਰਮਿਕ ਬੰਦੇ ਜੁੜੇ ਹੋਏ ਨੇ। ਤੇ ਉਹ ਜਿਹੜੇ ਕੱਟੜਵਾਦੀ ਸੀ ਮੁਸਲਮਾਨਾਂ ਚੋਂ, ਜਿਨ੍ਹਾਂ ਨੇ ਜ਼ੁਲਮ ਸ਼ੁਰੂ ਕਰਤੇ ਧਰਮ ਦੇ ਨਾਂ ਤੇ, ਕਬਜ਼ੇ ਸ਼ੁਰੂ ਕਰਤੇ ਧਰਮ ਦੇ ਨਾਂ ਤੇ, ਦੂਆਂ ਦੇ ਦੇਸ਼ ਸ਼ੁਰੂ ਕਰਤੇ ਦੱਬਣੇ, ਡਾਂਗ ਨਾਲ ਉਹਨਾਂ ਨੇ ਸ਼ੁਰੂ ਕਰਤੇ ਇਸਲਾਮ ਨੂੰ ਫੈਲਾਉਣਾ ਜ਼ਬਰਦਸਤੀ। ਕੁਰਾਨ ਤੋਂ ਖਿਲਾਫ ਜਿਨ੍ਹਾਂ ਨੇ ਕੰਮ ਕੀਤੇ, ਜਿਵੇਂ ਹੁਣ ਅੱਤਵਾਦੀ ਕਰਦੇ ਨੇ, ਉਹਨਾਂ ਨੇ ਬੈਨ ਕੀਤਾ। ਉਹ ਫਿਰ ਬੋਲਦੇ ਸੀ ਵੀ ਇਹ ਤਾਂ ਗੱਲ ਇਸਲਾਮ ਨਹੀਂ ਕਹਿੰਦਾ ਜਿਹੜੀ ਤੁਸੀਂ ਕਰਦੇ ਹੋ। ਉਹਨਾਂ ਨੇ ਕਿਹਾ ਵੀ ਇਹ ਨਹੀਂ ਹਟਦੇ ਹੈਗੇ। ਵਿਧੀ ਚੰਦੀ ਵੀ ਕਹਿਣ ਲੱਗੇ ਵੀ ਸ਼ਰਦਾਈ 'ਚ ਸੁੱਖਾ ਨਹੀਂ ਪਾਉਣਾ। ਹਾਂ ਸੁੱਖਾ ਉਹ ਵਿਧੀ ਚੰਦੀ ਫਿਰ ਹੈ ਨਾ, ਉਹ ਕਬਜ਼ਿਆਂ ਵਾਲੇ ਹੀ ਨੇ ਨਾ। ਵਿਧੀ ਚੰਦ ਦੇ ਬੰਦੇ ਸੀ ਅੱਤਵਾਦੀਆਂ ਨਾਲ, ਇਹ ਤਾਂ ਅੱਤਵਾਦੀ ਨੇ, ਅੱਤਵਾਦੀਆਂ ਨਾਲ ਇਹਨਾਂ ਦੇ ਬੰਦੇ ਸੀ। ਦੂਏ ਨਿਹੰਗ ਸਿੰਘ ਉਹਨਾਂ ਨੇ, ਜੇ ਨਿਹੰਗ ਸਿੰਘ ਬੋਲੇ ਨੇ ਅੱਤਵਾਦ ਦੇ ਖਿਲਾਫ, ਉਹ ਸ਼ਹੀਦ ਕੀਤੇ ਨੇ ਵੀ 15-20। ਸੁਬੇ ਸੰਦਲੀ ਬੋਝ ਬਾਜੀ ਹੁਣ ਇਹ ਜਿਹੜੇ ਉਧਰ ਰਹੇ ਨੇ ਮੁਸਲਮਾਨਾਂ ਦੇ ਨਾਲ, ਇਹ ਉਹਨਾਂ ਦੀ ਬੋਲੀ ਬੋਲਦੇ ਨੇ ਅਸਲ ਦੇ ਵਿੱਚ ਮਿਸ਼ਨਰੀ। ਧਰਮ ਨਹੀਂ ਕੋਈ ਖਿਲਾਫ ਹੈ ਇਹਨਾਂ ਤੇ, ਨਸ਼ਿਆਂ ਦੇ ਖਿਲਾਫ ਹੈ ਕੋਈ ਧਰਮ। ਜਿਹੜੇ ਨਸ਼ੇ ਦੇ ਧਰਮ ਖਿਲਾਫ ਹੈ ਉਹ ਇਹਨਾਂ ਕੋਲ ਢੇਰਾਂ ਦੇ ਢੇਰ ਵੇਚਦੇ ਨੇ। ਉਹ ਫੇਰਾ ਫੇਰੀ, ਝੂਠ, ਤੂਫਾਨ ਔਰ ਦੁਰਮਤ, ਉਹ ਤਾਂ ਉਹਨਾਂ ਦੇ ਕੋਲ ਹੈ, ਉਹ ਤਾਂ ਰੱਖੀ ਬੈਠੇ ਨੇ। ਸੱਚ ਨੂੰ ਸੁਣ ਕੇ ਵੀ ਨਹੀਂ ਮੰਨਣਾ। ਦੁਰਮਤ ਕਹਿੰਦੇ ਨੇ ਸੱਚ ਨੂੰ ਸੁਣ ਕੇ ਉਹਦਾ ਵਿਰੋਧ ਕਰਨਾ। ਸੱਚ ਸੁਣ ਲੈਣਾ ਫਿਰ ਵੀ ਨਾ ਮੰਨਣਾ, ਨਾ ਮੰਨਣ ਦੇਣਾ, ਉਹਨੂੰ ਦੁਰਮਤ ਕਹਿੰਦੇ ਨੇ। ਜਾਂ ਸੱਚ ਨੂੰ ਵਿਗਾੜ ਕੇ ਪੇਸ਼ ਕਰਨਾ ਨੋਇੰਗਲੀ, ਜਾਣ ਬੁੱਝ ਕੇ। ਸਾਖਤਾਂ ਦੀ ਮੱਤ ਨੂੰ ਦੁਰਮਤ ਕਹਿੰਦੇ ਨੇ। ਸਾਖਤਾਂ ਦੀ ਜਿਹੜੀ ਮੱਤ ਹੈ ਨਾ, ਸਾਖਤ ਤੋਂ ਤੇ ਸੂਕਰ ਭਲਾ, ਕਹਿੰਦਾ ਕਬੀਰ। ਕਹਿੰਦਾ ਸਾਖਤ ਨੂੰ ਤਾਂ ਸੂਰ ਵੀ ਚੰਗਾ। ਸਾਖਤ ਤੇ ਸੂਕਰ ਭਲਾ ਆਛਾ ਰੱਖੇ ਗਾਉਂ। ਗਾਉਂ 'ਚ ਲੋਕ ਗੰਦ ਪਾਉਂਦੇ ਨੇ, ਉਹ ਗਾਉਂ ਦਾ ਗੰਦ ਸਾਫ਼ ਕਰਦਾ। ਤੇ ਸਾਖਤ ਨੂੰ ਸੂਕਰ ਵੀ ਚੰਗਾ ਹੁੰਦਾ। ਇਹਨਾਂ ਨੇ ਗੰਦ ਖੰਡਾਇਆ ਹੈ। ਸਾਖਤ ਗੰਦ ਖੰਡਾਉਂਦੇ ਹੁੰਦੇ ਨੇ, ਸੂਕਰ ਗੰਦ ਸਾਫ਼ ਕਰਦੇ ਹੁੰਦੇ ਨੇ। ਇਹ ਜਿਹੜਾ ਧਰਮ 'ਚ ਗੰਦ ਪਾਇਆ, ਇਹਨਾਂ ਦਾ ਪਾਇਆ ਹੋਇਆ। ਸਾਫ਼ ਹੋ ਜਾਣੀ ਹੈ ਗੱਲ ਬਿਲਕੁਲ। ਕਿਉਂ ਇਹਨਾਂ ਨੇ ਮਨਾਉਣਾ, ਇਹਨਾਂ ਨੇ ਦੇਖੋ ਇਹਨਾਂ ਦੀ ਬੁੱਧ ਵੀ ਐਸੀ ਹੈ, ਇਹਨਾਂ ਨੇ ਖਿਲਾਫੇ ਖੜੇ ਰਹਿਣਾ। ਖਿਲਾਫ ਖੜਨ ਵਾਲੇ ਜਾਪੇ ਸਾਬਤ ਹੋ ਜਾਣੇ ਨੇ। ਖਿਲਾਫ ਖੜੇ ਰਹਿਣਾ, ਸਾਬਤ ਹੋਏ ਜਾਣੇ ਨੇ। ਜਿਹੜਾ ਸੱਚ ਦੇ ਖਿਲਾਫ ਖੜਾ ਉਹ ਸਾਰੀ ਦੁਨੀਆ ਨੇ ਦੇਖ ਲੈਣਾ। ਇਹਨਾਂ ਨੇ ਖਿਲਾਫ ਖੜੇ ਰਹਿਣਾ ਔਰ ਆਪੇ ਹੀ ਬਦਨਾਮ ਹੋ ਜਾਣਾ। ਬਦਨਾਮ ਕਰਨ ਦੀ ਲੋੜ ਹੀ ਨਹੀਂ ਇਹਨਾਂ ਨੂੰ। ਦੁਨੀਆ ਨੇ ਸੱਚ ਮੰਨ ਲੈਣਾ, ਇਹਨਾਂ ਨੇ ਖਿਲਾਫ ਖੜੇ ਰਹਿਣਾ। ਖਿਲਾਫ ਖੜੇ ਰਹਿਣਾ, ਆਪੇ ਜ਼ਾਹਰ ਹੋ ਜਾਣੇ ਨੇ ਵੀ ਉਹ ਗੰਦ ਤਾਂ ਇਹਨਾਂ ਦਾ ਹੀ ਪਾਇਆ ਹੋਇਆ। ਗੰਦ ਤਾਂ ਇਹਨਾਂ, ਇਹ ਚਾਹੁੰਦੇ ਨੇ ਗੰਦ ਰਹੇ ਅਸਲ 'ਚ। ਹਾਂਜੀ। ਬਹੇ ਬੇਰ ਪਿੰਗੀ ਸਮੁੰਦੇ ਕਧਾਰਨ। ਬਹੇ ਬੇਰ ਪਿੰਗੀ, ਬੇਰ ਪਿੰਗੀ, ਪਿੰਗੀ ਸੀ ਜਿਹੜੇ ਪਿੰਗਲ, ਜਿਹੜੇ ਲਿਖਦੇ ਨੇ ਨਾ ਕਵਿਤਾ, ਜਿਵੇਂ ਇਕਬਾਲ ਹੈ, ਸ਼ੇਖ ਸ਼ਾਦੀ ਹੈ, ਇਹ ਪਿੰਗੀ ਨੇ। ਪੂਰਾ ਗਿਆਨ ਨਹੀਂ ਹੈ। ਹਾਂ ਕੋਸ਼ਿਸ਼ ਕਰਦੇ ਨੇ ਚੜ੍ਹਨ ਦੀ, ਪਹਾੜ ਤੇ ਚੜ੍ਹ ਨਹੀਂ ਸਕੇ, ਸਲਿੱਪ ਹੋ ਜਾਂਦੇ ਸੀ। ਪਿੰਗਲ ਅੱਜ ਮੈਂ ਪਹਾੜ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਇੱਛਾ ਤਾਂ ਹੈ ਚੜ੍ਹਨ ਦੀ, ਪਰ ਨਹੀਂ ਚੜ੍ਹ ਹੁੰਦਾ। ਟੱਚ ਕਰਨ ਦੀ ਕੋਸ਼ਿਸ਼ ਕੀਤੀ, ਬ੍ਰਹਮ ਗਿਆਨ ਨੂੰ ਨਹੀਂ ਕਰ ਸਕੇ। ਪਿੰਗੀ ਨੇ, ਪਿੰਗਲ ਪੜ੍ਹਨੇ ਵਾਲੇ ਬਹੇ ਬੇਰ ਪਿੰਗਲ ਤਾਂ ਜਾਣਦੇ ਨੇ, ਪਰ ਉਹ ਤੱਤ ਗਿਆਨ ਨਹੀਂ ਹੈ। ਗੁਰੂ ਘਰ 'ਚ ਪਿੰਗਲ ਨਹੀਂ ਪੜ੍ਹਾਈ ਗਈ, ਇਹ ਆਪੇ ਹੀ ਆ ਜਾਂਦੀ ਹੁੰਦੀ ਹੈ। ਉਹ ਪਿੰਗਲ ਪੜ੍ਹ ਕੇ ਪਿੰਗਲ ਦੇ ਆਸਰੇ ਗਿਆਨੀ ਬਣਨਾ ਚਾਹੁੰਦੇ ਨੇ, ਤੱਤ ਗਿਆਨ ਤੇ ਪਹੁੰਚਣਾ ਚਾਹੁੰਦੇ ਨੇ।
ਜਿਹੜਾ ਪਿੰਗਲ ਪੜ ਦੇ ਆਸਰੇ ਚਾਹੇ ਮੈਂ ਇਹਨੂੰ ਸਮਝ ਲੂੰਗਾ ਤਤ ਗਿਆਨ ਨੂੰ, ਉਹਨੂੰ ਪਿੰਗੀ ਕਹਿੰਦੇ ਨੇ। ਪਿੰਗਲ ਹੈ ਉਹੀ ਪਿੰਗਲ ਹੈ। ਪਿੰਗਲ ਪਰਬਤ ਜਿਹੜੇ ਜਿਹੜਾ ਕਹਿੰਦੇ ਨੇ ਸਰੀਰ ਕਰਕੇ ਨਹੀਂ ਪਿੰਗਲ ਹੁੰਦਾ, ਪਿੰਗਲ ਪੜ੍ਹੇ ਹੋਏ ਦਾ ਨਾਮ ਹੈ ਪਿੰਗੀ। ਬਹੇ ਬੇਰ ਪਿੰਗੀ ਸਮੁੰਦੇ ਕੰਧਾਰਨ। ਬਸ ਜਦੋਂ ਬੋਲੇ ਜਿਹੜੇ ਪਿੰਗੀ ਸੀ ਉਹ ਰੁੜ ਗਏ। ਜਦੋਂ ਪਿੰਗਲਾ ਬੈਠ ਦਰਿਆ ਪਾਰ ਕਰਦਾ ਹੌਲੀ ਹੌਲੀ ਵਿੱਚ ਖੜਾ ਆ ਜਾਵੇ ਤਕੜਾ, ਪਾਣੀ ਰੋੜ ਕੇ ਲੈ ਜਾਂਦਾ ਉਹਨੂੰ। ਹਾਂ ਇੰਨਾ ਜ਼ਰੂਰ ਹੈ ਪਿੰਗੀ ਜਿਹੜੇ ਨੇ ਸਮੁੰਦਰ ਤੱਕ ਪਹੁੰਚ ਜਾਂਦੇ ਨੇ। ਬਹੇ ਬੇਰ ਪਿੰਗੀ ਸਮੁੰਦੇ ਕੰਧਾਰਨ, ਉਹ ਮੰਨ ਲੈਂਦੇ ਨੇ ਗੱਲ ਸੁਣ ਕੇ। ਜਿਹੜੇ 52 ਕਵੀ ਰੱਖੇ ਤੇ ਸੁਣ ਕੇ ਬਹੁਤਿਆਂ ਨੇ ਮੰਨਿਆ, ਵਿਰੋਧ ਨਹੀਂ ਕੀਤਾ ਕਿਸੇ ਨੇ, ਭੱਜੇ ਨਹੀਂ ਹੈ ਕਵੀ। ਸਮੁੰਦੇ ਕੰਧਾਰਨ, ਸਮੁੰਦੇ ਕੰਧਾਰੰਗ ਜਿਹੜੇ ਕੰਧ ਬਣੇ ਖੜੇ ਤੇ ਨਾ, ਕੰਧ ਕੰਧਾਰ ਜਿਹੜਾ ਇੱਕ ਜਿਹੜੇ ਦੇਸ਼ ਦਾ ਨਾਮ ਹੈ ਨਾ, ਇਹ ਕੰਧਾਰ ਕਿਉਂ ਪਿਆ? ਸ਼ਹਿਰ ਦਾ ਨਾਮ ਇਹ ਕਾਬਲ ਹੈ, ਕੰਧਾਰ ਹੈ। ਕਾਬਲ ਤਾਂ ਇੱਥੇ ਦੇ ਲੋਕ ਕਾਬਲ ਸੀ ਇੱਥੇ ਦੇ ਲੋਕ। ਕੰਧਾਰ ਦੇ ਲੋਕ ਕੰਧ ਬਣੀ ਖੜੇ ਤੇ ਕਾਬਲੀਅਤ ਦੇ ਮੂਹਰੇ। ਕੰਧ ਧਾਰ ਤੋਂ ਕੰਧਾਰ ਬਣਿਆ। ਜਿਹੜੀ ਵਿਚਾਰਧਾਰਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਉਹ ਕੰਧਾਰੀ ਨੇ। ਜਿਹੜੀ ਧਾਰਾ ਹੈ ਨਾ, ਧਾਰਾ ਨੂੰ ਰੋਕਣ ਵਾਲੇ, ਕੰਧ ਬਣਨ ਵਾਲੇ, ਰੋਕਣ ਵਾਲੇ, ਉਹਦੇ ਮੂਹਰੇ ਦੀਵਾਰ ਕਰ ਦੇਣੀ, ਸਮੁੰਦਰ ਤੱਕ ਜਾਣ ਨਹੀਂ ਦੇਣੀ। ਕਾਬਲ ਸੀਗੇ ਪਰ ਕੰਧ ਬਣੇ ਵੇ। ਨਾ ਕਾਬਲ ਅਲੱਗ ਹੈ ਸ਼ਹਿਰ, ਕਾਬਲ ਅਲੱਗ ਹੈ, ਕੰਧਾਰ ਅਲੱਗ ਹੈ। ਕੰਧਾਰ ਵਾਲੇ ਕੰਧ ਦੇ ਪ੍ਰਤੀਕ ਨੇ, ਕਾਬਲ ਵਾਲੇ ਕਾਬਲੀਅਤ ਦੇ ਪ੍ਰਤੀਕ ਨੇ। ਕਾਬਲ ਉਹ ਧਾਇਆ, ਕਾਬਲ ਬਣ ਕੇ ਤਾਂ ਆਇਆ, ਕਾਬਲ ਹੈ ਨਹੀਂ। ਪਰ ਜੇ ਕਾਬਲ ਹੁੰਦਾ ਫਿਰ ਉਹ ਤਾਂ ਆਉਂਦਾ ਹੀ ਨਹੀਂ ਸੀ। ਕਾਬਲੋਂ ਤਾਂ ਆਇਆ, ਜੋਰੀ ਮੰਗਾ ਦਾਨ ਵੇ ਲਾ ਲੋ। ਜਿਹੜੇ ਨਾਂ ਪੈਂਦੇ ਨੇ ਉਹਦੇ ਪਿੱਛੇ ਕੋਈ ਗੱਲ ਹੁੰਦੀ ਹੈ ਕਿਸੇ ਚੀਜ਼ ਦਾ। ਜੇ ਨਾਂ ਪੈਂਦਾ ਨਾ, ਕੰਧ ਧਾਰ ਤੋਂ ਕੰਧਾਰ ਬਣਿਆ ਲਫ਼ਜ਼। ਜਿਹੜੀ ਵਿਚਾਰਧਾਰਾ ਸੀ, ਦੇਖੋ ਉੱਥੇ ਦੱਤਾਤਰੇੈ ਪੈਦਾ ਹੋਇਆ ਇਸ ਇਲਾਕੇ 'ਚ, ਉੱਥੇ ਪੈਦਾ ਹੋਇਆ। ਹੁਣ ਅੱਜ ਜਿਹੜਾ ਸਾਡੇ ਕੋਲ ਟੀਕਾ ਕੀਤਾ ਨਰੈਣ ਸਿੰਘ ਨੇ, ਇਹ ਵੀ ਕੰਧ ਹੈ ਧਾਰ ਦੇ ਮੂਹਰੇ। ਟੀਕਾ ਹੀ ਕੰਧ ਬਣਿਆ ਹੋਇਆ ਧਾਰ ਦੇ ਮੂਹਰੇ, ਹੋਰ ਕੀ ਹੈ? ਵਿਚਾਰਧਾਰਾ ਦੇ ਮੂਹਰੇ ਜਿਹੜੀ ਦੀਵਾਰ ਖੜੀ ਕੀਤੀ ਆ, ਜੋ ਹੁਣ ਪ੍ਰਚਾਰ ਹੈ ਕੰਧਾ। ਹਾਂ, ਇਹ ਕੰਧਾਰੀ ਨੇ ਸਾਰੇ ਕੰਧ ਬਣੀ ਹੋਈ ਹੈ ਇਹਨਾਂ ਦੀ। ਕਿ ਕੂੜਾ ਟੁੱਟਾ ਪਾਲ, ਕੂੜ ਦੀ ਕੰਧ, ਝੂਠ ਦੀ ਕੰਧ। ਕੰਧ ਸਰੀਰ ਨੂੰ ਜਿਹੜਾ ਦੇਹ ਤੇ ਆ ਕੇ ਖੜ ਗਿਆ ਉਹ ਕੰਧ ਹੈ। ਜਿਹੜਾ ਦੇਹ ਨਾਲ ਦੇਹ ਨੂੰ ਕੰਧ ਕਿਹਾ ਹੋਇਆ। ਜਦੋਂ ਮੂਰਤੀ ਪੂਜਾ ਆ ਗਈ ਕੰਧ ਬਣ ਗਈ ਪੂਰੇ। ਨਿਰਾਕਾਰੀ ਦੁਨੀਆ ਦੇ ਵਿੱਚ ਜਦ ਵੀ ਤੁਸੀਂ ਮਾਇਆ ਦੀ ਗੱਲ ਕਰ ਲਈ, ਮਾਇਆ ਤੇ ਆ ਗਈ ਦ੍ਰਿਸ਼ਟੀ, ਕੰਧ ਬਣ ਗਈ ਉੱਥੇ। ਮਾਇਆ ਦਾ ਦਰਸ਼ਨ ਕਰਾ ਤਾਂ ਕੰਧ ਬਣ ਗਈ, ਦੀਵਾਰ ਬਣ ਗਈ ਉੱਥੇ। ਬਸ ਉੱਥੇ ਅਟਕ ਗਈ ਬੁੱਧੀ, ਅੱਗੇ ਨਹੀਂ ਜਾ ਸਕਦੀ। ਅੱਗੇ ਗਤੀ ਕਦ ਪਊਗੀ? ਉਹ ਕੰਧ ਰੁੜੂਗੀ, ਰੋੜ ਕੇ ਸਮੁੰਦਰ ਰੋੜ ਲੋ ਕੰਧ ਨੂੰ ਨਾਲ ਹੀ ਹਟ ਜੂਗੀ ਪਰੇ ਦੀਵਾਰ। ਕਦੇ ਕੂੜਾ ਟੁੱਟੇ ਪਾਲ, ਕੂੜ ਦੀ ਕੰਧ ਤੋੜਨੀ ਹੈ ਤਾਂ ਅੱਗੇ ਬੁੱਧੀ ਵਧੂਗੀ, ਤਾਂ ਅੱਗੇ ਗਿਆਨ ਵਧੂਗਾ, ਤਾਂ ਗਤੀ ਫੜੂ, ਫੇਰ ਸਮੁੰਦਰ ਤੱਕ ਜਾਊ। ਡੈਮ ਬਣਿਆ ਹੋਇਆ ਭਾਖੜੇ, ਕੰਧੇ ਬਣਾਈ ਹੈ ਮੂਹਰੇ, ਪਾਣੀ ਰੋਕਿਆ ਨਹੀਂ ਹੋਇਆ। ਜੇ ਭਲਾ ਐਡਾ ਡੈਮ ਹੋਵੇ ਕਿ ਜਿੰਨਾ ਪਾਣੀ ਸਾਰੇ ਸਾਲ ਦਾ ਹੈ, ਛੱਡੀਏ ਵੀ ਨਾ, ਇਹਦੇ ਵਿੱਚ ਹੀ ਜਜ਼ਬ ਹੋ ਜਾਵੇ, ਸਮੁੰਦਰ ਤੇ ਜਾਂਦਾ ਫਿਰ ਪਾਣੀ? ਨਹੀਂ ਜਾਂਦਾ। ਇੱਥੇ ਸੁੱਕ ਸੱਕ ਜਾਵੇ। ਰੋਕਣ ਦੀ ਗੱਲ ਹੈ, ਵਿਚਾਰ ਧਾਰਾ ਨੂੰ ਰੋਕਣ। ਧਾਰਾ ਰੋਕੀ ਹੈ ਨਾ ਉਹਨੇ, ਕੰਧ ਨੇ। ਇਵੇਂ ਵਿਚਾਰ ਧਾਰਾ ਨੂੰ ਕੰਧਾਂ ਰੋਕਦੀਆਂ ਹੁੰਦੀਆਂ ਨੇ। ਕਾਬਲ ਦੇ ਲੋਕ ਰੋਕਣ ਵਾਲੇ ਨਹੀਂ, ਕੰਧਾਰ ਦੇ ਲੋਕ ਰੋਕਣ ਵਾਲੇ ਨੇ। ਤੁਰੇ ਤੁੰਦ ਤਾਜੀ ਉਠੇ ਕੱਚ ਅਛਮ। ਜਿਹੜਾ ਕੰਧਾਰ ਦਾ ਇਲਾਕਾ ਹੈ, ਕੰਧਾਰ ਚ ਲੈ ਕੇ ਗਏ ਸੀ ਹਵਾਈ ਜਹਾਜ਼ ਅਗਵਾ ਕਰਕੇ। ਕੰਧਾਰ ਚ ਲੈ ਹਾਂ, ਉੱਥੇ ਘੱਟੜਵਾਦ ਕਾਬਲ ਚ ਨਹੀਂ ਲੈ ਗਏ। ਲੱਗੀ ਸਮਝ ਗੱਲ ਦੀ? ਜੁੜ ਗਈ ਨਾ ਆ ਕੇ? ਕੰਧਾਰ ਚ ਲੈ ਗਏ। ਆ ਜਿਹੜਾ ਅਤਵਾਦ ਹੈ, ਕੰਧਾਰ ਸੈਂਟਰ ਹੈ ਇਹਦਾ।
ਉੱਥੇ ਨੇ ਕੱਟੜਵਾਦ ਹੈ ਨਾ, ਜਿੱਥੇ ਕੱਟੜਵਾਦ ਆ ਗਿਆ ਉੱਥੇ ਕੰਧ ਬਣ ਗਈ। ਧਰਮ ਦੇ ਕੱਟੜਵਾਦ 'ਚ ਤਾਂ ਜ਼ੁਲਮ ਹੈ। ਕੱਟੜਵਾਦ ਆਪਣੇ ਆਪ 'ਚ ਜ਼ਾਲਮ ਹੁੰਦਾ, ਕੱਟੜਵਾਦੀ। ਅਸਲ ਦੇ ਵਿੱਚ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਆਪ ਜ਼ਾਲਮ ਨੇ, ਇਹ ਆਪੇ ਜ਼ਾਲਮ ਨੇ। ਗੱਲ ਕਰਦੇ ਨੇ ਜ਼ੁਲਮ ਨਾਲ ਲੜਨ ਦੀ। ਜੇ ਜ਼ੁਲਮ ਨਾਲ ਲੜਨਾ ਹੈ, ਆ ਜਿਹੜੇ ਕੁਛ ਅੱਡ ਵੰਡ ਹੋ ਰਿਹਾ, ਲੜਕੀਆਂ ਨਾਲ ਔਰਤਾਂ ਨਾਲ ਜ਼ੁਲਮ ਹੋ ਰਿਹਾ, ਇਹਨਾਂ ਲੋਕਾਂ ਨੂੰ ਮਾਰ ਦੇਣੇ। ਇਹਨਾਂ ਤੇ ਮਾਰਨ ਲੋਕੇ ਸਰਕਾਰ ਨੇ, ਜਿਵੇਂ ਦੂਜਿਆਂ ਬੰਦਿਆਂ ਨੂੰ ਮਾਰਦੇ ਤੇ ਭੱਜੇ ਫਿਰਦੇ ਰਹਿਣ, ਇਹਨਾਂ ਨੂੰ ਮਾਰੀ ਜਾਣ। ਫਿਰ ਤਾਂ ਲੋਕ ਇਹਨਾਂ ਨਾਲ ਸਿੰਪਥੀ ਰੱਖਣਗੇ ਬਈ ਸਰਕਾਰ ਨਹੀਂ ਬਈ ਕੁਛ ਕਰਦੀ, ਅਸੀਂ ਸਿੱਧਾ ਹੀ ਸੋਚਦੇ ਹਾਂ ਇਹਨਾਂ ਨੂੰ ਇਹ ਪੀੜਾ ਚੱਕਣ। ਫਿਰ ਇਹਨਾਂ ਨੂੰ ਮੰਨੀਏ ਵੀ ਹਾਂ ਇਹ ਜ਼ੁਲਮ ਦੇ ਖਿਲਾਫ ਲੜਦੇ ਨੇ। ਹੁਣ ਜ਼ੁਲਮ ਤਾਂ ਹੋ ਰਿਹਾ ਹੈ, ਉਹਦੇ ਖਿਲਾਫ ਜਾਂਦੇ ਨਹੀਂ, ਸਰਕਾਰ ਦੇ ਖਿਲਾਫ ਜਾਂਦੇ ਨੇ। ਸਰਕਾਰ ਦਾ ਜ਼ੁਲਮ ਦੇ ਖਿਲਾਫ ਲੜਦੀ ਹੈ, ਇਹਨਾਂ ਲੋਕਾਂ ਦੇ ਖਿਲਾਫ ਲੜਦੀ ਹੈ। ਜਾਂ ਫਿਰ ਤੁਸੀਂ ਜ਼ਾਲਮਾਂ ਦੇ ਹੱਕ 'ਚੋਂ, ਜ਼ਾਲਮਾਂ ਦੀ ਸਾਈਡ 'ਤੇ ਖੜੇ ਹੋ। ਫਿਰ ਉਹ ਸਰਕਾਰ ਜ਼ਾਲਮਾਂ ਦੇ ਖਿਲਾਫ ਹੈ, ਪੁਲਿਸ ਵਾਲਿਆਂ ਦੇ ਗੋਲੀਆਂ ਚਲਾ ਦਿੰਦੇ ਨੇ। ਉਹ ਪੁਲਿਸ ਲੜਦੀ ਹੈ, ਫਿਰ ਵੀ ਮਰੀ ਵੀ ਜਾਂਦੀ ਹੈ। ਮਿਲਟਰੀ ਵਾਲੇ ਮਰ ਰਹੇ ਨੇ, ਉਹ ਤੁਹਾਡੇ ਮਾਮੇ ਦੇ ਮੁੰਡੇ ਪੁੱਤ ਲੱਗਦੇ ਨੇ, ਉਹਨਾਂ ਨੂੰ ਥੋੜ੍ਹੀ ਹਮਦਰਦੀ ਹੈ। ਫਿਰ ਤਾਂ ਤੁਸੀਂ ਜ਼ਾਲਮ ਹੋ। ਜ਼ਾਲਮ ਤੁਸੀਂ ਹੋਈ ਹੋ ਅਸਲ 'ਚ। ਉਹ ਗੱਲਾਂ ਗਈਆਂ ਆਈਆਂ ਤੁਹਾਨੂੰ ਕੋਈ ਸਮਝ ਲੂਗਾ। ਅਸੀਂ ਕਿਤੇ ਵੀ ਦੂਏ ਲੋਕ ਪਾਗਲੇ ਨੇ, ਤੁਸੀਂ ਜੋ ਮਰਜੀ ਨਾਰਾ ਲਾ ਦਿਓ ਤੁਹਾਡੇ ਮਗਰ ਲੱਗ ਜਾਣਗੇ। ਜਦ ਲੱਗੇ ਸੀ ਸਿਆਣੇ ਬੰਦੇ ਨਹੀਂ ਸੀ ਬੋਲੇ। ਉਦੋਂ ਬੋਲਣ ਦਾ ਸਮਾਂ ਵੀ ਹੈ ਨਹੀਂ ਸੀ। ਤਜਰਬੇ ਦੇ ਬਾਅਦ ਲੋਕਾਂ ਨੂੰ ਅਕਲ ਆਉਂਦੀ ਹੁੰਦੀ ਹੈ। ਨੁਕਸਾਨ ਹੋ ਜਾਵੇ, ਜਦ ਬਹੁਤ ਸਾਰਾ ਨੁਕਸਾਨ ਹੋ ਗਿਆ, ਹੁਣ ਸਾਰਿਆਂ ਨੂੰ ਅਕਲ ਆ ਗਈ। ਉਦੋਂ ਤਾਂ ਖਾਲਿਸਤਾਨ ਦਾ ਨਾਂ ਲੈਦੇ ਪਾਗਲ ਹੋ ਜਾਂਦੇ ਸੀ ਲੋਕ ਵੀ ਗਾਲੀ ਦੂਆ ਸੂਰਜ ਨਿਕਲੂ ਖਾਲਿਸਤਾਨ ਬਣੇ ਜਾਣੇ, ਵੀ ਰਾਤ ਦੇ ਵਿਚਾਲੇ ਆ ਸੁਬਹ ਹੀ ਬਣ ਜਾਣਾ, ਤੜਕੇ ਹੀ ਖਾਲਿਸਤਾਨ। ਕਮਲੇ ਸੀਗੇ, ਕਮਲਿਆਂ ਦਾ ਨੁਕਸਾਨ ਹੋ ਗਿਆ। ਹੁਣ ਤਜਰਬਾ ਸਭ ਨੂੰ। ਹਾਂਜੀ। ਤੁਰੇ ਤੁੰਦ ਤਾਜੀ ਉੱਟੇ ਕੱਛ ਅੱਛੰ। ਤੁਰੇ ਤੁੰਦ ਕਾਜੀ ਤਾਜੀ, ਤੁਰੇ ਤੁੰਦ ਤਾਜੀ ਉੱਠੇ ਕੱਛ ਅੱਛੰ। ਤੁਰਕਸਤਾਨ ਦੇ ਤੁਰੇ ਹੈ, ਤੁਰਕਸਤਾਨ ਦੇਸ਼ ਹੈ ਨਾ, ਉਧਰ ਹੀ ਹੈ ਤੁਰਕਸਤਾਨ। ਉੱਥੇ ਦੀ ਉਹ ਗੱਲ ਜ਼ਿਆਦਾ ਚੱਲਦੀ ਹੈ ਜਿੱਥੇ ਉਹ ਦੱਤਾਤਰੇय ਹੋਇਆ ਹੈ। ਉਹ ਪਾਰਟੀ ਦੇ ਬੰਦੇ ਬੈਠੇ ਨੇ ਇਹਨਾਂ ਨਾਲ, ਉਹੀ ਇਕੱਠੇ ਕੀਤੇ ਨੇ ਪਾਰਸਨਾਥ ਨੇ। ਉੱਠੇ ਕੱਛ ਅੱਛੰ। ਕੱਛ ਹੁੰਦੀ ਹੈ ਕਾਛੜ ਕਿਸੇ ਚੀਜ਼ ਦੀ, ਜਿਵੇਂ ਦਰਿਆ ਦੀ ਕਾਛੜ ਹੁੰਦੀ ਹੈ। ਰਣ ਕੱਛ ਦਾ ਵੀ ਇਲਾਕਾ, ਉਹ ਇਲਾਕਾ ਜਿੱਥੇ ਕਦੇ ਪਾਣੀ ਆ ਜਾਂਦਾ ਫਲੱਡ ਦਾ, ਫਿਰ ਆਉਂਦਾ ਨਹੀਂ, ਉਹਨੂੰ ਦਰਿਆ ਦੀ ਕਾਛੜ ਕਹਿੰਦੇ ਨੇ। ਇਹ ਆ ਸਮੁੰਦਰ ਦੀ ਏਰੀਆ ਹੁੰਦਾ ਕੱਛ, ਜਿੱਥੇ ਪਾਣੀ ਕਦੇ ਚੜ ਜਾਂਦਾ ਕਦੇ ਉਤਰ ਜਾਂਦਾ। ਉੱਥੇ ਫਿਰ ਨੂਣ ਦੇ ਬਣਾਉਂਦੇ ਨੇ ਨਾ, ਉੱਥੇ ਹੀ ਨਮਕ ਪਾਣੀ ਭਰ ਜਾਂਦਾ ਜਦ, ਉਹਦੇ ਵਿੱਚ ਫਿਰ ਉਹ ਵੱਟਾਂ ਹੁੰਦੀਆਂ ਨੇ, ਫਿਰ ਪਾਣੀ ਹੌਲੀ ਹੌਲੀ ਸੁੱਕ ਜਾਂਦਾ, ਉੱਥੇ ਨੂਣ ਹੋ ਜਾਂਦਾ, ਜਿਹੜੇ ਨਮਕ ਪੈਦਾ ਕਰਦੇ ਨੇ। ਰਣ ਕੱਛ ਇਲਾਕਾ ਆਪਣੇ ਵੀ ਹੈ, ਗੁਜਰਾਤ ਦੇ ਵਿੱਚ, ਪਾਕਿਸਤਾਨ ਦੀ ਬਾਰਡਰ ਨਾਲ ਲੱਗਦਾ। ਉਹ ਸਮੁੰਦਰ ਦੀ ਦਲਦਲੀ ਇਲਾਕਾ ਹੈ। ਹਾਂਜੀ। ਕੱਛੇ ਆਰਬੀ ਪਬ ਮਾਨੋ ਸਪੱਛੰ। ਅਰਬੀ ਅਰਬ ਸਾਗਰ ਦੇ, ਅਰਬ ਸਾਗਰ ਹੈ ਇੱਧਰਲਾ, ਅਰਬ ਸਾਗਰ ਦਾ ਜਿਹੜਾ ਇਲਾਕਾ ਹੈ, ਰਣ ਕੱਛ ਦਾ ਇਲਾਕਾ ਆ, ਸਮੁੰਦਰ ਦੇ ਨੇੜੇ ਦਾ ਇਲਾਕਾ ਜਿੱਥੇ ਪਾਣੀ ਅਰਬ ਸਾਗਰ ਹੈ। ਅਰਬੀ ਅਰਬ ਸਾਗਰ ਨੂੰ ਕਹਿੰਦੇ ਨੇ। ਪਬ ਮਾਨੋ ਸਪੱਛੰ। ਹਾਂ, ਪਬ ਬੜੇ ਕਾਲੇ ਨੇ ਉਹ ਵੀ ਬੋਲਣ ਨੂੰ, ਪੱਬਾਂ ਭਾਰ ਹੋਏ ਨੇ। ਮਾਨੋ ਸਪੱਛੰ ਐਂ ਕਹਿੰਦੇ ਵੀ ਜਾਣੀ ਉੱਡ ਜੀਏ ਖੰਭਾਂ ਨਾਲ। ਸਪੱਛੰ ਹਾਂ, ਸਪੱਛੰ ਪੰਛੀਆਂ ਵਾਂਗੂ ਪਰਾਂ ਸਹਿਤ, ਵੀ ਪਰ ਲਾ ਕੇ ਉੜ ਕੇ ਅਸੀਂ ਛੇਤੀ ਬੋਲੀਏ। ਕਾਲੇ ਨੇ ਬੋਲਣ ਨੂੰ ਉਹ ਵੀ ਬਹੁਤ। ਉਠੀ ਧੂਰ ਪੂਰੰਗ ਛੂਹੀ ਐਣ ਗੈਣ। ਬਸ ਧੂੜ ਉੱਠ ਖੜੀ ਗੱਲਾਂ ਦੀ, ਕੋਈ ਕੰਨ ਪਾਈ ਨਹੀਂ ਸੁਣਦੀ। ਉਹ ਜਿਵੇਂ ਹੁੰਦਾ ਜਿੱਥੇ ਉਹ ਸੱਟਾ ਲੱਗਦਾ, ਬੋਲਦੇ ਨੇ ਸੱਟੇ ਵਾਲੇ ਬਾਜ਼ਾਰ ਦੇ ਵਿੱਚ, ਉਹ ਨਹੀਂ ਸੁਣਦੀ ਗੱਲ ਕਿਸੇ ਦੀ, ਕੰਨ ਪਾਈ ਉਹ ਰੌਲਾ ਪਾਇਆ ਹੁੰਦਾ। ਇਹੋ ਜਿਹਾ ਕੁਛ ਚਰਚਾ ਦੇ ਵਿੱਚ। ਜੇ ਤਾਂ ਕੱਲਾ ਕੱਲਾ ਬੋਲਦਾ ਜਿਵੇਂ ਅੱਜ ਕੱਲ੍ਹ ਸਪੀਕਰ ਨੇ, ਫਿਰ ਤਾਂ ਗੱਲ ਬਣਦੀ। ਆਪਣੇ ਆਪਣੇ ਟੋਲੀਆਂ ਬਣਾ ਕੇ ਲੱਗੇ ਹੋਏ ਨੇ। ਹਾਂਜੀ। ਉਠੀ ਧੂਰ ਪੂਰੰਗ ਛੂਹੀ ਐਣ ਗੈਣ। ਐ ਸਮਝ ਲਓ ਆਕਾਸ਼ ਦੇ ਵਿੱਚ
ਆਕਾਸ਼ 'ਚ ਐ ਧੂੜ ਆਵਾਜ਼ ਇੰਨੀ ਪੋਲਿਊਸ਼ਨ ਹੋ ਗਈ, ਵਾਇਸ ਪੋਲਿਊਸ਼ਨ ਹੋ ਗਈ, ਜਿਵੇਂ ਧੂੜ ਉੱਡ ਕੇ ਹਨੇਰਾ ਹੋ ਜਾਂਦਾ ਨਾ, ਕੰਨ ਪਾਈ ਨਹੀਂ ਸੁਣਦੀ, ਸਮਝ ਕਿਸੇ ਦੀ ਗੱਲ ਨਹੀਂ ਆ ਰਹੀ, ਸਮਝ ਕੁਛ ਨਹੀਂ ਆ ਰਿਹਾ, ਰੌਲਾ ਬਹੁਤ ਪੈਂਦਾ। ਭਇਓ ਅੰਧ ਧੁੰਦੰ ਪਰੀ ਜਾਣ ਰਹਿਣ। ਅੰਧ ਧੁੰਦ ਹੋ ਗਈ, ਪਰੀ ਜਾਣ ਰਹਿਣ। ਆ ਜਾਣੀ ਰਾਤ ਹੋ ਗਈ, ਜਿਵੇਂ ਰਾਤ ਹੋ ਜਾਂਦੀ ਹੈ ਨਾ, ਕੁਛ ਦੀਂਦਾ ਨਹੀਂ, ਸਮਝ ਕੁਛ ਨਹੀਂ ਆ ਰਹੀ ਕਿਸੇ ਨੂੰ ਕੁਛ ਵੀ। ਇੰਨਾ ਆਪਸ ਵਿੱਚ ਹੀ ਰੌਲਾ ਪੈ ਗਿਆ ਬੋਲ ਬੜਾਲੇ ਦਾ। ਹਾਂ, ਇਤੈ ਦਤ ਧਾਇਓ ਅਨਾਦਤ ਉਤਮ। ਇਤੈ ਦਤ ਧਾਇਓ, ਇਧਰੋਂ ਦੱਤ ਦੇ ਜਿਹੜੇ ਬੰਦੇ ਨੇ, ਦੱਤਾਤਰੇయ ਦੀ ਪਾਰਟੀ ਵਾਲੇ, ਧਾਇਓ ਉਹਨਾਂ ਨੇ ਧਾਵਾ ਕੀਤਾ ਅਨਾਦਤ, ਜਿਹੜੇ ਦੱਤ ਤੋਂ ਵਿਰੋਧੀ ਸੀ। ਅਨਾਦਤ ਉਤਮ, ਅਨਾਦਤ ਉੱਤੇ ਜਿਹੜੇ ਦੱਤ ਦਾ ਵਿਰੋਧ ਕਰਦੇ ਸੀ, ਦੱਤਾਤਰੇయ ਦੇ ਸਾਈਡ ਵਾਲਿਆਂ ਨੇ ਉਹਨਾਂ ਤੇ ਪ੍ਰਹਾਰ ਕੀਤਾ, ਇਕੱਠੇ ਹੋ ਰਹੀ ਸਵਾਲ ਕੀਤੇ। ਹਾਂ, ਰਹੀ ਧੂਰ। ਕਿਉਂਕਿ ਦੱਤ ਦੇ ਵਿੱਚ ਤਾਂ ਕੋਈ ਕਮੀ ਨਹੀਂ ਸੀ। ਜੇ ਅੱਜ ਸਿੱਖਾਂ ਦੇ ਵਿੱਚ ਕਮੀ ਹੈ ਤਾਂ ਗੁਰਬਾਣੀ ਤਾਂ ਕੋਈ ਕਮੀ ਨਹੀਂ। ਉਹਨਾਂ ਨੇ ਕਿਹਾ ਦੱਤਾਤਰੇయ 'ਚ ਦੱਸੋ ਕੀ ਕਮੀ ਸੀ, ਇਹ ਅੱਜ ਉਹਨੇ ਕੁਝ ਕਿਹਾ ਉਹਦੇ ਵਿੱਚ ਦੱਸੋ ਕੀ ਕਮੀ ਸੀ। ਇਹ ਦੱਤਾਤਰੇయ ਦੇ ਨਾਂ ਤੇ ਜੇ ਉਲਟੇ ਕੰਮ ਕਰਦੇ ਨੇ, ਅਸੀਂ ਕਹਿੰਦੇ ਹਾਂ ਦੱਤ ਨਾਲ ਇਹਦਾ ਕੋਈ ਰਿਸ਼ਤਾ ਹੀ ਨਹੀਂ, ਇਹ ਦੱਤ ਦੇ ਬੰਦੇ ਹੀ ਨਹੀਂ, ਇਹ ਤਾਂ ਦੱਤ ਨੂੰ ਬਦਨਾਮ ਕਰਨ ਖਾਤਰ ਆਏ ਹੋਏ ਨੇ। ਚੱਲ ਗੱਲ ਖਤਮ ਹੋਈ। ਤੇ ਕਹਿਣਾ ਪਿਆ ਵੀ ਇਹ ਸਿੱਖ ਨਹੀਂ, ਮੈਨੂੰ ਇਹ ਗੁਰੂ ਨੂੰ ਬਦਨਾਮ ਕਰਨ ਵਾਲੇ ਨੇ, ਇਹ ਵਿਗੜਿਆ ਹੋਇਆ ਦੁੱਧ ਦਾ ਡੋਲ ਦੇਣਾ ਸੀ, ਇਹ ਨਹੀਂ ਸਿੱਖ ਹੈਗੇ। ਜੇ ਉਹ ਗੁਰਬਾਣੀ ਤੋਂ ਉਲਟ ਚੱਲਦਾ ਹੈ ਸਿੱਖਿਆ ਤੋਂ, ਉਹ ਕੈਸਾ ਸਿੱਖ? ਉਹ ਕੁਸਬੈਠੀਆ ਸਿੱਖ ਹੈ, ਗੁਰੂ ਨੂੰ ਔਰ ਸਿੱਖੀ ਨੂੰ ਬਦਨਾਮ ਕਰਨ ਵਾਲਾ। ਅਸੀਂ ਨਹੀਂ ਉਹਨੂੰ ਮੰਨਦੇ ਸਿੱਖ, ਅਸੀਂ ਨਹੀਂ ਕਹਿੰਦੇ ਵੀ ਉਹ ਸਿੱਖ ਹੈ, ਉਹ ਕਹੀ ਜਾਵੇ ਸਿੱਖ ਹੈ। ਦੁਨੀਆ ਉਹਨੂੰ ਕਹਿਤਾ ਵੀ ਸਿੱਖ ਨਾ ਮੰਨੋ, ਖਤਮ। ਜੇ ਕੋਈ ਕਹੇ ਮੈਂ ਰਾਸ਼ਟਰਪਤੀ ਹਾਂ ਹਿੰਦੁਸਤਾਨ ਦਾ, ਕਹਿੰਦਾ ਰਹੇ, ਬਾਹਰ ਬੈਠਾ ਰਹੇ। ਪਬਲਿਕ ਹਿੰਦੁਸਤਾਨ ਨੇ ਥੋੜ੍ਹੀ ਮੰਨ ਲਿਆ ਰਾਸ਼ਟਰਪਤੀ, ਬੈਠਾ ਹੀ ਰਿਹਾ, ਬਾਹਰ ਰਾਸ਼ਟਰਪਤੀ ਬਣਿਆ। ਚਲੋ ਕਰੰਸੀ ਛਪਾ ਲਵੇ, ਜੋ ਮਰਜ਼ੀ ਕਰ ਲਵੇ, ਅਸੀਂ ਮੰਨਦੇ ਹਾਂ, ਸਾਡੀ ਮਰਜ਼ੀ, ਅਸੀਂ ਨਹੀਂ ਮੰਨਦੇ ਰਾਸ਼ਟਰਪਤੀ। ਅਸੀਂ ਤਾਂ ਬਣਾਇਆ ਹੋਇਆ ਆਪਣਾ ਰਾਸ਼ਟਰਪਤੀ, ਸਾਡਾ ਹੈਗਾ। ਬਕਵਾਸ ਕਰਦਾ ਕਰੀ ਜਾਵੇ ਬਾਹਰ, ਜਿਹੜਾ ਬਕਵਾਸ ਕਰਦਾ ਮੈਂ ਸਿੱਖਾਂ ਕਰੀ ਜਾਵੇ, ਗੁਰੂ ਕਹੂਗਾ ਸਿੱਖ ਕੌਣ ਹੈ ਕੌਣ ਨਹੀਂ ਹੈ। ਕੋਈ ਧੱਕੇ ਨਾ ਬਣ ਜੂਗਾ ਸਿੱਖ ਹੈ ਗੁਰੂ ਦਾ, ਇਹਦਾ ਖੋਟੇ ਖਰੇ ਦੀ ਗਾਹਾਂ ਜਾ ਕੇ ਪਛਾਣ ਹੋਊ। ਇਹ ਤਾਂ ਹਿੰਦੁਸਤਾਨ ਦੀ ਜਨਤਾ ਫੈਸਲਾ ਕਰੂਗੀ ਸਾਡਾ ਰਾਸ਼ਟਰਪਤੀ ਕੌਣ ਹੈ। ਇਹ ਤਾਂ ਸੱਚਖੰਡ ਦੀ ਜਨਤਾ ਫੈਸਲਾ ਕਰੂਗੀ ਸਿੱਖ ਕੌਣ ਹੈ, ਗੈਰ ਸਿੱਖ ਕੌਣ ਹੈ। ਬਾਣੀ ਸੱਚਖੰਡ ਤੋਂ ਆਈ ਹੋਈ ਹੈ। ਸੰਵਿਧਾਨ ਹਿੰਦੁਸਤਾਨ ਦੀ ਜਨਤਾ ਨੇ ਬਣਾਇਆ ਹੋਇਆ, ਸਵੀਕਾਰ ਕੀਤਾ ਹੋਇਆ। ਜੋ ਸੰਵਿਧਾਨ ਦੇ ਅਨੁਕੂਲ ਹੈ ਰਾਸ਼ਟਰਪਤੀ ਸਾਡਾ ਉਹ ਹੈ, ਪ੍ਰਧਾਨ ਮੰਤਰੀ ਉਹ ਹੈ, ਜਿਵੇਂ ਬਣਿਆ ਹੋਇਆ, ਜਿਵੇਂ ਸਾਡਾ ਨਿਯਮ ਹੈ। ਵੋਟਾਂ ਨਾਲ ਬਣ ਗਿਆ, ਠੀਕ ਹੈ, ਬਣ ਗਿਆ, ਉਹ ਗੱਲ ਅਲੱਗ ਹੈ। ਕਮੀਆਂ ਨੇ ਆਪਸ ਵਿੱਚ ਹੀ ਬਹਿਸ ਚੱਲਦੀ ਹੈ, ਉਹ ਗੱਲ ਅਲੱਗ ਹੈ। ਫਿਲਹਾਲ ਹੈ ਤਾਂ ਰਾਸ਼ਟਰਪਤੀ ਹੋ, ਪ੍ਰਧਾਨ ਮੰਤਰੀ ਹੋਈ ਹੈ, ਮੰਨਣਾ ਪਊਗਾ ਹੀ। ਸਾਰੀ ਬਾਹਰਲੀ ਦੁਨੀਆ ਦੇਸ਼ਾਂ ਨੂੰ ਮੰਨਣਾ ਪਊਗਾ ਹੀ। ਆਪਣੇ ਆਪ ਕੋਈ ਕਿਵੇਂ ਬਣ ਜੂਗਾ ਸਿੱਖ? ਇਹ ਗੱਲ ਕਹਿਣ ਵਾਲੀ ਹੋ ਸੀ, ਇਹ ਤੇ ਬਿਨਾਂ ਸਰਨਾ ਹੀ ਹੈ ਨਹੀਂ ਸੀ। ਇਹਨਾਂ ਦਾ ਹੱਥ ਚੱਕ ਲਈ। ਹੁਣ ਉਹਨਾਂ ਦਾ ਰੌਲਾ ਪੈ ਗਿਆ, ਬੜੇ ਅਮਰਨਾਥ ਦੀ ਯਾਤਰਾ ਤੇ ਫੰਡ ਇਕੱਠਾ ਕਰਦੇ ਨੇ, ਅਖਬਾਰਾਂ 'ਚ ਆਉਣ ਲੱਗ ਗਈ। ਇਹ ਤਾਂ ਦੁਕਾਨਦਾਰੀਆਂ ਨੇ ਲੋਕਾਂ ਨੇ ਬੁਲਾਈਆਂ ਹੋਈਆਂ, ਧਰਮ ਦੇ ਨਾਂ ਤੇ ਕਰੋੜਾਂ ਰੁਪਏ ਆਉਂਦੇ ਨੇ। ਦੁਕਾਨਦਾਰੀਆਂ ਨੇ, ਇਹ ਸੇਵਾ ਹੈ, ਦੁਕਾਨਦਾਰੀਆਂ ਨੇ। ਦੁਕਾਨਦਾਰੀਆਂ ਵਾਲੇ ਕਹਿੰਦੇ ਅਸੀਂ ਧਾਰਮਿਕ। ਧਰਮ ਕੀ ਹੈ ਜਾਂ ਨਹੀਂ ਹੈ, ਇਹਦਾ ਫੈਸਲਾ ਦਰਗਾਹ ਜਾ ਕੇ ਹੋਊਗਾ। ਇਹ ਸੰਸਾਰ 'ਚ ਸਭ ਧੋਖਾ ਹੈ, ਧਰਮ ਦੇ ਨਾਂ ਤੇ ਧੋਖਾ ਹੈ। ਜਿਹੜਾ ਕਰੂਗਾ ਭਰੂਗਾ, ਰੌਲਾ ਮੁੱਕਿਆ। ਦੁਨੀਆ ਵੀ ਜਾਣਦੀ ਹੈ ਸਾਰੀ, ਕਰੀ ਜਾਵੇ। ਧਰਮ ਛੋੜ, ਧਨ ਕੋਊ ਖਾਏ। ਧਨ ਹੈ, ਇੱਕ ਧਰਮ ਹੈ, ਧਰਮ ਨੂੰ ਛੱਡ ਕੇ ਧਨ ਖਾ ਸਕਦਾ। ਜਿਹੜਾ ਧਰਮ ਰੱਖਣਾ ਜਿਹਨੇ, ਉਹ ਧਨ ਨਹੀਂ ਖਾ ਸਕਦਾ। ਗੁਰੂ ਸਾਹਿਬ ਨੇ ਕਿਹਾ ਵੀ ਇਹ ਸਿੱਖੀ ਲੈਣੀ ਹੈ ਤਾਂ ਤਨਖਾਹ ਕੋਈ ਨਹੀਂ, ਜੇ ਤਨਖਾਹ ਲੈਣੀ ਹੈ ਤਾਂ ਸਿੱਖੀ ਕੋਈ ਨਹੀਂ। ਟਾਲਾਂ ਭਰ ਕੇ ਮਾਇਆ ਦੀਆਂ ਹਜ਼ੂਰ ਸਾਹਿਬ ਦਿੱਤੀਆਂ, ਬਿਨਾਂ ਗਿਣੇ ਤੇ ਹੀ। ਉਹ ਕਹਿੰਦੇ ਭਾਈ ਘਟਦਾ ਨਹੀਂ ਹੈ, ਇੱਕ ਢਾਲ ਆਉਂਦੀ ਹੈ, ਕਹਿੰਦੇ ਦੋ ਦੇ ਦਿਓ। ਪਹਿਲਾਂ ਕੈਲਕੂਲੇਟ ਜਿਹਾ ਕਰਕੇ ਦੇਖ ਲਿਆ, ਢਾਲ ਭਰ ਲਈ, ਢਾਲ 'ਚ ਪਾ ਲਈ ਉਹ ਮੋਹਰਾਂ,
जब भर गई कहते चल ठीक है अटा साटा या इन्ना ही भर दे जाओ जिमें आप अगे मिल के कर देंगे पीपे नहीं मिल लेंगे बोर्ड दे कहते एक होर दे दो इन्होंने कोई नहीं ये बहुत दूर आए ने हुण जाना भी है पर सिक्खी कोई नहीं सिक्खी नहीं मिलनी है चाल एक होर ले लो माया दी तो अज कितने हैं वो अज बच्चे ही ने साडे वो अज भी माया ही लैणगे खून उही चलदा उन्हां च सिक्खी की लोड़ नहीं है उन्होंने अज भी जिन्होंने माया की लोड़ है उन्होंने सिक्खी की लोड़ है नहीं जिन्होंने सिक्खी की लोड़ है उन्होंने माया की लोड़ है नहीं यही रहूगी ये तो साढ़े को इतिहास लिखा होया है ये तो हुई हुई गल है जिन्होंने गोलकों से निगाह रखनी है सिक्खी बिल्कुल सिख नहीं उन्होंने गुरु तो उन्होंने सिख मनता नहीं वो अपने आप को मानते हैं धोखे च ने वो बहुत बड़े धोखे च ने हाँ जी माया इत्थे रह जानी है जन्म दो ते लगे होया ये जन्म ये माया नालों ज़्यादा कीमती है शायद उन्हों का जन्म बहुत सस्ता है वो जन्म बहुत सस्ता बेच रहे हैं सस्त जुआ खेडदा कोई जहारी जुआ लग्या है जन्म लग्या है दो ते उन्होंने सस्ता बेच देना है माया जे कमा भी लैणगे इत्थे रह जानी है कहना वो रोटियां उही उन्होंने खाणियां उही असीं खाणियां ने सारिਆਂ ने उही खाणियां ने लै तो कुछ भी नहीं जाना ਇਹਦਾ मतलब गुरबाणी का उन्होंने कोई असर नहीं जो कुछ गुरबाणी ने कहा कोई असर नहीं उन्होंने होया जे असर गुरबाणी का नहीं होया सिक्खी कित्थे उन्होंने किवें कह सकते हैं असीं सिख हां वैसे तो लिख ये मन गए ने भी सिख है नहीं कोई हुण तां कोर्ट च मन गए ने भी सिख है नहीं कोई उहो जिहा वधिया गल है चंगी गल है सियाणे ने जे मन गए इत्थे ही मन गए गाहां दा कह नहीं सकते सिख हुण इत्थे ही मन गए तो हाँ जी रही धूर पूरन परी कट लुथन रही धूर पूरन धूड़ बस उड़ती है रही कट लुथन परी कट लुथन हाँ लोथा ते कट बजदा है जिहड़ा शरीर नाल जुड़िया होया ना अपने आप नूं देह समझदा इहदे ते तलवार चलदी है ज्ञानवानां दी भी तूं तां फिर की आत्मा शरीर नाल वखरी है जब तू कहना मेरा तो शरीर अज कम नहीं करता तू कौन है फिर शरीर तेरा है तेरा शरीर है तू कौन है ये कट बज गया लोते हुण वो दूई तलवार थोड़ी बजनी लुथंग देखो लुथंग लिखा है वो मरे ते कोई कट मारदा हुंदा जिउंदे ते मारीदा परी कट लुथंग है वो लोते किहने कट मारना कट तो जिउंदे दे मारूगा जिउंदे नूं लोथ नहीं कह सकते इत्थे ही सी इहदे अर्थ पे इत्थों ही अर्थ बुझने दे बुझने वाली गल है उन्होंने सब कुछ लिखिया होया ये साडी बुद्धि असीं थोड़ा जिहा काला चलदा घोड़ा साडा बेलगाम है ना लगाम नहीं है जे लगाम हुंदी खिच के चलदे फिर तो बुझ लिया करदे बेलगामा घोड़ा वो लोथंग लिखिया होया लोथ ते नहीं कोई मारदा हुंदा घट लड़ाई च लोथां दे टक मारदे ने वो जिहड़ा डिग्या पिया जिउंदा उहनूं नहीं कोई कुछ कहंदा भी चल ये किहड़ा अपने खिलाफ है हुण आपां नूं जिहड़ा कुछ करन जोगा है साडे मुखालफ ते उहनूं अगले मारदे ने जंग च भी इहनूं बेकार कर दो विरोध करन जोगा ना रहे जिउंदा रहे कोई गल नहीं इउं नहीं करदे हुंदे जंगां दे विच मारदे नहीं हुंदे उहनूं बेकार लड़न तो बेकार करदे हुंदे ने किवें हो जावे चाहे ਜਿਹੜਾ ਲੜਨ ਤੋਂ ਬੇਕਾਰ ਹੈ ਪਿਆਰ ਹੈ ਫਿਰ ਉਹਦਾ ਤਾਂ ਇਲਾਜ ਕਰਦੇ ਹੁੰਦੇ ਨੇ ਸਮਾਂ ਚੱਕਦੇ ਨੇ ਉਹਨਾਂ ਨੂੰ ਰੈੱਡ ਕਰਾਸ ਵਾਲੇ ਖੂਨ ਵੀ ਚੜਾਉਂਦੇ ਨੇ ਉਹਨਾਂ ਨੂੰ ਦਵਾਈ ਬੂਟੀ ਵੀ ਕਰਦੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਚ ਰਿਹਾ ਜਿੰਨਾ ਚਿਰ ਹਥਿਆਰ ਚਲਾਉਂਦਾ ਉਹ ਜਾਂ ਹਥਿਆਰ ਸੁੱਟ ਗਿਆ ਫਿਰ ਉਹਨੂੰ ਕੀ ਕਹਿਣਾ ਡਾਕੂ ਨੂੰ ਨਹੀਂ ਕੁਛ ਕਹਿੰਦੀ ਪੁਲਿਸ ਹਥਿਆਰ ਸੁੱਟ ਦੇਵੇ ਫਿਰ ਹੀ ਕੁਛ ਕਹਿੰਦੇ ਹਾਂਜੀ अनावर्त बीरंग महावर्त धारी कट लुथंगा जिहड़े मूर्ति पूजा वाले ने ना मूर्ति लोथ हुंदी है मूर्ति की लोथ है फिर लोथ की पूजा नहीं करी दी हुंदी इदों तां जिउंदे दी पूजा कर लो किसी दी माँ बाप जिउंदे ने उन्हां दी पूजा नहीं करते तुसीं उन्हां दी सेवा नहीं करते मूर्ति तुहानूं की दे दूगी जे ये भी इन्ना भी प्रचार करिए चलो रब नूं छड्डो अगे चली गई गल
ਕਮ ਤੋਂ ਕਮ ਬੱਚਿਆਂ ਨੂੰ ਇਹ ਤਾਂ ਮੈਸੇਜ ਮਿਲਦਾ ਵੀ ਭਾਈ ਮਾਂ-ਬਾਪ ਨੂੰ ਹੀ ਪੂਜ ਲਓ, ਰੱਬ ਨੂੰ ਛੱਡ ਲਓ, ਇਹਨਾਂ ਨੂੰ ਇਹ ਖੁਸ਼ ਰੱਖ ਲਓ। ਜਦ ਮਾਂ-ਬਾਪ ਬੱਚੇ ਨੂੰ ਪਾਲਦੇ ਨੇ ਇੰਨੇ ਪ੍ਰੇਮ ਨਾਲ, ਤੁਹਾਡਾ ਪ੍ਰੇਮ ਕਿੱਥੇ ਚਲਾ ਗਿਆ? ਤੁਹਾਡੇ 'ਚ ਨਫ਼ਰਤ ਕਿਉਂ ਆ ਗਈ? ਕਿਹੜੀ ਗੱਲ ਦੀ ਆਈ ਹੈ ਦੱਸੋ? ਕੀ ਲੁਕੋ ਕੇ ਰੱਖਿਆ ਇਹਨਾਂ ਨੇ ਤੁਹਾਡੇ ਕੋਲ? ਕੋਈ ਰੱਖਦਾ ਹੀ ਨਹੀਂ ਲੁਕੋ ਕੇ। ਕਰਜ਼ਾ ਚੱਕ ਕੇ ਵੀ ਤੁਹਾਡਾ ਜਿਹੜਾ ਕੋਈ ਟਾਈਮ ਸੀ ਆਪਣਾ, ਉਹਨੇ ਕਰਜ਼ਾ ਵੀ ਲੈ ਲਿਆ, ਚਾਹੇ ਕਰਜ਼ਾ ਦੇ ਵੀ ਦਿੱਤਾ, ਔਖਾ ਵੀ ਕੱਟਿਆ, ਜੋ ਵੀ ਕੁਛ ਹੈ, ਟੈਨਸ਼ਨਾਂ ਵੀ ਕੱਟੀਆਂ, ਤੇ ਤੁਸੀਂ ਹੁਣ ਲਾਪਰਵਾਹੀ ਕਰਦੇ ਹੋ। ਔਰ ਜਾਂਦੇ ਹੋ ਰੋਜ਼ ਮੰਦਰ 'ਚ, ਜਾਂਦੇ ਹੋ ਤੀਰਥਾਂ ਤੇ, ਤੁਹਾਡੇ ਤੀਰਥ ਕੀ ਕਰਨਗੇ? ਜੇ ਇੰਨੀ ਵੀ ਪੜ੍ਹਾਈ ਕਰਾਉਣੇ ਸੰਤ, ਇੰਨੀ ਉਹ ਬਥੇਰੀ ਹੈ। ਸਮਾਜਿਕ ਸੁਧਾਰਤਾ ਹੋਵੇ, ਉਹ ਇਹਦੇ ਨਾਲ ਅਗਲਾ ਸੁਧਾਰ ਤਾਂ ਆਪੇ ਹੋ ਜਾਣਾ। ਜਹਾਂ ਸੁਮਤੀ ਤਹਾਂ ਸੰਪਤੀ ਨਾਨਾ। ਅੱਗੇ ਤੁਰੂ ਜੇ ਇੱਕ ਦਾਇਰੇ 'ਚੋਂ ਬਾਹਰ ਨਿਕਲੂਗਾ, ਪਾਪ ਦੇ ਦਾਇਰੇ 'ਚੋਂ ਬਾਹਰ ਨਿਕਲੂ ਤਾਂ ਗਾਹਾਂ ਤੁਰੂ। ਅਜੇ ਤਾਂ ਪਾਪ ਦੇ ਦਾਇਰੇ 'ਚ ਫਸੇ ਹੋਏ ਨੇ। ਮਾਂ ਬਾਪ ਦੀ ਗੱਲ ਨਾ ਸੁਣਨੀ, ਉਹਨਾਂ ਨਾਲ ਉਹਨਾਂ ਦੀ ਗੱਲ ਦਾ ਧਿਆਨ ਨਾ ਦੇਣਾ, ਆ ਉਹ ਅੰਦਰ ਉਹਨਾਂ ਦੇ ਅੰਦਰ ਸਾਡੇ ਪ੍ਰਤੀ ਕੁਛ ਗੁੱਸਾ ਰਹੇ ਵੀ ਸਾਡੇ ਨਾਲ ਉਹੋ ਜਿਹਾ ਵਿਹਾਰ ਨਹੀਂ ਕੀਤਾ ਜਿਹੋ ਜਿਹਾ ਅਸੀਂ ਚਾਹੁੰਦੇ ਸੀ, ਇਹ ਤਾਂ ਇੱਕ ਪਾਪ ਹੈ। ਇਹ ਤੋਂ ਬੜਾ ਪਾਪ ਕੀ ਪਾਪ ਹੈ? ਇੱਕ ਮਜ਼ਦੂਰ ਹੈ, ਸਾਡੇ ਦਿਨ 'ਚ ਮਜ਼ਦੂਰੀ ਕਰਦਾ, ਸ਼ਾਮ ਨੂੰ ਅਸੀਂ ਉਹਨੂੰ ਪੈਸੇ ਨਾ ਦਈਏ, ਉਹਦੀ ਆਤਮਾ ਕੀ ਕਹੂ? ਇੱਕ ਦਿਨ ਦੀ ਮਜ਼ਦੂਰੀ ਦੇ ਪੈਸੇ ਨਾ ਦਈਏ, ਇਹਦੀ ਤਾਂ 40 ਸਾਲ ਦੀ ਮਜ਼ਦੂਰੀ ਹੈ, 50 ਸਾਲ ਦੀ, ਔਰ ਆਦਮੀ ਨੇ ਦਿੱਤਾ ਸਭ ਕੁਝ ਬਣਾ ਕੇ। ਇਹਦੀ ਸਾਰੀ ਉਮਰ ਦੀ ਮਜ਼ਦੂਰੀ ਦਾ ਕੀ ਮੁੱਲ ਪਾਇਆ ਉਹਨਾਂ ਨੇ? ਜੇ ਇਸ ਐਂਗਲ ਤੋਂ ਤੁਸੀਂ ਪੜ੍ਹਾਓ, ਬ੍ਰੇਨ ਵਾਸ਼ ਹੋ ਸਕਦਾ, ਪਰ ਕਰੇ ਕੌਣ? ਕਰੇ ਕੌਣ? ਇਹ ਦੱਸੋ ਵੀ ਕੀ ਲੈ ਗਏ? ਉੱਥੇ ਰੱਖ ਦੇਣਾ ਤੁਸੀਂ, ਚੈਨ ਜੇ ਗੱਲ 'ਚ ਉਹ ਵੀ ਲਾ ਲੈਣੀ, ਅੰਗੂਠੀ ਵੀ ਲਾ ਲੈਣੀ ਹੈ, ਲੈ ਕੇ ਤਾਂ ਕੋਈ ਨਹੀਂ ਜਾਣਾ ਕਿਸੇ ਨੇ ਵੀ। ਜੇ ਤੁਸੀਂ ਨਹੀਂ ਕਰੋਗੇ ਤਾਂ ਕਰਨਾ ਤੁਹਾਡਾ ਵੀ ਨਹੀਂ, ਇਹ ਪਰੰਪਰਾ ਹੈ। ਫਿਰ ਇਹ ਪਰੰਪਰਾ ਬਣ ਜਾਊਗੀ। ਉਹ ਵੀ ਦੇਖ ਰਹੇ ਨੇ, ਤੁਹਾਡੇ ਬੱਚੇ ਵੀ। ਤੇ ਆਪੇ ਜੋ ਉਪਦੇਸ਼ ਹੈ, ਜੋ ਸਿੱਖਿਆ ਹੈ, ਉਹ ਬ੍ਰੇਨ ਵਾਸ਼ ਕਰਦੀ ਹੈ, ਪਰ ਸਿੱਖਿਆ 'ਚ ਜਾਨ ਹੋਵੇ ਗੱਲ 'ਚ। ਅੱਜ ਨੈਤਿਕਤਾ ਦਾ ਰੌਲਾ ਪਾਉਂਦੇ ਨੇ। ਨੈਤਿਕਤਾ ਆਊ ਕਿੱਥੋਂ? ਇਹਨਾਂ 'ਚ ਨੈਤਿਕਤਾ ਹੈ ਕਿਹਦੇ ਵਿੱਚ? ਸਕੂਲਾਂ ਕਾਲਜਾਂ ਨੈਤਿਕਤਾ ਕਿੱਥੇ ਹੈ? ਵਿਦਿਆ ਤਾਂ ਵੇਚੀ ਜਾਂਦੀ ਹੈ, ਬਲੈਕ ਕੀਤੀ ਜਾਂਦੀ ਹੈ। ਜਿੱਥੇ ਵਿਦਿਆ ਦੀ ਉਹ ਬਲੈਕ ਹੋ ਜਾਵੇ, ਉੱਥੇ ਅਨਰਥ ਹੋ ਜਾਂਦਾ। ਫਿਰ ਇਹੋ ਜਿਹਾ ਟਾਈਮ ਆਉਂਦਾ, ਮਨਮੁਖ ਵਿਦਿਆ ਵਿਕਰਦਾ ਹੈ। ਇੱਥੇ ਵਿਦਿਆ ਦੀ ਤਾਂ ਬਲੈਕ ਹੁੰਦੀ ਹੈ। ਤਕੜਾ ਆਦਮੀ ਵਿਦਿਆ ਲੈ ਸਕਦਾ, ਮਾੜਾ ਤਾਂ ਲੈ ਹੀ ਨਹੀਂ ਸਕਦਾ। ਕਾਬਲ ਹੈ, ਲੇਕਿਨ ਉਹ ਆਰਥਿਕ ਤੌਰ ਤੇ ਤਕੜਾ ਨਹੀਂ ਹੈ, ਉਹਨੂੰ ਨਹੀਂ ਮਿਲ ਸਕਦੀ ਨਾ ਗਿਆਨ ਨਾ ਵਿਦਿਆ। ਇਹ ਤੋਂ ਬੜਾ ਅਨਰਥ ਕੀ ਹੋਊਗਾ? ਹਾਂਜੀ। ਅਨਾਵਰਤ ਬੀਰੰਗ ਮਹਾਵਰਤ ਧਾਰੀ। ਅਨਾਵਰਤ ਬੀਰੰਗ, ਬੀਰੰਗ ਕੀ ਨੇ? ਅਨਾਵਰਤ ਨੇ। ਅਨਾਵਰਤ ਨੇ, ਵਰਤ ਨਹੀਂ ਰੱਖਦੇ। ਅਨਾਵਰਤ ਬੀਰੰਗ ਇਹੋ ਜਿਹੇ ਵਰਤ ਨਹੀਂ ਰੱਖਦੇ ਜਿਹੋ ਜਿਹੇ ਲੋਕ ਰੱਖਦੇ ਨੇ। ਇਹ ਤਾਂ ਵਰਤਣ ਨੂੰ ਦਿੱਤਾ ਸਭ ਕੁਛ, ਇਹ ਵਰਤਣ ਨੂੰ ਦਿੱਤਾ। ਇਹਦਾ ਵਰਤ ਰੱਖਣਾ ਨੇਚਰ ਤੋਂ ਖਿਲਾਫ ਹੈ। ਜੋ ਚੀਜ਼ ਵਰਤਣ ਨੂੰ ਦਿੱਤੀ ਉਹ ਵਰਤਣੀ ਨਹੀਂ, ਜੋ ਵਰਜੀ ਹੋਈ ਹੈ ਵਰਤਣ ਤੋਂ ਉਹ ਵਰਤਣੀ ਹੈ। ਔਗਣਾਂ ਨਾਲ ਵਰਤਦੇ ਨੇ, ਔਗਣਾਂ ਨਾਲ ਤਾਂ ਵਰਤਦੇ ਨੇ, ਲੋਭ ਨਾਲ ਵਰਤਦੇ ਨੇ ਜਿਹੜਾ ਮਾੜਾ ਹੈ, ਕ੍ਰੋਧ ਨਾਲ ਵਰਤਦੇ ਨੇ ਜਿਹੜਾ ਮਾੜਾ ਹੈ, ਮਾਇਆ ਨਾਲ ਵਰਤਦੇ ਨੇ ਜਿਹੜੀ ਨਾਗਣੀ ਹੈ। ਅੰਨ ਕਹਿੰਦੇ ਨੇ ਖਾਣਾ ਨਹੀਂ, ਅੰਨ ਨਾ ਖਾਇਆ ਸਵਾਦ ਗਵਾਇਆ, ਬਹੁਤ ਦੁੱਖ ਪਾਇਆ ਦੂਜੇ ਪਾਇਆ। ਬਸਤਰ ਨਾ ਪਹਿਰੇ ਐਨਸ ਕਹਿ ਰਹੇ, ਮੋਰ ਬਿਗੂਤਾ ਕੁਝ ਅੱਗੇ ਗੁਰਬਨ ਸੂਤਾ। ਦੇਖੋ ਨਾ, ਆਹ ਅੱਗੇ ਆਊਗਾ। ਇਹ ਕੀ ਕੀਤਾ ਹੋਇਆ ਇਹਨਾਂ ਚੀਜ਼ਾਂ ਦਾ? ਇਹਨਾਂ ਦੇ ਤੀਰ ਮਾਰੇ ਹੋਏ ਨੇ ਵਰਤ ਵਾਲਿਆਂ ਦੇ। ਵਰਤ ਕੱਟੇ ਨੇ, ਨੇਮ ਕੱਟੇ ਹੋਏ ਨੇ। ਮਹਾਵਰਤ ਧਾਰੀ। ਚਲੋ ਚੌਪ ਕੇ ਤੁੰਦ ਨੱਚੇ ਤੰਤਾਰੀ।
ਤਤ ਆਰੀ। ਹਾਂ ਬੜੇ ਚੌਪ ਕੇ ਚੜੇ ਨੇ। ਚੜਿਓ ਚੌਪ ਕੇ ਤੁੰਦ ਨੱਚੇ ਤਤ ਆਰੀ। ਹਾਂ ਉਹਨਾਂ ਨੇ ਵਰਤਾਂ ਦਾ ਵਿਰੋਧ ਕੀਤਾ ਹੈ। ਵਰਤ ਕਿਹਦੇ ਪੈਦਾ ਕੀਤੇ ਹੋਏ ਨੇ? ਵਰਤ ਪੰਡਤ ਦੇ ਪੈਦਾ ਕੀਤੇ ਹੋਏ ਨੇ, ਵਰਤ ਬ੍ਰਾਹਮਣ ਦੇ ਪੈਦਾ ਕੀਤੇ ਹੋਏ ਨੇ। ਜੋਗੀ ਵਰਤ ਨਹੀਂ ਰੱਖਦੇ। ਜੋਗੀ ਤਾਂ ਸਦਾ ਵਰਤੀ ਹੋ ਰਹਿੰਦੇ ਨੇ। ਜਿਹਨੇ ਅੱਠੀ ਪਹਿਰੀ ਖਾਣੀ ਆ ਰੋਟੀ, ਕਦੇ ਮਿਲ ਗਈ ਕਦੇ ਨਾ ਮਿਲ ਗਈ, ਉਹਦਾ ਰੋਜ਼ ਹੀ ਵਰਤ ਰਹਿੰਦਾ ਹੈ। ਉਹਦਾ ਮਿਲ ਗਈ ਤਾਂ ਖਾਣੀ ਹੈ, ਉਹਦਾ ਤਾਂ ਆਪੇ ਵਰਤ ਹੈ। ਕਹਿੰਦਾ ਨੱਕ ਨੱਥ ਖਸਮਤ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚੇ। ਨਾਨਕ ਨੇ ਕਦੇ ਵਰਤ, ਉਹਦਾ ਰੋਜ਼ ਹੀ ਵਰਤ ਰਹਿੰਦਾ, ਉਹਦਾ ਤਾਂ ਰੋਜ਼ ਹੀ ਵਰਤ ਹੈ। ਵਰਤ ਰੱਖਣਾ ਝੂਠ ਤੋਂ, ਵਰਤ ਰੱਖਣਾ ਵਿਕਾਰਾਂ ਤੋਂ। ਆਤਮਾ ਨੂੰ ਵਰਤ ਰੱਖਣਾ ਆਤਮ ਲੈਵਲ ਤੇ। ਬੁੱਧੀ ਨੇ ਆਹ ਚੀਜ਼ ਖਾਣੀ ਹੈ, ਆਹ ਚੀਜ਼ ਨਹੀਂ ਖਾਣੀ, ਆਹ ਚੀਜ਼ ਦੇਖਣੀ, ਆਹ ਚੀਜ਼ ਨਹੀਂ ਦੇਖਣੀ, ਆਹ ਚੀਜ਼ ਸੁਣਨੀ, ਆਹ ਚੀਜ਼ ਨਹੀਂ ਸੁਣਨੀ, ਉਹ ਵਰਤ ਹੈ ਸਾਡਾ। ਇਹ ਨੇਤਰੋ ਮੇਰਿਓ ਹਰ ਤੁਮੇ ਜੋ ਤਰੀ ਹਰ ਵਿਰੋਂ ਵੱਲ ਦੇਖੋ ਤਾਂ ਕੋਈ ਵਰਤ ਰੱਖ ਲਓ, ਇਹ ਵਰਤ ਹੈ। ਇਹ ਤਾਂ ਰੱਖਿਆ ਨਹੀਂ, ਇਹਦਾ ਤਾਂ ਨੁਕਸਾਨ, ਇਹਦਾ ਤਾਂ ਫਾਇਦਾ ਸੀ ਵਰਤ ਰੱਖੇ ਦਾ, ਉਹਦਾ ਪ੍ਰਚਾਰ ਹੀ ਨਹੀਂ ਕੀਤਾ। ਇਹ ਸਰਬਣੋ ਮੇਰਿਓ, ਇਹ ਸਰਬਣੋ ਮੇਰਿਓ ਸਾਚੇ ਸੁਣਨੇ ਨੂੰ ਬਿਠਾਏ, ਸਾਚੇ ਸੁਣਨੇ ਨੂੰ ਬਿਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਸਤ ਬਾਣੀ ਸੁਣੋ, ਝੂਠੀ ਨਾ ਸੁਣੋ। ਲੇਕਿਨ ਸਾਖੀਆਂ ਸੁਣਦੇ ਆ, ਗੁਰਬਾਣੀ ਨਹੀਂ ਸੁਣ ਰਹੇ। ਗੁਰਬਾਣੀ ਦੀ ਕਥਾ ਨਹੀਂ ਸੁਣਦੇ, ਕਹਿੰਦੇ ਸਾਖੀਆਂ ਸੁਣਾਓ। ਝੂਠ ਬਾਣੀ ਸੁਣਦੇ ਨੇ, ਕੱਚੀ ਬਾਣੀ ਸੁਣਦੇ ਨੇ, ਗੁਰਦਾਸ ਦੀਆਂ 12 ਪੜ੍ਹਦੇ ਨੇ, ਸੁਣਦੇ ਨੇ, ਸੰਤਾਂ ਦੀਆਂ ਧਾਰਨਾਵਾਂ ਸੁਣਦੇ ਨੇ। ਗੁਰਬਾਣੀ ਦਾ ਵਰਤ ਨਹੀਂ ਰੱਖਿਆ, ਸਿੱਖੀ ਦੀ ਆਹ ਹਾਲਤ ਹੋ ਗਈ। ਹੋ ਜਾਣੀ ਸੀ। ਡਾਕਟਰ ਦਾ ਕਹਿਣਾ ਨਹੀਂ ਮੰਨੋਗੇ, ਸ਼ੂਗਰ ਤਾਂ ਹੋਏ ਜਾਣੀ ਹੈ ਭਾਈ। ਉਹ ਕਹਿੰਦਾ ਤੂੰ ਨਾ ਚੀਨੀ ਜ਼ਿਆਦਾ ਖਾਇਆ ਕਰ, ਤੂੰ ਖਾਣ ਲੱਗ ਗਿਆ ਗੁੜ ਜ਼ਿਆਦਾ ਮਿੱਠਾ, ਤੈਨੂੰ ਸ਼ੂਗਰ ਹੋ ਜਾਣੀ ਹੈ। ਹਾਲੇ ਤਾਂ ਹੋਈ ਨਹੀਂ, ਹੋ ਜੂਗੀ, ਤੂੰ ਚੀਨੀ ਛੱਡ ਦੇ, ਘਟਾ ਦੇ। ਉਹ ਕਹਿੰਦਾ ਵੀ ਹੋਰ ਖਾ ਲਓ ਹੁਣ। ਇਹ ਤਾਂ ਡਾਕਟਰ ਦਾ ਕਮਲਾ ਹੈ, ਡਾਕਟਰ ਦਾ ਕਮਲਾ ਹੈ। ਇਹ ਤਾਂ ਰੱਬ ਨੇ ਨਹੀਂ ਛੱਡਿਆ ਗੁੜ। ਤਾਂ ਰੱਬ ਕੋ ਗਿਆ ਸੀ ਗੁੜ, ਕਹਿੰਦਾ ਮੈਨੂੰ ਹਰੇਕ ਖਾ ਲੈਂਦਾ, ਕਹਿੰਦਾ ਪਰੇ ਹੋ ਜਾ, ਮੇਰਾ ਵੀ ਜੀ ਕਰਦਾ ਖਾਣ ਨੂੰ। ਡਾਕਟਰ ਦਾ ਕਮਲਾ, ਉਹਨੂੰ ਤਾਂ ਫਿਰ ਭਾਈ ਸ਼ੂਗਰ ਹੋਣੀ ਹੋਈ ਹੈ। ਜੇ ਡਾਕਟਰ ਕਮਲਾ ਹੈ ਤਾਂ ਸ਼ੂਗਰ, ਜੇ ਮੇਰਾ ਵੈਦ ਗੁਰੂ ਗੋਬਿੰਦ ਦਾ ਕਮਲਾ ਹੈ ਤਾਂ ਫਿਰ ਤੁਹਾਨੂੰ ਤਾਂ ਬਕਾਰੀ, ਤਾਂ ਤੁਸੀਂ ਸਰੀਰ ਬਕਾਰ ਤਾਂ ਹੋਣਾ ਹੀ ਹੈ, ਬਕਾਰੀ ਹੋ ਗਏ ਸਾਰੇ। ਬਕਾਰਾਂ ਤੋਂ ਵਰਤ ਰੱਖਣੇ ਸੀ, ਨਹੀਂ ਸੀ ਸੁਣਨਾ ਕੁਛ ਵੀ। ਕੱਚੀ ਬਾਣੀ ਨਹੀਂ ਸੀ ਸੁਣਨੀ, ਕੱਚੀ ਬਾਣੀ ਉਹ ਸੁਣਦੇ ਆ, ਕੱਚੀ ਬਾਣੀ ਸੁਣਦੇ ਆ। ਤੇ ਆਹ ਹਾਲਤ ਹੋ ਗਈ। ਇਦੋਂ ਵੀ ਭੈੜੀ ਹੋਣ ਵਾਲੀ ਹੈ, ਚੰਗੀ ਨਹੀਂ ਹੋਣ ਵਾਲੀ। ਭੈੜੀ ਹੋਈ ਹੈ, ਤਲਵਾਰਾਂ ਚੱਲਣ ਲੱਗੀਆਂ, ਪਾਰਟੀਆਂ ਬਣੀਆਂ। ਖੇਰੂ ਕਿੱਥੇ ਹੈ? ਯੂਨਿਟੀ ਕਿੱਥੇ ਹੈ? ਪੰਥ ਕਿੱਥੇ ਹੈ? ਕਿਤੇ ਨਹੀਂ ਦਿੰਦਾ ਕੋਈ। ਆਪਣੀ 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 ਮਰਜ਼ੀ ਹੈ ਸਭ ਦੀ। 100 ਸਿਆਣਿਆਂ ਇੱਕ ਮੱਤ, ਮੂਰਖ ਆਪੋ ਆਪਣੀ। ਜੇ ਮੂਰਖ ਹੁੰਦੇ ਆਪੋ ਆਪਣੀ ਮੱਤ ਹੋ ਜਾਂਦੀ ਹੈ। ਹੁਣ ਮੂਰਖ ਹੋ ਗਏ ਸਾਰੇ, ਮੱਤ ਆਪੋ ਆਪਣੀ, ਮਰਜ਼ੀ ਆਪੋ ਆਪਣੀ। ਹਾਂਜੀ। ਖੁਰਮ ਖੇ ਉੱਠੀ ਛਿਓ ਰਥ ਭਾਣੰ। ਖੁਰਮ ਖੇ ਉੱਠੀ, ਖੇ ਹੈ ਹੁਣ ਉਡਾਉਂਦੇ ਇਹ ਸਾਰੇ। ਖੇ ਉੜਦੀ ਹੈ, ਇਹ ਧੂੜ ਨਹੀਂ ਹੈ, ਖੇ ਹੈ। ਹਾਂ ਖੁਰ, ਉਹ ਖੁਰਾਸਾਨ ਖਸਮਾਨਾ ਕੀਆ। ਉੱਪਰ ਧੂਰ ਆਈ ਹੈ, ਰਹੀ ਧੂਰ ਪੂਰਨ ਪਰੀ ਕੱਟ ਲੁੱਥਨ। ਹਾਂ, ਜਿਹੜੀ ਲੋਥ ਨੂੰ ਕੱਟ ਵੱਜਦਾ ਉਹ ਧੂੜ ਹੈ, ਗਿਆਨ ਦੀ, ਗਿਆਨ ਦੀ। ਉਹ ਦੂਈ ਜਿਹੜੀ ਖੇ ਉੜਦੀ ਹੈ। ਖੁਰਮ ਖੇ ਉੱਠੀ ਛਿਓ ਰਥ ਭਾਣੰ। ਉਹ ਖੁਰ ਆ ਗਿਆ ਨਾ ਲਫ਼ਜ਼। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਇੱਥੇ ਆ ਗਿਆ ਖੁਰ ਲਫ਼ਜ਼। ਖੇ ਉੱਠੀ, ਖੁਰਮ ਖੇ ਉੱਠੀ, ਉੱਥੇ ਦਾ ਖੁਰਾਂ ਨਾਲ ਖੇ ਉਡਾਉਂਦੇ ਨੇ। ਛਿਓ ਰਥ ਭਾਣੰ, ਬਸ ਜਿਹੜਾ ਸੂਰਜ ਹੈ ਨਾ, ਸੂਰਜ ਦਾ ਰਥ, ਸੂਰਜ ਨਹੀਂ ਦੀਦਾ ਧੂੜ 'ਚ। ਸੂਰਜ ਦੀ ਧੁੱਪ ਜਿਹੜੀ ਧੁੰਦਲੀ ਹੋ ਗਈ, ਛਾਇਓ ਛਾ ਗਈ, ਅਸਮਾਨ 'ਚ ਖੇ ਛਾ ਗਈ। ਤੇ ਧੁੱਪ ਜਾਂ ਧੂੜ ਛਾ ਜਾਂਦੀ ਹੈ। ਧੁੱਪ ਜਾਣੀ ਦਿਨ ਨੂੰ ਐ ਸਮਝੋ ਹਨੇਰਾ ਹੋ ਗਿਆ, ਹਨੇਰੀ ਨਹੀਂ ਆਉਂਦੀ ਹੁੰਦੀ, ਜਦ ਧੂੜ ਉੱਡਦੀ ਹੈ ਦਿਨ ਨੂੰ ਹਨੇਰਾ ਹੋ ਜਾਂਦਾ। ਐ ਹਨੇਰਾ ਹੋ ਗਿਆ ਦਿਨ ਨੂੰ, ਸੂਰਜ ਦਾ ਰਥ ਢੱਕ ਦਿੱਤਾ।
ਦਿਸ਼ਾ ਬੇਦਿਸ਼ਾ ਭੂ ਨ ਦਿਖਿਆ ਸਮਾਨੰ। ਦਿਸ਼ਾ ਆਲਾ ਦਾਲਾ ਧਰਤੀ ਦਾ ਨਹੀਂ ਦੀਦਾ ਹੈ, ਭੂ ਨ ਦਿਖਿਆ ਸਮਾਨੰ। ਨਾ ਦੇਖਿਆ ਨਾ, ਹਨੇਰਾ ਕਰਤਾ, ਕੁਝ ਨਹੀਂ ਦੀਦਾ ਉੱਥੇ। ਛੁਟੇ ਸ਼ਸਤਰ ਅਸਤਰ ਕੋਈ ਸਮਝ ਨਹੀਂ ਆ ਰਹੀ ਗੱਲ ਦੀ, ਕਿਸੇ ਦੀ ਕੋਈ ਸਮਝ ਨਹੀਂ, ਸਿਰ ਪੈਰ ਹੀ ਨਹੀਂ ਕਿਸੇ ਗੱਲ ਦਾ ਕਹਿਣ ਦਾ। ਹੋਰ ਕੋਈ ਤਾਂ ਅਸਮਾਨ ਤਾਂ ਨਹੀਂ ਢਕਿਆ ਖੇ ਨੇ, ਐਸੀਆਂ ਖੇ ਉਡਾਈਆਂ ਗੱਲਾਂ ਕੀਤੀਆਂ ਨੇ, ਕਿਸੇ ਦੀ ਕੋਈ ਅਕਲ ਦੀ ਗੱਲ ਹੈ ਹੋਈ ਨਹੀਂ, ਸਮਝਦੀ। ਜਿਹਨੇ ਲੋਥ ਕੱਟੀ ਹੈ ਉਹਦੇ ਬਿਨਾਂ ਬਾਕੀ ਸਭ ਬੇਕਾਰ ਗੱਲਾਂ ਨੇ। ਛੁਟੇ ਸ਼ਸਤਰ ਅਸਤਰ ਪਰੀ ਭੀਰ ਭਾਰੀ। ਛੋਟੇ ਸ਼ਸਤਰ ਅਸਤਰ, ਸ਼ਸਤਰ ਵੀ ਚੱਲਦੇ ਨੇ, ਅਸਤਰ ਵੀ ਚੱਲਦੇ ਨੇ, ਭਰੀ ਭੀਰ ਭਾਰੀ। ਬੜੀ ਭਿਆਨਕ ਭੀੜ ਪਈ ਹੋਈ ਹੈ। ਜਿਹੜਿਆਂ ਦੇ ਗੱਲਾਂ ਕੱਟੀਆਂ ਜਾਂਦੀਆਂ ਨੇ ਉਹ ਬੜੇ ਔਖੇ ਹੋਏ ਨੇ, ਜਿਨ੍ਹਾਂ ਦੀਆਂ ਮੱਤਾਂ ਜਾ ਰਹੀਆਂ ਨੇ ਹੁਣ ਝੂਠੀਆਂ ਸਾਬਤ ਹੋ ਰਹੀਆਂ ਨੇ, ਉਹਨਾਂ ਦੇ ਬੜੀ ਭੀੜ ਪਈ ਹੋਈ ਹੈ, ਮੁਸੀਬਤ ਪਈ ਹੋਈ ਹੈ। ਬਚਾ ਕੁਛ ਨਹੀਂ ਉਹਨਾਂ ਦੇ ਕੋਲ, ਜਵਾਬ ਕੋਈ ਨਹੀਂ, ਜਿਹਦੇ ਕੋਲ ਜਵਾਬ ਨਹੀਂ ਸਕਦਾ ਭੀੜ ਹੈ ਉਹਦੇ ਤੇ, ਹੋਰ ਕੀ ਹੈ। ਜੋ ਝੂਠੀਆਂ ਸਾਬਤ ਹੋ ਰਹੀਆਂ ਮੱਤਾਂ, ਉਹਨਾਂ ਤੇ ਇੱਕ ਕਿਸਮ ਦੀ ਭੀੜ ਪੈ ਗਈ। ਛੁਟੇ ਤੀਰ ਕਰਵਾਰ ਕਾਤੀ ਕਟਾਰੀ। ਕਾਤੀ ਕਟਾਰੀ ਆਪਣੀਆਂ ਗੱਲਾਂ ਦਾ ਜ਼ਰੂਰ ਕਰਦੇ ਨੇ, ਜਵਾਬ ਤਾਂ ਜ਼ਰੂਰ ਦਿੰਦੇ ਨੇ, ਪਰ ਪੈਰ ਕਿਸੇ ਦੇ ਨਹੀਂ ਲੱਗਦੇ। ਛੁਟੇ ਤੀਰ ਕਰਵਾਰ ਤਲਵਾਰਾਂ ਕਾਤੀ ਕਟਾਰੀ ਸਭ ਆਪਣੀ ਆਪਣੀ ਗੱਲ ਕਹਿੰਦੇ ਨੇ, ਪਰ ਪੈਰ ਕਿਸੇ ਦੇ ਨਹੀਂ ਲੱਗਦੇ। ਭੀੜ ਸਾਰਿਆਂ ਤੇ ਹੀ ਹੈ। ਡੂੰਘਾ ਨਾ ਸਮੁੰਦਰ, ਹੱਥ ਪੈਰ ਤਾਂ ਸਾਰੇ ਹੀ ਮਾਰਦੇ ਨੇ, ਥੱਲੇ ਪੈਰ ਨਹੀਂ ਲੱਗਦੇ, ਡੁੱਬਦਾ। ਹੱਥ ਪੈਰ ਕਿੰਨਾ ਕੁ ਚਿਰ ਮਾਰੀ ਜਾਊ ਜਾਂ ਥੱਲੇ ਪੈਰ ਨਹੀਂ ਲੱਗਦੇ। ਇੱਕ ਦੇ ਤਾਂ ਗੋਡੇ ਗੋਡੇ ਪਾਣੀ ਹੈ, ਉਹ ਇੱਕ ਕਹਿੰਦਾ ਵੀ ਥਾਂ ਕੋਈ ਨਹੀਂ ਥੱਲੇ। ਇੱਕ ਦੇ ਵਾਸਤੇ ਇਹਨਾਂ ਕੀੜੀ ਵਾਸਤੇ ਠੂਠਾ ਦਰਿਆ ਹੈ। ਉਹਨਾਂ ਕੋਲ ਥੋੜੀ ਹੈ ਨਾ, ਗਿਆਨ ਥੋੜਾ ਹੈ ਨਾ। ਜਿਹਨਾਂ ਕੋਲ ਗਿਆਨ ਥੋੜਾ ਉਹਨਾਂ ਦਾ ਡੰਡਾ ਥੱਲੇ ਨਹੀਂ ਲੱਗਦਾ, ਉਹਨਾਂ ਨੂੰ ਨਹੀਂ ਸਮਝ ਆ ਰਹੀ ਗੱਲ ਦੀ। ਗਹੇ ਬਾਣ ਦੱਤੰ ਅਨਾਦਤ ਮਾਰਿਓ। ਗਾਹੇ ਬਾਣ ਦੱਤੰ, ਦੱਤ ਨੇ ਫਿਰ ਬਾਣ ਕਸਿਆ, ਦੱਤ ਦੀ ਜਿਹੜੇ ਦੱਤ ਵਾਲਾ ਕੋਈ ਬੰਦਾ ਹੈ, ਅਨਾਦਤ ਮਾਰਿਓ। ਅਨਾਦਤ ਤੇ ਮਾਰਿਆ। ਅਨਾਦਤ ਉਹ ਹੈ ਜਿਹੜਾ ਸਿਰਫ ਮਾਇਆ ਸਰੀਰ ਨਾਲ ਜੁੜਿਆ ਹੈ, ਜੋ ਦੱਤਾਤਰੇయ ਦਾ, ਜੋ ਗੁਰਮਤਿ ਦਾ ਨਾਲ ਖੜਾ ਸੀ, ਜੋ ਦੱਤ ਨੇ ਪ੍ਰਚਾਰ ਕੀਤਾ ਹੈ, ਜਿਹੜਾ ਉਹਦੇ ਨਾਲ ਜੁੜਿਆ ਹੋਇਆ ਉਹ ਦੱਤ ਹੈ। ਦੇਖੋ ਗੁਰਮੁਖਾਂ ਦੀ ਬਾਣੀ ਹੈ, ਗੁਰਮੁਖ ਇਹਨੂੰ ਸਮਝ ਸਕਦਾ, ਗੁਰਮੁਖ ਅਰਥਾ ਸਕਦਾ, ਤੇ ਇੱਕੋ ਹੀ ਗੱਲ ਹੋ ਗਈ ਨਾ। ਉਹ ਵੀ ਦਾਤਾ ਹੈ ਜਿਹੜਾ ਦੱਤ ਦੀ ਗੱਲ ਕਰਦਾ ਹੈ, ਉਹ ਦੱਤਾ ਹੀ ਹੈ। ਜਿਵੇਂ ਨਾਨਕ ਦੀ ਜਿਹੜੇ ਗੱਲ ਕਰ ਰਹੇ ਹਨ ਉਹ ਨਾਨਕ ਹੀ ਹੈ। ਨਾਨਕ ਦੀ ਜਿਹਨੇ ਗੱਲ ਨੂੰ ਅੱਗੇ ਵਧਾਇਆ ਉਹ ਨਾਨਕ ਹੀ ਹੈ। ਕਬੀਰ ਗੁਰਮੁਖ ਹੈ, ਜਿਹਨੇ ਗੱਲ ਅੱਗੇ ਵਧਾਈ ਹੈ, ਨਾਨਕ ਗੁਰਮੁਖ ਹੈ। ਸਿੱਧਾ ਨਾਲ ਗੱਲ ਕਰਦਾ ਨਾਨਕ, ਗੁਰਮੁਖ ਨੂੰ ਮੂਹਰੇ ਲੈ ਕੇ ਆਉਂਦਾ ਆਪਣੀ। ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਚੂਕੇ ਆਵਣ ਜਾਣ, ਗੁਰਮੁਖ ਦਰਗਾਹ ਪਾਵੇ ਮਾਣ, ਨਾਨਕ ਗੁਰਮੁਖ ਸਾਇ ਧਿਆਨ। ਗੁਰਮੁਖ ਦੀ ਆਪਣੀ ਨਹੀਂ ਗੱਲ ਕਰ ਰਿਹਾ, ਗੁਰਮੁਖ ਦੀ ਕਰਦਾ। ਗੁਰਮੁਖਾਂ ਦੀ ਇਹ ਗੱਲ ਹੁੰਦੀ ਹੈ। ਕਬੀਰ ਨੇ ਗੁਰਮੁਖ ਲਫ਼ਜ਼ ਵਰਤਿਆ ਨਾ, ਕਬੀਰ ਵਾਲਾ ਹੀ ਲਫ਼ਜ਼ ਕਹਾਂ ਵਰਤਿਆ। ਜੇ ਕਬੀਰ ਗੁਰਮੁਖ ਹੈ, ਜਿੰਨੇ ਗੁਰਮੁਖ ਨੇ ਉਹਨਾਂ ਦੀ ਇਹੀ ਅਵਸਥਾ ਹੁੰਦੀ ਹੈ। ਇਹ ਕਹਿੰਦੇ ਉਹੀ ਗੱਲ ਸਾਨੂੰ ਦੱਸੀ ਹੈ। ਬਾਣੀ ਬਿੱਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਬਿੱਲਾ ਵਿਚਾਰੂਗਾ, ਜੇ ਕੋ ਗੁਰਮੁਖ ਹੋਵੇ ਤਾਂ ਉਹ ਵਿਚਾਰੂਗਾ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਗਾਂ ਵੀ ਗੁਰਮੁਖ ਹੀ ਦੱਸਿਆ ਸਾਨੂੰ। ਹਾਂਜੀ। ਗਹੇ ਬਾਣ ਦੱਤੰ ਅਨਾਦਤ ਮਾਰਿਓ। ਅਨਾਦਤ ਉਹ ਨੇ ਜਿਹੜੇ ਖੇਡ ਆਉਂਦੇ ਨੇ ਸਾਰੇ। ਦੱਤ ਦਾ ਨਹੀਂ ਕਹਿੰਦੇ ਤਾਂ ਦੱਤ ਦੇ ਚੇਲੇ ਨੇ, ਪਰ ਦੱਤ ਦਾ ਵਿਰੋਧ ਕਰਦੇ ਨੇ। ਕਹਿੰਦੇ ਤਾਂ ਸਿੱਖ ਨੇ, ਸੰਤ ਨੇ, ਸਿੱਖੀ ਦਾ ਵਿਰੋਧ ਕਰਦੇ ਨੇ, ਸਿੱਖੀ ਦਾ ਪ੍ਰਚਾਰ ਕਰਦੇ ਨੇ, ਸਿੱਖੀ ਤੋਂ ਉਲਟ। ਮੂਹਰੇ ਗੁਰੂ ਗ੍ਰੰਥ ਸਾਹਿਬ ਰੱਖਿਆ, ਗੁਰਬਾਣੀ ਤੋਂ ਉਲਟ। ਨਾਮ ਨਹੀਂ ਹੈਗਾ ਦੁੱਖ ਭੰਜਨ ਬੇਰੀ ਹੈ। ਹੁਣ ਇਹ ਉਲਟ ਨਹੀਂ ਹੈ, ਹੋਰ ਕੀ ਹੈ? ਇਹੀ ਉਲਟਾ, ਹੋਰ ਉਲਟ ਕੀ ਹੁੰਦਾ? ਇਹ ਨਾ ਦੱਤਾ ਹੈ, ਇਹ ਸਾਖਤਾਂ ਦਾ ਪ੍ਰਚਾਰ ਹੈ, ਗੁਰਮੁਖਾਂ ਦਾ ਪ੍ਰਚਾਰ ਨਹੀਂ ਹੈ। ਸਾਖਤਾਂ ਦੀ ਮੱਤ ਦਾ ਪ੍ਰਚਾਰ ਹੋ ਰਿਹਾ। ਉਹੀ ਗੱਲ ਇੱਥੇ ਸੀ, ਐ ਫੇਲ ਕੀਤਾ ਸੀ ਉਹਨਾਂ ਨੇ। ਘੁਸਪੈਠ ਕਰ ਗਏ, ਧਰਮ ਦੱਤ ਛੱਡਤਾ, ਹੋਰ ਹੀ ਕੁਛ ਬਣਾ ਲਿਆ।
ਭਜੀ ਸਰਬ ਸੈਨੰ ਨ ਨੈਣੰ ਨਿਹਾਰਿਓ। ਬਸ ਜਦ ਉਹਨੇ ਚਲਾਏ ਨਾ ਬਾਣ, ਫਿਰ ਦੱਤ ਨੇ ਸਾਰੇ ਹੀ ਭੱਜ ਉੱਠੇ, ਸਾਰੇ ਮੂਹਰੇ ਮੂਹਰੇ ਅੱਗੇ ਅੱਗੇ ਲੱਗ ਗਏ। ਜਿਉਣ ਲੱਗ ਗਏ ਸਾਰੇ ਸੰਤ ਵੀ ਲੱਗ ਗਏ ਮੂਹਰੇ, ਵਿਦਵਾਨ ਵੀ ਲੱਗ ਗਏ, ਸਭ ਲੱਗ ਗਏ, ਅਕਾਲੀ ਵੀ ਲੱਗ ਗਏ ਨਾ। ਜਦ ਸੱਚ ਪ੍ਰਗਟ ਹੁੰਦਾ ਸਾਰੇ ਅੱਗੇ ਅੱਗੇ ਹੋ ਲੱਗੇ। ਭਜੀ ਸਰਬ ਸੈਨੰ, ਸਾਰੀ ਸੈਨਾ ਭੱਜ ਗਈ ਜੋ ਮੂਹਰੇ। ਨਾ ਨੈਣੰ ਨਿਹਾਰਿਓ। ਅਨਾਦੱਤ ਸੀ ਜਿਹੜੇ ਉਹ ਭੱਜੇ ਨੇ, ਅਨਾਦੱਤ ਵਿਰੋਧ ਕਰਦੇ ਤੇ ਗੁਰਬਾਣੀ ਦਾ, ਜਿਹੜੇ ਗੁਰਬਾਣੀ ਨੂੰ ਮੂਹਰੇ ਲੈ ਕੇ ਗੁਰਬਾਣੀ ਦੀ ਓਟ 'ਚ ਗੁਰਬਾਣੀ ਦਾ ਹੀ ਖਿਲਾਫਤ ਕਰ ਰਹੇ ਸੀ। ਓਟ ਮੂਹਰੇ ਗੁਰੂ ਗ੍ਰੰਥ ਸਾਹਿਬ ਰੱਖਿਆ, ਵਿਰੋਧ ਇਸੇ ਮਤ ਦਾ ਕਰ ਰਹੇ ਨੇ, ਉਹ ਸਾਰੇ ਹੀ ਭੱਜ ਗਏ। ਜਦ ਗੁਰਬਾਣੀ ਦੇ ਤੀਰ ਚੱਲੇ, ਜਦ ਸ਼ਬਦ ਬਾਣ ਚੱਲੇ, ਸਮਝਿਆ ਨਹੀਂ, ਜਦ ਗਿਆਨ ਖੜਗ ਚੱਲੀ, ਨਿਕਲੀ ਬਾਹਰ ਬਿਆਨ ਤੋਂ, ਪੂਰੇ ਪੂਰੇ ਹੋਲੇ ਸਾਰੇ। ਨਾ ਨੈਣੰ ਨਿਹਾਰਿਓ। ਬਸ ਫਿਰ ਅੱਖਾਂ ਬੰਦ, ਦੇਖਿਆ ਹੀ ਨਹੀਂ, ਉਧਰ ਪਿੱਛਾ ਮੁੜ ਕੇ ਨਹੀਂ ਦੇਖਿਆ, ਮੈਦਾਨ ਛੱਡ ਗਈ, ਭੱਜ ਗਏ। ਜਿਉ ਵੀਰ ਏਕੈ ਅਨੇਕੰ ਪਰਾਨੋ। ਜਿਹੜੇ ਵੀਰ ਏਕਾ, ਇੱਕ ਬੰਦੇ ਨੂੰ ਉਹਨਾਂ ਦਾ ਲੀਡਰ ਫੜਿਆ ਸਿਰਫ, ਲਵੇ ਚੁੱਪ ਕਰ ਜਾਓ, ਇੱਕ ਆਦਮੀ ਗੱਲ ਕਰੇ, ਜਿਹੜਾ ਤੁਹਾਡੇ ਜੋ ਇੱਕ ਆਦਮੀ ਲਿਆਓ, ਸਾਰਿਆਂ ਜਿਹੜਾ ਸਿਆਣਾ ਉਹ ਗੱਲ ਕਰੇ। ਉਹਨਾਂ ਨੇ ਇੱਕ ਆਦਮੀ ਦੇ ਦਿੱਤਾ, ਇੱਕ ਨਾਲੇ ਗੱਲ ਕਰਨੀ ਹੈ, ਇੱਕ ਨੇ। ਹਾਂ, ਇਹ ਜਿਹੜੇ ਜਿੱਥੋਂ ਉੱਕੂਗਾ ਇਹਦੇ ਨਾਲ ਸਲਾਹ ਕਰ ਲਿਆ ਕਰੋ, ਇਹਨੂੰ ਦੱਸ ਦਿਆ ਕਰੋ, ਇਹਦੇ ਕੰਨ 'ਚ ਬੋਲੂਗਾ, ਇਕੱਲਾ ਹੀ ਬੋਲੂ, ਨਹੀਂ ਦੂਆ ਕੋਈ। ਪਰੇ ਜਾ ਕੇ ਸਲਾਹ ਕਰ ਲਿਓ, ਇਹਨੂੰ ਸਿਖਾ ਦਿਓ ਜੋ ਕੁਛ ਹੈ। ਜੇ ਕੋਈ ਕਮੀ ਵੇਚੀ ਇਹਨੂੰ ਪਰੇ ਜਾ ਕੇ ਦੱਸਦਾ, ਸਲਾਹ ਕਰ ਲਈ, ਪਰ ਆ ਕੇ ਇਹੀ ਗੱਲ ਕਰੂਗਾ। ਦੁਆ ਕਰ ਲਵੇ, ਇੱਕ ਹੀ ਕਰੇ, ਪਰ ਗੱਲ ਇੱਕ ਕਰੇ, ਕੋਈ ਕਰੇ, ਬਦਲ ਕੇ ਕਰ ਲਿਓ, ਇੱਕੋ ਕਰੇ। ਜਿਉ ਵੀਰ ਏਕੈ, ਜਿਹਨੇ ਵੀਰ ਇੱਕ ਹੈ, ਸਾਰੇ ਟੋਲੇ ਦਾ ਇੱਕ ਬੰਦਾ ਬਣਾ ਲਿਆ ਉਹਨੇ। ਅਨੇਕੰ ਪਰਾਨੋ। ਇੱਕ ਜਿੱਤ ਲਿਆ ਉਹਨਾਂ ਦਾ ਧੜੇ ਦਾ ਬੰਦਾ, ਸਾਰੇ ਭੱਜ ਗਏ ਬਾਕੀ। ਜਿਹੜੇ ਬਾਕੀ ਸੀ, ਵੀਰ ਜਿੱਤ ਲਿਆ, ਅਨੇਕੰ ਪਰਾਨੋ ਨੇ ਕਿ ਭੱਜ। ਹਾਂ, ਮਾਰੇ ਇੱਕਾ ਤਾਜਾਂ ਘੜੇ, ਪੂਪ ਬਿਨਾ ਕਰੇ ਕੌਣ ਲੜਾਈ, ਰਾਜਾ ਹੀ ਮਾਰ ਲਿਆ। ਲੜਾਈ ਕਿਹਨੇ ਕਰਨੀ ਸੀ? ਜਿਹੜਾ ਹੈਡ ਦੀ ਉਹਨਾਂ ਦਾ, ਜਿਹੜਾ ਰਾਜਾ ਬਣਾਇਆ ਉਹਨਾਂ ਨੇ, ਵੀ ਆਹ ਸਾਡਾ ਬੰਦਾ ਵੀ ਇਹ ਗੱਲ ਕਰੂਗਾ, ਜੇ ਹਾਰ ਗਿਆ ਅਸੀਂ ਹਾਰ ਗਏ। ਦੋਵੇਂ ਪਾਤਸ਼ਾਹ ਨੇ ਕਿਹਾ, ਜਾ ਕੇ ਕਹਿ ਦਿਓ ਸਾਡਾ ਗੁਰੂਆਂ ਨੂੰ ਮੁਸਲਮਾਨ ਬਣਾ ਲਓ, ਸਾਰੇ ਬਣ ਜਾਗੇ। ਉਹੀ ਗੱਲ ਸੀ, ਉਹੀ ਗੱਲ। ਉਹ ਹਰਾ ਸਕੇ ਨਹੀਂ, ਗੱਲ ਉੱਥੇ ਰਹਿ ਗਈ, ਜੰਜੂ ਤੱਕ ਬਚ ਗਿਆ। ਪੁਰਾਣੇ ਪਲਾਸੀ ਹਣੇ ਪਾਉਣ ਮਾਨੋ। ਪੁਰਾਣੇ ਪਲਾਸੀ, ਪਲਾਸ ਹੁੰਦਾ ਟੱਕ ਪਲਾਸ, ਬੇੜਿਓ ਟੱਕ ਪਲਾ, ਐ ਸਮਝ ਲਓ, ਐ ਉੜ ਗਏ ਜਿਵੇਂ ਤੇਜ਼ ਹਵਾ ਨਾਲ ਟੱਕ ਪਲਾ ਦੇ ਪੱਤੇ ਉੜ ਜਾਂਦੇ ਨੇ। ਪੁਰਾਣੇ ਪਲਾਸੀ ਹਣੇ ਪਾਉਣ ਮਾਨੋ। ਹਾਂ, ਪਲਾ ਟੱਕ ਦੇ ਪੱਤੇ ਹੁੰਦੇ ਨੇ, ਪਲਾ ਦੇ ਬਹੁਤ ਤੇਜ਼ ਹਵਾ ਆਉਂਦੀ ਹੈ, ਉਡਾ ਕੇ ਲੈ ਜਾਂਦੀ ਹੈ ਸਾਰਿਆਂ ਨੂੰ। ਪਾਉਣ ਨਾਲ, ਹਾਂ ਪਾਉਣ ਨਾਲ, ਹਣੇ ਪਾਉਣ ਮਾਨੋ। ਹਾਂ, ਉਹਨੇ ਮਾਰ ਦਿੱਤੇ, ਤੋੜ ਕੇ ਉਡਾ ਕੇ ਲੈ ਗਈ। ਰਣੰਗ ਰੋਸ ਕੇ ਲੋਭ ਬਾਜੀ ਮਟਕਿਓ। ਲੋਭ ਆਇਆ ਹੁਣ ਮੂਹਰੇ, ਰਣੰਗ ਰੋਸ ਕੇ, ਹੋਰ ਕੋਈ ਨਹੀਂ ਆਇਆ। ਰਣੰਗ ਰੋਸ ਕੇ ਲੋਭ ਬਾਜੀ ਮਟਕਿਓ। ਹੁਣ ਲੋਭ ਆਇਆ ਮੂਹਰੇ, ਲੋਭ ਨੇ ਫਿਰ ਆ ਕੇ ਘੋੜਾ ਮਟਕ ਕੇ ਮੂਹਰੇ ਆਇਆ। ਭੱਜਿਓ ਵੀਰ ਬਾਚਿਓ, ਅਰਿਓ ਸੋ ਝਟਕਿਓ। ਬਾ ਜਿਹੜਾ ਭੱਜ ਗਿਆ ਸੋ ਵੀਰ ਬਾਚਿਓ, ਉਹਦਾ ਬਚ ਗਿਆ, ਜਿਹੜਾ ਅੱਗੇ ਆਇਆ ਉਹ ਅਰਿਓ ਸੋ ਝਟਕਿਓ। ਅੜਿਓ ਸੋ ਝਟਕਿਓ। ਜਦ ਲੋਭ ਆਇਆ, ਲੋਭ ਝਟਕਿਆ ਗਿਆ। ਜਿਹੜੇ ਭੱਜ ਗਏ ਉਹ ਬਚ ਗਏ, ਜਿਹੜਾ ਅੜ ਗਿਆ ਲੋਭ ਆ ਕੇ ਝਟਕਿਆ ਗਿਆ, ਉਹ ਵੀ ਝਟਕਤਾ। ਅੜਿਆ ਕੌਣ? ਲੋਭ ਆ ਗਿਆ ਅੜਿਆ ਨਾ, ਲੋਭ ਝਟਕਤਾ। ਜਿਹੜੇ ਭੱਜ ਗਏ ਉਹ ਤਾਂ ਬਚ ਗਏ, ਜਿਹੜਾ ਆ ਕੇ ਅੜਿਆ ਪੂਰੇ ਉਹ ਝਟਕਿਆ ਗਿਆ। ਫਿਰ ਇਹਦੀ ਲੋਭ ਝਟਕਿਆ ਗਿਆ, ਝਟਕਿਆ ਨਾ। ਇਹਦਾ ਝਟਕਾ ਸੁਣ ਕੇ ਕੁੰਬਣ ਲੱਗ ਜਾਣਗੇ ਸਾਧ, ਵੀ ਇਹਦਾ ਝਟਕਾ ਕਰਦੇ ਨੇ ਬੱਕਰੇ ਦਾ। ਉੱਥੇ ਆਦਮੀ ਝਟਕਤਾ, ਇਹ ਆਦਮੀ ਨੂੰ ਕਿੱਥੋਂ ਝਟਕ ਦੇਣਗੇ? ਜਿਹੜਾ ਬੱਕਰਾ ਨਹੀਂ, ਮੁਰਗਾ ਨਹੀਂ ਝਟਕ ਸਕਦੇ, ਦੇਖ ਸਕਦੇ, ਇਹ ਆਦਮੀ ਨੂੰ ਝਟਕ ਦੇਣਗੇ। ਫਿਰ ਉਹ ਦੇਖ ਵੀਰਮ ਅਨਾਲੋਭ ਧਾਇਓ। ਫਿਰ ਉਹ ਦੇਖ ਵੀਰਮ
ਅਨਾਲੋਭ ਧਾਇਓ। ਅਨਾਲੋਭ ਧਾਇਓ, ਉਹਦੇ ਅਨਾਲੋਭ ਸੀ ਜਿਹੜਾ, ਉਹ ਆ ਗਿਆ ਮੁਕਾਬਲੇ 'ਚ ਲੋਭ ਦੇ। ਅਨਾਲੋਭ ਆ ਕੇ ਖੜ ਗਿਆ ਲੋਭ ਤੋਂ ਖਿਲਾਫ, ਲੋਭ ਤੋਂ ਰਹਿਤ। ਲੋਭ ਤੋਂ ਬਾਕੀਆਂ ਨੂੰ ਸਿੱਖਿਆ ਦੇਣ ਵਾਸਤੇ। ਅਨਾਲੋਭ ਨੇ ਕਿਹਾ ਅਨਾਲੋਭ ਝਟਕੂਗਾ, ਲੋਭ ਨੂੰ ਝਟਕੂਗਾ। ਅਨਾਲੋਭ ਝਟਕਿਆ ਕਿਵੇਂ? ਝਟਕਦਾ ਦਿੱਤਾ ਕਿਵੇਂ ਝਟਕਿਆ? ਅਨਾਲੋਭ ਆ ਗਿਆ, ਲੋਭ ਦਾ ਵਿਰੋਧੀ ਆ ਗਿਆ ਨਾ। ਹਾਂ, ਛੁਟੇ ਬਾਦ ਐਸੇ ਸਭਿਓ ਵਿਓਮ ਲੋਭ ਦੇ ਅਨਾਲੋਭ ਦਾ ਤੀਰ ਮਾਰਿਆ, ਲੋਭ ਦੇ ਅਨਾਲੋਭ ਦਾ ਤੀਰ ਮਾਰਿਆ। ਲੋਭ ਲਹਿਰ ਅਤਨੀ ਚਰਵਾਜਾ, ਲੋਭੀ ਦਾ ਫਿਰ ਕੁੱਤਾ। ਹਾਂ, ਛੁਟੇ ਬਾਦ ਐਸੇ ਸਭਿਓ ਵਿਓਮ ਛਾਇਓ। ਛੁਟਿਓ ਬਾਣ ਐਸੇ, ਛੁਟਿਓ ਬਾਦ ਐਸੇ ਸਭਿਓ ਵਿਓਮ ਛਾਇਓ। ਬਾਣ ਹੈ, ਬਾਦ ਨਹੀਂ ਹੈ। ਛੁਟਿਓ ਬਾਣ ਐਸੇ ਸਭਿਓ ਵਿਓਮ ਛਾਇਓ। ਐਸਾ ਤੀਰ ਛੁਟਿਆ, ਸਾਰਾ ਵਿਓਮ ਜਿਹੜਾ ਸੀ ਆਕਾਸ਼ ਘੇਰ ਲਿਆ। ਲੋਭ ਵਾਸਤੇ ਕੋਈ ਜਗ੍ਹਾ ਨਹੀਂ ਛੱਡੀ। ਇੱਕ ਵਰਸ਼ਨ ਤੇ ਇੱਕ ਤੇ 10, 100 ਤੇ 100 ਵਾਢੇ। ਚੰਡ ਕਮੰਡ ਤੇ ਬਾਣ ਚੱਲੇ, ਇੱਕ ਤੇ ਇੱਕੋ ਤੀਰ ਛੱਡਿਆ ਨਾ। ਇੰਨੇ ਪੱਖ ਉਹਦੇ ਕਰੇਗਾ, ਸਾਰਾ ਹੀ ਵਿਓਮ ਘੇਰ ਲਿਆ। ਲੋਭ ਨੂੰ ਜਗ੍ਹਾ ਹੀ ਨਹੀਂ ਛੱਡੀ, ਵਿਓਮ ਘੇਰ ਲਿਆ। ਬਾਹਰ ਨਿਕਲ ਕੇ ਦਿਖਾ ਹੁਣ ਤੂੰ। ਭਵ ਸਾਗਰ ਤੋਂ ਬਾਹਰ ਜਾਣ ਦਾ ਰਸਤਾ ਬੰਦ ਕਰਤਾ। ਭਵ ਸਾਗਰ ਦੱਸ ਕਿਵੇਂ ਜਾਏਗਾ ਛੱਡ ਕੇ? ਲੋਭ ਕਾਹਦੇ ਕਰਕੇ ਕਰੇਗਾ? ਸਰੀਰ ਵਾਸਤੇ ਕਰੇਗਾ ਨਾ। ਜੇ ਮੋਹ ਹੈ ਤਾਂ ਹੀ ਕਰੇਗਾ ਲੋਭ। ਲੋਭ ਦੀ ਲੋੜ ਕੀ ਹੈ? ਤੂੰ ਨਹੀਂ ਮੰਨਦਾ ਵੀ ਪਰਮੇਸ਼ਰ ਦਿੰਦਾ, ਮੰਨਦਾ ਤੂੰ? ਸਰੀਰ ਕਿੱਥੋਂ ਲੈ ਕੇ ਆਇਆ ਸੀ? ਲੋਭ ਦੀ ਲੋੜ ਕੀ ਹੈ? ਜਾਂ ਪੇਟ ਵਿੱਚ ਸੀ, ਜਾਂ ਦੰਦ ਨਹੀਂ ਸੀ, ਦੁੱਧ ਕਿਹਨੇ ਦਿੱਤਾ ਸੀ? ਜੰਮਿਆ ਸੀ, ਪਹਿਲਾਂ ਦੁੱਧ ਆ ਗਿਆ ਸੀ, ਉਦੋਂ ਲੋਭ ਕਿੱਥੇ ਸੀ ਤੇਰਾ? ਘੇਰ ਲਿਆ। ਚੁੱਪ। ਉਹਨੇ ਤਾਂ ਕਹਿ ਲੈ ਜੀ ਕਿੱਥੇ ਸਰਦਾ ਕਬੀਲਦਾਰੀ 'ਚ? ਇੰਨੀ ਗੱਲ ਕਹਿਤੀ ਹੋਣੀ, ਫਸ ਗਿਆ ਕਹਿ ਕੇ। ਇੰਨੀ ਗੱਲ ਕਹਿਤੀ ਹੋਊ ਵੀ ਐਂ ਸਰਦਾ, ਨਿਆਣੇ ਪੜ੍ਹਦੇ ਨੇ। ਉਹ ਕਹਿਦਾ ਬੈਠਿਆ, ਉਹ ਘੇਰ ਲਿਆ। ਫਿਰ ਪਰ ਨਿਕਲਣ ਨੂੰ ਕੋਈ ਥਾਂ ਨਹੀਂ ਛੱਡਿਆ ਉਹਨੂੰ। ਨਿਕਲਣ ਨੂੰ ਥਾਂ ਨਹੀਂ, ਵਿਓਮ ਛਾਇਆ ਦਾ ਮਤਲਬ ਹੈ ਨਿਕਲਣ ਨੂੰ ਥਾਂ ਨਹੀਂ ਰਿਹਾ ਉਹਨੂੰ ਕੋਈ। ਇੰਨੇ ਮਾਣ ਮਾਰੇ, ਰਸਤੇ ਸਾਰੇ ਪਾਸੇ ਤੇ ਬੰਦ ਕਰਤੇ ਨਿਕਲਣ ਨੂੰ। ਦਸਨ ਬਾਣ ਲੈ ਵੀਰ ਧੀਰੰ ਪ੍ਰਹਾਰੇ। 10 ਬਾਣ ਇਕੱਠੇ, ਇੱਕ ਤੇ 10 ਹੋ ਗਏ ਨਾ। ਇੱਕ ਨੇ ਫਿਰ 10 ਬਣਾ ਲਏ, ਇੱਕ ਤੇ 10, 100 ਤੇ 100 ਵੱਢ। ਦਸਨ ਬਾਣ ਲੈ, 10 ਬਾਣ ਲੈ ਕੇ ਉਹਦੇ 10 ਬਣਾ ਕੇ ਇੱਕ ਦਈ। ਵੀਰ ਧੀਰੰਗ ਪ੍ਰਹਾਰੇ, ਉਹ ਜਿਹੜਾ ਸੀ ਲੋਭ ਦਾ ਧੀਰਜ ਸੀ, ਜਿਹੜਾ ਧੀਰਜ ਹੌਸਲਾ ਸੀ ਜਿਹੜਾ ਉਹਦਾ, ਉਹਦੇ ਤੇ ਪ੍ਰਹਾਰ ਤੇ। ਸਰੰਗ 60 ਲੈ, ਜਿਹੜਾ ਆਇਆ ਸੀ ਨਾ ਲੋਭ ਲੜਨ ਵਾਸਤੇ, ਧੀਰਜ ਤੇ ਬਿਨਾਂ ਤਾਂ ਕੋਈ ਆਉਂਦਾ ਹੀ ਨਹੀਂ। ਧੀਰਜ ਥਾ ਉਹਨੂੰ, ਉਹਦੇ ਧੀਰਜ ਤੇ 10 ਬਾਣ 10 ਪਾਸੇ ਹਮਲਾ ਕਰਤਾ। 10 ਦਿਸ਼ਾਵਾਂ ਤੇ ਹਮਲਾ ਕਰਤਾ। 10 ਦਿਸ਼ਾਵਾਂ ਨੇ ਨਾ, 4 ਤਰਫਾਂ, ਚਾਰੇ ਖੂੰਜੇ, ਆਕਾਸ਼ ਅਰ ਪਤਾਲ। 10 ਦਿਸ਼ਾਵਾਂ ਤਾਂ ਘਿਰਦੀਆਂ ਨੇ। ਵਿਓਮ ਘੇਰਿਆ ਨਾ, ਵਿਓਮ ਤਾਂ ਘਿਰਦਾ ਹੁੰਦਾ। 10 ਬਾਣਾਂ ਨਾਲੇ ਘਿਰਦਾ ਵਿਓਮ। ਸਰੰਗ 60 ਲੈ ਸੰਜਮੈ ਤਾਕ ਮਾਰੇ। ਸਰੰਗ 60 ਤੀਰ ਲੈ ਕੇ ਇਕੱਠੇ 60। ਸੰਜਮੈ ਤਾਕ ਮਾਰੇ, ਜਿਹੜਾ ਸੰਜਮ ਆ ਉਹਦੇ ਮਾਰੇ ਤੱਕ। ਜਿਹੜਾ ਸੰਜਮ ਵੀ ਘਾਇਲ ਕਰਤਾ। ਸੰਜਮ ਕੁਛ ਵੀ ਨਹੀਂ ਛੱਡਣਾ ਇਹਨਾਂ ਦਾ, ਧਰਮ ਦਾ ਹੀ ਨਹੀਂ ਛੱਡਣਾ ਕੱਖ ਵੀ। ਜਿਹੜੇ ਧਰਮ ਸੰਜਮ ਕੀ ਹੁੰਦਾ? ਮਾਇਆ ਦਾ ਸੰਜਮ ਜਿਹੜਾ ਹੈਗਾ, ਉਹਦੇ 60 ਬਾਣ ਇਕੱਠੇ ਹੀ ਮਾਰੇ। 60 ਬਾਣ ਹੋਣੇ ਨੇ ਉਹਦੇ ਸੰਜਮ ਦੇ ਖਿਲਾਫ ਗੁਰਬਾਣੀ 'ਚ। 60 ਵਰਸ਼ਨ ਹੋਣੇ ਨੇ, ਗਣ ਲਿਓ ਆਦੀ ਬਾਣੀ 'ਚ। ਜਿਹੜਾ ਸੰਜਮ ਦੇ ਖਿਲਾਫ ਆਏ, ਸੰਜਮ ਦੇ ਖਿਲਾਫ ਆਏ ਹੋਏ ਨੇ। ਜਿਹੜਾ ਇਹ ਸੰਜਮ ਕਹਿੰਦੇ ਨੇ, ਲੋਭ ਦੇ ਪ੍ਰਤੀ 10 ਆਏ ਹੋਣੇ। ਲੈ ਵੀਰ ਧੀਰੰ ਪ੍ਰਹਾਰੇ, ਉਹ ਸਾਰਾ ਘੇਰ ਲਿਆ। ਨਵੰ ਬਾਣ ਸੋ ਨੇਮ ਕੋ ਅੰਗ ਛੇਦਿਓ। 9 ਬਾਣ ਜਿਹੜੇ ਨੇਮ ਨੇ, ਕਰਮ ਧਰਮ ਪਖੰਡ ਨੇ, 9 ਬਾਣ ਇਹਦੇ ਮਾਰੇ ਇਕੱਠੇ।
ਨਵੰਗ ਬਾਣ ਸੋ ਨੇਮ ਕੋ ਅੰਗ ਛੇਦਿਓ। ਆ ਜਿਹੜੇ ਨੇਮ ਨੇ ਬਣਾਏ ਹੋਏ ਰਹਿਤ ਮਰਿਆਦਾ ਹੈ, ਮਰਿਆਦਾ ਨੇਮ ਹੈ। ਮਰਿਆਦਾ ਦੇ 9 ਬਾਣ ਇਕੱਠੇ ਹੀ ਮਾਰੇ, ਛੇਦ ਕੇ ਰੱਖਤੀ, ਛਾਲੀ ਕਰਤੀ ਮਰਿਆਦਾ। ਜਿਹੜੀ ਰਹਿਤ ਨਾਲ ਮਰਿਆਦਾ ਬਣਾਈ ਹੈ, ਰਹਿਤ ਦੇ ਨਹੀਂ ਇੱਕ ਵੀ ਮਾਰਿਆ ਹੋਇਆ, ਨੇਮ ਦੇ ਮਾਰਿਆ ਹੋਇਆ। ਨੇਮ ਮਰਿਆਦਾ, ਮਰਿਆਦਾ ਦੇ 9 ਬਾਣ ਮਾਰੇ, ਛਾਲੀ ਕਰਕੇ ਰੱਖਤੀ ਮਰਿਆਦਾ। ਬਲੀ ਬੀਸ ਬਾਨਣੀ ਵਿਗਿਆਨ ਭੇਦਿਓ। ਉਹ ਨੇਮ ਕੀ ਹੈ? ਜਿਹੜਾ ਜਲ ਕੇ ਮੰਜਨ ਜੇਕਤ ਹੋਵੇ ਨਿਤ ਮਿੰਟ ਘਨਾਵਾ ਨਿਤ ਮਿੰਟ ਮਾਰਿਆ ਨਾ ਬਾਣ। ਨੇਮ ਤੇ 9 ਬਾਣ ਲੱਗੇ ਹੋਏ ਨੇ, ਗੁਰਬਾਣੀ ਦੇਖ ਲੈ ਨੇਮ ਦੇ। ਇੱਥੇ ਕੈਲਕੂਲੇਟ ਕਰਕੇ ਦੱਸਦੇ ਕਿਹਨੇ ਲਿਖਿਆ ਹੈ? ਫਰੇਸ ਦਾ ਨੂੰ ਨਹੀਂ ਪਤਾ ਵੀ ਐ ਵੀ ਗਿਣਤੀ ਕਰਕੇ ਦੱਸੀ ਹੋਈ। ਕੌਣ ਲਿਖ ਦੂ? ਹਾਂ, ਮਾਰਦੇ ਨੇ, ਗੱਲਾਂ ਮਾਰਦੇ ਸੀ, ਤਾਂ ਹੀ ਕੀਤਾ ਸੀ ਮੈਂ ਸ਼ੁਰੂ ਵੀ। ਦਿੱਤਾ ਤਰਾਏ ਸ਼ੁਰੂ ਕਰ ਲੈਂਦੇ, ਇਹਨਾਂ ਦੀ ਬੋਲਤੀ ਬਿਲਕੁਲ ਬੰਦ ਕਰ ਦਈਏ। ਇਹਨਾਂ ਦੇ ਹਲਕ 'ਚ ਮਾਰਦੇ ਆ ਤੀਰ, ਉਹ ਬੋਲਦੇ ਨੇ ਤੀਰੇ ਹਲਕ 'ਚ। ਵਰਸ਼ਾ ਹੀ ਹਲਕ ਦੇ ਦੋ, ਨਾ ਬੋਲ ਸਕਣ ਨਾ ਮਾਰਤਾ ਗਾਹਾਂ ਨੂੰ, ਹਲਕ 'ਚ ਮਾਰਤਾ ਸੇਲ ਵਰਸ਼ਾ। ਬਲੀ ਬੀਸ ਬਾਨਣੀ ਵਿਗਿਆਨ ਭੇਦਿਓ। ਜਿਹੜਾ ਬੜਾ ਵਿਗਿਆਨ ਸੀ 20 ਬਾਣ ਉਹਦੇ ਮਾਰੇ। ਵਿਗਿਆਨ ਵੀ ਮਾਇਆ, ਅਸੀਂ ਵਿਗਿਆਨ 20 ਬਾਣ ਵਿਗਿਆਨ ਦੇ ਮਾਰੇ। ਵਿਗਿਆਨ ਤੋਂ ਅਸੀਂ ਕੰਮ ਲੈਣਾ। ਵਿਗਿਆਨ ਨੂੰ ਅਸੀਂ ਇਹ ਨਹੀਂ ਸਮਝਦੇ ਵੀ ਸਾਡੀ ਬਰਾਬਰੀ ਨਹੀਂ ਕਰ ਸਕਦਾ ਵਿਗਿਆਨ। ਵਿਗਿਆਨ ਉਹੀ ਚੀਜ਼ ਜਾਣਦਾ ਜਿਹੜੀ ਵਿਗਿਆਨ ਮਾਇਆ ਦੀ ਗੱਲ ਕਰਦਾ। ਵਿਗਿਆਨ 20 ਬਾਣ ਵਿਗਿਆਨ ਦੇ ਮਾਰੇ ਇਕੱਠੇ, ਵਿਗਿਆਨ ਭੇਦ ਕੇ ਰੱਖਤਾ। 25 ਬਾਣ ਪਵਿੱਤਰਤਾ ਕੋ। ਜਦ ਅਸੀਂ ਇਹ ਕਹਿੰਦੇ ਆ ਵੀ ਦਿਮਾਗ ਕੰਮ ਕਰਦਾ ਹੈ, ਬ੍ਰੇਨ ਜਦ ਡੈਡ ਹੋ ਜਾਂਦਾ ਫਿਰ ਕਿਉਂ ਹੋ ਜਾਂਦਾ? ਸੌ ਜਾਂਦਾ ਫਿਰ ਕੰਮ ਕਰਦਾ ਕਿਉਂ ਨਹੀਂ ਕਰਦਾ? ਫਿਰ ਕੰਮ ਖੂਨ ਦੀ ਸਪਲਾਈ ਚੱਲਦੀ ਹੈ ਬ੍ਰੇਨ ਨੂੰ, ਖੂਨ ਦੀ ਸਪਲਾਈ ਚੱਲਦੀ ਹੈ, ਪਰ ਹੋਸ਼ ਕਾਤੇ ਨਹੀਂ ਹੈ। ਮਾਂ ਕਾਤੇ ਨਹੀਂ ਆ ਰਹਿੰਦੀ ਕੀਤੀ ਹੋਈ, ਫਿਰ ਕਾਤੇ ਨਹੀਂ ਖੜੀ ਕਰ ਸਕਦਾ ਮਾਂ? ਜਿੱਧਰ ਮਰਜੀ ਪਾ ਦੋ, ਪੈਂਦ ਪਾ ਦੋ, ਚਾਹੇ ਸਰਾਣੇ ਪਾ ਦੋ, ਸੁੱਤੇ ਪਏ ਨੂੰ ਪਤਾ ਬੇਹੋਸ਼ ਦੀ, ਚਾਹੇ ਲੱਤ ਵੱਢ ਦੋ, ਚਾਹੇ ਨਾਲ ਜੋੜ ਦੋ, ਪਤਾ ਲੱਗ ਜਾਊਗਾ। ਕਿਉਂ? ਇਹ ਕਿਉਂ ਹੈ? ਕਹਿੰਦੇ ਇਹ ਨਹੀਂ ਪਤਾ ਕੀ ਚੀਜ਼ ਹੈ ਬ੍ਰੇਨ ਦੇ ਵਿੱਚੋਂ ਨਿਕਲ ਗਈ। ਉਹ ਕਹਿੰਦੇ ਨਹੀਂ ਪਤਾ। 20 ਬਾਣ ਇਕੱਠੇ ਹੀ ਮਾਰੇ ਨੇ ਵਿਗਿਆਨੀ। ਚੁੱਪ, ਉਹਨਾਂ ਦਾ ਵਿਸ਼ਾ ਹੀ ਨਹੀਂ ਹੈ ਚੇਤਨ, ਉਹਨਾਂ ਦਾ ਵਿਸ਼ਾ ਜੜ ਹੈ, ਉਹਨਾਂ ਦਾ ਵਿਸ਼ਾ ਜੜ ਹੈ। 20 ਬਾਣਨ ਵਿਗਿਆਨ ਭੇਦਿਓ। ਵਿਗਿਆਨ ਭੇਦ ਕੇ ਰੱਖਤਾ 20 ਬਾਣਾਂ ਨਾਲ। ਹਾਲਾਂਕਿ ਵਿਗਿਆਨ ਨੂੰ ਸਪੋਰਟਰ ਬਣਿਆ ਸੀ, ਪਰ ਬਰਾਬਰ ਨਹੀਂ ਹੈ ਸਾਡੇ ਵਿਗਿਆਨ। ਵਿਗਿਆਨ ਬਰਾਬਰ ਨਹੀਂ ਹੈ। ਵਿਗਿਆਨ ਵਿਕਾਸ ਕਰਦਾ, ਵਿਕਾਸ ਨਹੀਂ ਕਰਦਾ। ਇੱਕ ਬਾਣ ਇਹ ਮਾਰਤਾ। ਵਿਗਿਆਨ ਜ਼ਿੰਦਗੀ ਨਹੀਂ ਦੇ ਸਕਦਾ, ਮੌਤ ਦੇ ਸਕਦਾ। ਵਿਗਿਆਨ ਵਿਗਾੜ ਸਕਦਾ, ਸਮਾਰ ਨਹੀਂ ਸਕਦਾ। ਵਿਗਿਆਨ ਹੈ ਜਿਹੜਾ, ਗਿਆਨ ਦਾ ਨਾਮ ਹੀ ਵਿਗਿਆਨ ਹੈ। ਵਿਗਾੜੂ ਗਿਆਨ, ਉਹ ਵਿਗਾੜਨਾ ਹੀ ਉਹਨੇ ਸਭ ਕੁਝ। ਸਮਾਰ ਕੀ ਸਕਦਾ? ਇੱਕ ਗਿਆਨ ਹੈ, ਇੱਕ ਵਿਗਿਆਨ ਹੈ। ਨੈਗੇਟਿਵ ਗਿਆਨ ਹੈ ਇਹਦਾ ਨਾਮ। ਦੋਵੇਂ ਨੈਗੇਟਿਵ ਗਿਆਨ ਹੈ। ਪੋਜ਼ੀਟਿਵ ਤੁਹਾਨੂੰ ਕੀ ਦੇ ਦੂਗਾ? ਉਹ ਤੁਸੀਂ ਕਿਵੇਂ ਮੰਨ ਲਿਆ ਵੀ ਪੋਜ਼ੀਟਿਵ ਦੇ ਦੂ ਕੁਛ? ਜੇ ਮੰਨ ਲਿਆ, ਅੱਜ ਉੱਥੇ ਲਿਆ ਕੇ ਛੱਡੋ ਹੀ ਦਿੱਤਾ ਖਾਈ 'ਚ। ਬੂਰੇ ਹੋਣਾ ਖਾਈ ਹੈ, ਖੱਡ ਹੈ। ਇਹ ਪਹਾੜ ਤੇ ਖੜੇ ਹੋ, ਵਿਚਾਲੇ ਬਹੁਤ ਡੂੰਘੀ ਖਾਈ ਹੈ, ਜਿੱਥੇ ਜ਼ਮੀਨ ਨਹੀਂ ਦਿੰਦੀ, ਦੂਏ ਪਾਸੇ ਫਿਰ ਪਹਾੜ ਹੈ। ਵਿਚਾਲੀ ਖਾਈ ਨਹੀਂ ਪੂਰੀ ਹੋ ਸਕਦੀ। ਹੁਣ ਖਾਈ ਪਾਟ ਕੇ ਦਿਖਾਓ, ਕਾਹਦੇ ਨਾਲ ਪਾਟੋਗੇ? ਹਾਂਜੀ। 25 ਬਾਣ ਪਵਿੱਤਰਤਾ ਕੋ ਪ੍ਰਹਾਰੇ। ਲੈ ਲਓ, ਪਵਿੱਤਰਤਾ ਵੀ ਗਈ ਤੁਹਾਡੀ। ਪਵਿੱਤਰਤਾ ਕੋ ਆ ਜਿਹੜੇ ਬਹੁਤ ਪਾਕ ਪਵਿੱਤਰ ਰਸਨਾ ਪਵਿੱਤਰ ਕਰੋ।
ਇਹ ਝੂਠੇ ਹੱਥ ਨਹੀਂ ਲਾਉਣ ਦੇਣੇ। ਵਿਵੇਕ ਹੈ, ਫਲਾਨਾ ਢਿਮਕਾ, 25 ਬਾਣ ਉਹਦੇ ਮਾਰੇ, ਟਕਸਾਲੀ ਕਸੂਲੀ ਸਭ ਹੈ। ਸਭ ਰਗੜ ਕੇ ਰੱਖਤੇ। ਆਏ ਜਿਹੜੇ 10 ਦਾ ਪਾਠ ਕਰਦੇ ਹੋ ਫਿਰ ਪਵਿੱਤਰਤਾ ਕਾਹਦੀ ਰੱਖਦੇ ਹੋ? ਨਿਹੰਗ ਸਿੰਘ ਵੀ ਰਾਧਨ ਵਿੱਚ ਉਹ ਜਿਹੜੀਆਂ ਮੱਖੀਆਂ ਬਹਿ ਜਾਂਦੀਆਂ ਨੇ ਉਹ ਕਿੱਥੋਂ? ਉਹ ਗੰਗਾ ਨਹਾ ਕੇ ਆਉਂਦੀਆਂ ਨੇ। ਜਿਹੜੀਆਂ ਮੱਖੀਆਂ ਬਹਿ ਜਾਂਦੀਆਂ ਨੇ ਆ ਕੇ ਜਦ ਆਪਾਂ ਛਾਣਾ ਲਾਉਂਦੇ ਆ, ਉਹ ਕਿਤੇ ਨਹਾ ਕੇ ਆਉਂਦੀਆਂ ਨੇ ਗੰਗਾ। ਆਦਮੀ ਦਾ ਹੱਥ ਲੱਗਣ ਨਹੀਂ ਦੇਣਾ, ਮੱਖੀਆਂ ਚਾਹੇ ਗੱਦੇ ਥੱਲੇ ਆ ਕੇ ਬਹਿ ਜਾਣ। ਅਗਿਆਨਤਾ ਹੈ ਸਭ, ਮੂਰਖਤਾ ਹੈ, ਮੂਰਖਤਾ। ਤਾਂ ਹੀ ਬਾਟੇ 'ਚ ਇਕੱਠੇ ਖੜਾਇਆ ਸੀ। ਉਹ 25 ਬਾਣ ਮਾਰੇ ਸੀ, ਫਿਰ ਉਸੇ ਖੱਡੇ ਜਾ ਕੇ ਡਿੱਪੇ, ਫਿਰ ਮੂਰਖ ਬਣ ਗਏ। ਕਿਉਂਕਿ ਬਾਬਾ ਸ਼ਾਬਾਸ਼ ਦੁਆ ਨੇ ਕਹਿਣਾ ਵੀ ਬੜੇ ਵੇ ਇਹ ਤਾਂ ਵਿਵੇਕੀ ਨੇ ਸੀਨੀਅਰ ਬਣਨਾ ਸੀ, ਦੁਆ ਨੂੰ ਵਧੀਆ ਬਣਨਾ ਸੀ, ਸ਼ੋਭਾ ਕਰਾਉਣੀ ਸੀ ਦੁਨੀਆ ਵੀ। ਪਰ ਕੀ ਰਹੇਗਾ ਪੱਲੇ? ਕੀ ਰਹੇਗਾ? ਗਿਆਨ ਨਿਲ। ਗਿਆਨ ਤੇ ਗਿਆਨ ਵਾਲੇ ਪਾਸਿਓਂ ਨਿਲ ਹੋ ਗਏ, ਵਿਵੇਕੀ ਨਹੀਂ ਅਵਿਵੇਕੀ ਬਣ ਗਏ। ਵਿਵੇਕ ਤਾਂ ਕਹਿ ਰਿਹਾ 25 ਬਾਣ ਮਾਰੇ, ਵਿਵੇਕ ਬਾਣ ਮਾਰਦਾ। ਤੁਸੀਂ ਕਹਿੰਦੇ ਅਸੀਂ ਵਿਵੇਕੀ, ਵਿਵੇਕ ਤਾਂ ਤੁਹਾਨੂੰ ਬਾਣ ਮਾਰਦਾ 25। ਵਿਵੇਕੀ ਹੈ ਹੀ ਹੈ। ਅਵਿਵੇਕੀਓ ਤਾਂ 25 ਨੁਕਸ ਨੇ ਤੁਹਾਡੇ 'ਚ, 25 ਕਮੀਆਂ ਨੇ। ਜਿੱਥੇ 25 ਕਮੀਆਂ ਨੇ ਉੱਥੇ 25 ਬਾਣ ਲੱਗੇ ਨੇ। ਲੱਭ ਲਓ ਗੁਰਬਾਣੀ 'ਚੋਂ 25 ਕਮੀਆਂ ਕਿਹੜੀਆਂ ਨੇ? ਗੁਰਬਾਣੀ 'ਚੋਂ ਲੱਭ ਲਓ 25 ਕਮੀਆਂ ਕਿਹੜੀਆਂ ਨੇ? ਸੋਚੇ ਨਾ ਆਖੀਆਂ ਬਹਿਣ ਜੇ ਪਿੰਡਾਂ ਧੋਏ, ਸੋਚੇ ਸਹੀ ਨਾਨਕਾ ਜਨ ਮਨ ਬਸਿਆ ਸੋਏ। ਇੱਕ ਬਾਣ ਤਾਂ ਇਹ ਮਾਰਿਆ, ਇੱਕ ਜਲ ਕੇ ਮੱਜਣ ਜੇਗਾ। ਪਾਣੀ ਮੈਲਾ, ਮਾਟੀ ਗੋਰੀ, ਪਾਣੀ ਉਹ ਮੈਲਾ। ਤੂੰ ਇਹ ਕਹਿਣਾ ਬਹੁਤ ਅੱਛਾ, ਤੂੰ ਬਹੁਤ ਬਕਾਰਾ, ਤੂੰ ਬਹੁਤ ਬਕਾਰਾ। ਪਾਣੀ ਨਾਲੇ ਕਰਦੇ ਹੋ ਪਵਿੱਤਰ, ਤਾਂ ਪਾਣੀ ਹੀ ਪਵਿੱਤਰ ਨਹੀਂ ਹੈ। ਫਿਰ ਕੀ ਕਰੋਗੇ? ਮਾਰਿਆ ਤੀਰ 25 ਮਾਰੇ। ਤੀਰ ਤਾਂ ਸਾਰੇ ਗਿਣਾ ਦਿੰਦੇ। ਛਾਤੀ ਫਟ ਜੂਗੀ, ਛਾਤੀ ਛਾਲਣੀ ਹੋ ਜੂਗੀ। ਬੜੇ ਫਿਰਦੇ ਨੇ ਵਿਵੇਕੀ। ਗੋਲੀਆਂ ਤਾਂ ਹੀ ਚੱਲਦੀਆਂ ਮਾਇਆ ਪਿੱਛੇ, ਵਿਵੇਕੀ ਮਾਇਆ ਨੂੰ ਪੈਂਦੇ ਹੁੰਦੇ ਨੇ। 80 ਬਾਣ ਔਰ ਚਾਹੇ ਕੇ ਅੰਗ ਝਾਰੇ। 80 ਬਾਣ ਕਿਹਦੇ ਮਾਰੇ? ਅਰਚਾ ਹੀ ਕੇ, ਅਰਚਾ, ਅਰਚਾ ਪੂਜਾ, ਪੂਜਾ ਅਰਚਾ, ਅਰਚਾ ਹੀ ਕੇ ਅੰਗ ਝਾਰੇ। ਅਰਚਾ ਜਿਹੜੀ ਅਰਚਨਾ ਆ, ਜਿਹੜੀ ਅਰਚਾ ਕਰਦੇ ਆ ਨਾ ਅਸੀਂ, ਅਰਚਾ ਪੂਜਾ ਲੋਕਾਚਾਰਾ, ਉਹਦੇ ਮਾਰੇ ਫੁੱਲ ਲਿਆ ਕੇ ਚੜਾਉਂਦੇ ਨੇ। ਅਰਚਨਾ ਹੀ ਹੈ। ਸੈਂਟ ਛਿੜਕਦੇ ਨੇ, ਸੈਂਟ ਛਿੜਕਦੇ ਨੇ, ਰਮਾਲੇ ਉਹ ਵਧੀਆ ਇਹ ਕਰਦੇ ਨੇ, ਧੂਪ ਅਗਰਬੱਤੀ ਆ, ਦੁੱਧ ਨਾਲ ਧੋਂਦੇ ਨੇ। 80 ਬਾਣ ਇਹਦੇ ਮਾਰੇ, 80 ਬਾਣ ਲੱਗੇ ਨੇ। ਕੰਮ ਫੇਰ ਬਸ਼ਰਮ ਉਹੀ ਕਰੀ ਜਾਂਦੇ ਨੇ। ਇਹਦੇ 80 ਬਾਣ ਲੱਗੇ ਹੋਏ ਨੇ ਗੁਰਬਾਣੀ 'ਚ। 10 ਵੀ ਜ਼ਿਆਦਾ ਰੱਖ ਲੈਂਦੇ। 85 ਸਰੰਗ ਪੂਰ ਪੂਜਾ ਹੀ ਛੇਦਿਓ। ਜਿਹੜੀ ਪੂਜਾ ਹੈ, ਪੂਜਾ ਦਾ ਧਨ ਖਾਨੇ 85 ਬਾਣ ਇਹਦੇ ਲੱਗੇ ਨੇ। ਸਭ ਨੂੰ ਜ਼ਿਆਦਾ ਇਹਦੇ ਹੀ ਨੇ। 85 ਸਰੰਗ ਪੂਰ ਪੂਜਾ ਹੀ ਛੇਦਿਓ। ਪੂਰੀ ਪੂਜਾ ਕੱਟ ਕੇ ਰੱਖਤੀ। ਪੂਰੀ ਜਿਹੜੀ ਪੂਜਾ ਹੈ ਇਹਦੇ ਪੂਰੀ ਦੀ ਪੂਰੀ ਦੇ 85 ਬਾਣ ਲੱਗੇ ਨੇ। ਪੂਜਾ ਦਾ ਧਨ ਹੈ ਜਿਹੜਾ ਇਹਦੇ। ਹਾਂ, ਤਾਂ ਇਹਨੂੰ ਕਿਹਾ ਸੀ ਇਹ ਗੋਡਿਆਂ 'ਚ ਉਤਰ ਜਾਂਦੀ ਹੈ ਜ਼ਹਿਰ। ਉਤਰ ਗਈ, ਇਹ ਨਸ ਨਸ ਵਿੱਚ ਉਤਰ ਗਈ ਜ਼ਹਿਰ ਤੁਹਾਡੇ ਪੂਜਾ ਦਾ ਧਨ। 85 ਬਾਣ ਸਭ ਤੋਂ ਜ਼ਿਆਦਾ ਭੈੜੀ ਪੂਜਾ ਦਾ ਖਾਣੇ ਇਹਦੇ ਆਸਰੇ ਹੀ ਚੱਲਦੇ ਨੇ ਦਲ ਪੂਜਾ ਦੇ। ਪੂਜਾ ਖਾ ਖਾ ਬੇਕਾਰ ਹੋ ਗਏ। ਬੁੱਧ ਮਾਰੀ ਗਈ। ਬੜੋ ਲਸਟਕਾ ਲੈ ਸੋ ਲਾਜੇ ਭੇਦਿਓ। ਬਸ ਫਿਰ ਬਾਕੀ ਰਹਿ ਗਈ ਸੀ ਲੱਜਿਆ, ਜਿਹੜੀ ਲੱਜ ਕਹਿੰਦੇ ਨੇ, ਜਿਹੜੀ ਉਹ ਤ੍ਰਿਆ ਚਰਿੱਤਰ ਵਾਲੀ ਲੱਜ ਹੈ। ਲੱਜਿਆ ਵੀ ਇਹ ਜੀ 10 ਭਾਸ਼ਾ ਦੀ ਨਹੀਂ ਹੋ ਸਕਦੀ, 3 ਵਿਆਹ ਨਹੀਂ ਹੋ ਸਕਦੇ। ਬੜੀ ਜਿਹੜੀ ਲਾਠੀ ਸੀ ਨਾ, ਰਾਮਚੰਦਰ ਕੀ ਲਸ਼ਟਕਾ, ਉਹਦੇ ਨਾਲ ਜਿਹੜੀ ਇਹਨਾਂ ਦੀ ਲੱਜ ਸੀ, ਲੱਜਾ, ਉਹਨੂੰ ਕੁੱਟ ਕੁੱਟ ਕੇ ਉਹਦਾ ਨਾਸ ਹੀ ਮਾਰਤਾ। ਜਿਹਨੂੰ ਅਸ਼ਲੀਲਤਾ ਕਹਿੰਦੇ, ਅਸ਼ਲੀਲਤਾ ਜਿਹੜੀ ਸਲਾਜੇ ਭੇਦਿਓ, ਉਹਨੂੰ ਭੇਜਿਆ ਬੜੀ ਲਾਠੀ ਨਾਲ।
ਤਤ ਗਿਆਨ ਨਾਲ। ਬੜੋ ਰਸਕਾਲ ਹੈ, ਸਲਾਜੇ ਭੇਦਿਓ। ਹਾਂ, ਸਲਾਜੇ ਭੇਦਿਓ।